ਐਸਸੀ ਨੋਡਲ ਆਫਿਸਰ ਕਮਰਸ਼ੀਅਲ 1 PSPCL। ਜਿਵੇਂ ਰੰਧਾਵਾ ਸਰ ਨੇ ਤੁਹਾਨੂੰ ਦੱਸਿਆ ਹੀ ਹੈ, ਅਸੀਂ ਬੈਚਮੇਟਸ ਹੈਗੇ ਹਾਂ। ਅਤੇ ਇਸ ਤੋਂ ਪਹਿਲਾਂ ਆਈ ਗਿਵ ਯੂ ਜਸਟ ਅ ਸ਼ਾਰਟ ਬਰੀਫ ਆਫ ਮਾਈ ਕਰੀਅਰ ਪ੍ਰੋਫਾਈਲ। ਪਹਿਲੇ 8.5 years ਐਜ਼ AEOT ਐਂਡ ਦੈਨ AEE ਹੁੰਦੇ ਹੋਏ I was posted at Roper Thermal in generation। Then 1.5 years I was in Heidel design at SKPP। ਉਸ ਤੋਂ ਬਾਅਦ I have worked in enforcement for 2+ years। Then after that I have been working in commercial since 2019। ਸੋ ਅੱਜ ਦਾ ਸਾਡਾ ਇਹ ਵਰਕਸ਼ਾਪ ਦਾ ਜੋ ਟੌਪਿਕ ਹੈਗਾ, ਰਿਲੀਜ਼ ਆਫ ਇਲੈਕਟ੍ਰੀਕਲ ਕਨੈਕਟੀਵਿਟੀ ਟੂ ਕਲੋਨੀਜ਼ ਐਂਡ ਰਿਲੇਟਿਡ ਮੈਟਰਸ। ਇਹ ਤੁਹਾਡੇ ਮੋਸਟਲੀ ਹੁਣ ਤਾਂ ਸਾਰੇ ਪੰਜਾਬ 'ਚ ਹੀ ਬਹੁਤ ਸਾਰੀ ਕਲੋਨੀਜ਼ ਬਣ ਰਹੀਆਂ ਹੈਗੀਆਂ। ਅਦਰਵਾਈਜ਼ ਪਹਿਲਾਂ ਇਹ ਬੈਲਟ ਸੀ ਮੋਹਾਲੀ, ਰੋਪੜ, ਜ਼ੀਰਕਪੁਰ, ਡੇਰਾ ਬੱਸੀ ਦੇ ਵਿੱਚ ਜ਼ਿਆਦਾ ਕੰਸਨਟ੍ਰੇਸ਼ਨ ਸੀ। ਬਟ ਨਾਓ ਇਟਸ ਐਵਰੀਵੇਅਰ ਗਰੋਥ ਹੋ ਰਹੀ ਹੈ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਵੀ ਬਹੁਤ ਸਾਰੀ ਕਲੋਨੀਜ਼ ਡਿਵੈਲਪ ਹੋ ਰਹੀਆਂ। ਅਤੇ ਆਪਣੇ ਲਈ ਹੁਣ ਇਹਦੇ ਵਿੱਚ ਥੋੜ੍ਹਾ ਜਿਹਾ GSC ਕਨੈਕਸ਼ਨਸ ਔਰ ਕਲੋਨੀਜ਼ ਦੇ ਕਨੈਕਸ਼ਨਸ ਵਿੱਚ ਫ਼ਰਕ ਹੁੰਦਾ। ਦੈਟ ਕਲੈਰਿਟੀ ਇਜ਼ ਰਿਕਵਾਇਰਡ ਤਾਂ ਕਿ ਆਪਾਂ ਫੀਲਡ ਦੇ ਵਿੱਚ ਇਹਨਾਂ ਕਲੋਨੀਜ਼ ਦੇ ਲਈ ਕਨੈਕਸ਼ਨ ਦੇਣ ਵੇਲੇ ਗਲਤੀਆਂ ਨਾ ਕਰੀਏ। ਹੇਅਰ ਆਈ ਯੂਜ਼ ਵਨ ਵਰਡ, ਕਨੈਕਟੀਵਿਟੀ, ਕਿਉਂਕਿ ਦੀਜ਼ ਕਲੋਨੀਜ਼ ਆਰ ਅ ਕਲਸਟਰ ਆਫ ਕੰਜ਼ਿਊਮਰਸ। ਇਹ ਇੱਕ ਇਕੱਲਾ ਕੰਜ਼ਿਊਮਰ ਟਰੀਟ ਕਰਕੇ ਆਪਾਂ ਨੂੰ ਇਹਨਾਂ ਦੇ ਅੱਗੇ ਪ੍ਰੋਸੈਸ ਨਹੀਂ ਕਰਨਾ ਹੈਗਾ। ਇਟ ਇਜ਼ ਨੋਟ ਅ ਕਨੈਕਸ਼ਨ ਟੂ ਅ ਕਲੋਨੀ, ਕਿਉਂਕਿ ਇਹ ਇੱਕ ਕੰਜ਼ਿਊਮਰ ਨਹੀਂ ਹੈਗਾ। ਇਟ ਇਜ਼ ਅ ਪਾਪਰ ਐਕਟ ਤੋਂ ਡਿਰਾਈਵਡ ਡੈਫੀਨੇਸ਼ਨ ਹੈ ਕਲੋਨੀ ਦੀ, ਉਹ ਅਸੀਂ ਅੱਗੇ ਪੜ੍ਹਾਂਗੇ। ਅਤੇ ਅਸੀਂ ਉਹਦੇ ਅਕੋਰਡਿੰਗਲੀ ਵਰਡ ਯੂਜ਼ ਕਰਦੇ ਹਾਂ ਕਨੈਕਟੀਵਿਟੀ। ਇਸਦੀ ਕਨੈਕਟੀਵਿਟੀ ਹੁੰਦੀ ਹੈ ਔਰ ਕਨੈਕਟੀਵਿਟੀ ਐਜ਼ ਪਰ NOC ਹੋਏਗੀ ਜਾਂ ਜੋ ਪ੍ਰੈਵਲੈਂਟ ਰੈਗੂਲੇਸ਼ਨਸ ਹੋਣਗੀਆਂ। ਇੰਟੈਂਟ ਆਫ ਦਿਸ ਵਰਕਸ਼ਾਪ ਇਜ਼ ਬਿਕੋਜ਼ ਲਾਸਟ 2-3 years ਚੋਂ ਦੇਰ ਹੈਵ ਬੀਨ ਸਮ ਇਨਵੈਸਟੀਗੇਸ਼ਨਸ ਕੰਪਲੇਂਟਸ ਬੇਸਿਸ 'ਤੇ ਲੋਕਾਂ ਨੇ ਲਾਈਕ ਅਪੀਲਾਂ ਪਾਈਆਂ, ਕੋਰਟ ਦੇ ਵਿੱਚ ਗਏ। ਦੈਨ ਦੇ ਫਾਈਨਲੀ ਫਾਈਲਡ ਪੈਟੀਸ਼ਨਸ ਬਿਫੋਰ ਦੀ ਔਨਰੇਬਲ ਕਮਿਸ਼ਨ ਕਿ ਸਾਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ। ਉਸ ਦੇ ਚੱਕਰ ਦੇ ਵਿੱਚ ਕਮਿਸ਼ਨ ਨੇ ਇਨਵੈਸਟੀਗੇਸ਼ਨਸ ਕਰਵਾਈਆਂ ਐਂਡ ਦੇਰ ਵਰ ਵੈਰੀ ਸ਼ਾਰਟ ਕਮਿੰਗਸ ਵਰ ਫਾਊਂਡ PSPCL ਦੇ ਬਿਹਾਫ 'ਤੇ ਵੀ, ਡਿਵੈਲਪਰ ਦੇ ਬਿਹਾਫ 'ਤੇ ਵੀ। ਸੋ ਉਹਨਾਂ ਨੇ ਕਹਿ ਦਿੱਤਾ ਜੀ ਹਰ ਪੈਟੀਸ਼ਨ ਦੇ ਵਿੱਚ ਡਿਲਿੰਕੁਐਂਟ ਆਫਿਸਰਸ ਦੀ ਜ਼ਿੰਮੇਵਾਰੀ ਫਿਕਸ ਕਰੋ। ਕਿਸੇ ਵਿੱਚ 15 ਬੰਦੇ, ਕਿਸੇ ਵਿੱਚ 20 ਬੰਦੇ, ਕਿਸੇ ਵਿੱਚ 5-6 ਬੰਦੇ, ਜੋ ਵੀ ਮਿਲਦਾ ਸੀ ਆਪਣੀ ਇਨਵੈਸਟੀਗੇਸ਼ਨ ਏਜੰਸੀਜ਼, ਐਨਫੋਰਸਮੈਂਟ ਐਂਡ ਟੈਕਨੀਕਲ ਵਿੰਗ ਪਕੜ ਕੇ ਚਲੋ ਸ਼ੋਅ ਚਾਰਜ ਸ਼ੀਟ ਬਹੁਤ ਸਾਰੇ 100 ਬੰਦਿਆਂ ਦੀ ਬਣਾਤੀ। ਦੈਨ ਮੈਨੇਜਮੈਂਟ ਕੋਲ ਇਹ ਤਾਂ ਖਿਲਾਰਾ ਪੈ ਗਿਆ ਜੀ ਕਲੋਨੀਜ਼ ਦੇ ਲਈ। ਉਸ ਤੋਂ ਬਾਅਦ ਬਾਕੀ ਬੰਦੇ ਡਰ ਗਏ, ਉਹ ਸਮਝ ਸੀ ਨਹੀਂ ਸੀ, ਬਟ ਦੇ ਸਟਾਪ ਗਿਵਿੰਗ ਕਨੈਕਸ਼ਨਸ ਇਨ ਦਾ ਕਲੋਨੀਜ਼। ਉਹਦੇ ਨਾਲ ਇਹ ਪ੍ਰੋਬਲਮ ਹੋਰ ਕੰਪਾਊਂਡ ਹੋ ਗਈ ਬਿਕੋਜ਼ ਆਫ ਲੈਕ ਆਫ ਕਲੈਰਿਟੀ। ਉਸ ਤੋਂ ਬਾਅਦ ਕਮਿਸ਼ਨ ਫਿਰ ਪੁੱਛਣ ਲੱਗ ਗਿਆ ਜੀ ਮੈਨੂੰ ਤਾਂ ਲਿਸਟ ਆਫ ਡੈਲਿੰਕੁਐਂਟ ਆਫਿਸਰਸ ਦਿਓ ਹਰ ਕੇਸ 'ਚ, ਆਪਨੇ ਕਿਆ ਐਕਸ਼ਨ ਲਿਆ। then the management decided that it is better to take preventive action rather than to invite corrective action or punitive action at a later stage। ਹੁਣੇ ਆਪਾਂ ਆਪਣੇ ਆਫਿਸਰਸ ਨੂੰ ਹੀ ਨਾ ਉਹਨਾਂ ਦੀ ਸਕਿੱਲ ਐਨਹਾਂਸ ਕਰ ਦਈਏ ਤਾਂ ਕਿ ਉਹ ਐਵੇਂ ਦੀਆਂ ਲੈਕ ਆਫ ਕਲੈਰਿਟੀ ਦੇ ਨਾਲ ਜੋ ਮਿਸਟੇਕਸ ਕਰਦੇ ਆ ਰਹੇ ਹੈ ਜਾਂ ਉਹਨਾਂ ਨੂੰ ਦੇਖਾ ਦੇਖੀ 'ਚ ਕਰ ਲਿਆ। ਕਿਸੇ ਨੇ ਪਹਿਲੇ SDO ਨੇ ਗਲਤ ਕਨੈਕਸ਼ਨ ਦੇਤੇ, ਜੋ ਅੱਗੇ ਆਉਂਦਾ ਫਿਰ ਉਹਨੂੰ ਦੇਣੇ ਪੈਂਦੇ ਹੈ ਬਿਕੋਜ਼ ਹੀ ਕੈਨ ਨਾਟ ਸਟੋਪ। ਅੱਧੀ ਕਲੋਨੀ ਦੇ ਵਿੱਚ ਕਨੈਕਸ਼ਨ ਹੋਏ ਪਏ ਆ। then there is a skill enhancement and learning for PSPCL officers and employees to reduce the violations in the field offices and to plug the revenue losses because ਜੋ NOC ਵਾਲੇ ਕੇਸਿਸ हैं डायरेक्टली ਲੱਖਾਂ ਕਰੋੜਾਂ ਦਾ ਰੈਵਨਿਊ ਸਾਨੂੰ ਆਉਣਾ ਹੈਗਾ ਔਰ ਜੋ ਪਹਿਲੇ ਕੇਸਿਸ ਹੋ ਗਏ ਆ ਉਹਦੇ ਵਿੱਚ ਆਪਣਾ ਰੈਵਨਿਊ ਕਾਫੀ ਲਾਸ ਵੀ ਹੋਇਆ। ਡਿਵੈਲਪਰਸ NOC ਲੈ ਕੇ ਵਿਦਾਊਟ ਕੰਪਲਾਇੰਸ ਛੱਡ ਕੇ ਚਲੇ ਗਏ। then what we are working on here is clarity of concept, peer learning, you form your peer groups। ਹਰ ਬੈਚ ਦਾ ਆਪਣਾ ਇੱਕ WhatsApp ਗਰੁੱਪ ਹੁੰਦਾ। they keep on asking amongst each other। ਇੱਦਾਂ ਹੀ RAs ਦਾ ਗਰੁੱਪ ਹੁੰਦਾ ਹੈ, ਜੇ ਕਿਸੇ ਨੂੰ ਨਹੀਂ ਸਮਝ ਜਾਂ ਕਿਸੇ ਨੂੰ ਸਮਝ ਹੈ ਉਹ ਦੂਜਿਆਂ ਨੂੰ ਗਾਈਡ ਕਰੋ। and it is a team effort in the field office, just a graphic of what a team office would be। ਕਿਉਂਕਿ ਕਈ ਜਗ੍ਹਾ 'ਤੇ RA ਕੁਛ ਕਹਿ ਰਿਹਾ, SDO ਨਹੀਂ ਮੰਨ ਰਿਹਾ, ਕਈ ਜਗ੍ਹਾ 'ਤੇ SDO ਆਪਣੀ ਮਰਜ਼ੀ ਨਾਲ ਕਨੈਕਸ਼ਨ ਦੇ ਕੇ ਆ ਰਿਹਾ। ਦੈਨ ਬਾਅਦ ਵਿੱਚ ਉਹਦਾ SC ਜਾ ਕੇ ਦੇਖਦਾ ਜੀ ਤੂੰ ਕਨੈਕਸ਼ਨ ਕਿਉਂ ਦਿੱਤਾ। ਦਿਸ ਸਮਥਿੰਗ ਲਾਈਕ ਦਿਸ ਹੈਪਨਡ। ਇੱਕ NOC ਵਾਲਾ ਕੇਸ ਕਲੋਨੀਜ਼ ਇਨ ਲੁਧਿਆਣਾ
देता जी कनैक्शन लगा दो, टैंपरेरी कनैक्शन लगा दो लगा दो लगा दो, बहुत ਵੱਡਾ ਕਮਰਸ਼ੀਅਲ ਪ੍ਰੋਜੈਕਟ ਬਣ ਰਿਹਾ। ਇੱਕ ਦਿਨ ਐਸਸੀ ਸਾਹਿਬ ਨੇ ਸਵੇਰੇ ਰਾਹ ਆਉਂਦੇ ਹੋਏ ਦੇਖ ਲਿਆ ਇਹ ਕੀ ਬਣ ਰਿਹਾ ਇੱਥੇ, ਕੰਸਟਰਕਸ਼ਨ ਹੋ ਰਹੀ ਹੈ, ਤਾਰ ਵੀ ਲੱਗੀ ਹੋਈ ਹੈ, ਮੀਟਰ ਕਿੰਨੇ ਲਗਾਤਾ। ਫਿਰ ਉਹ ਬੈਕ ਫਾਇਰ ਹੋ ਗਿਆ ਐਸਡੀਓ 'ਤੇ, ਕਿੰਨੇ ਲਗਾਇਆ ਹੈ ਵਿੱਚ ਹੀ ਐਕਸੀਅਨ, ਐਵੇਂ ਕਿਵੇਂ ਲਗਾਤਾ ਹੈ, ਤਾਂ ਐਨਓਸੀ ਕੇਸ ਹੈ, ਅੰਧੇ ਹੋ ਦਿਖਾਈ ਨਹੀਂ ਦਿੱਤਾ। ਉਹ ਕੁਦਰਤੀ ਫਲੈਗ ਹੈਡ ਨਾਟ ਬੀਨ ਐਕਟੀਵੇਟਿਡ, ਇਹਨਾਂ ਨੇ 4 ਦਿਨ ਪਹਿਲਾਂ ਹੀ ਮੀਟਰ ਲਗਾਇਆ ਸੀ, ਅਜੇ ਫਲੈਗ ਔਨ ਨਹੀਂ ਕੀਤਾ ਸੀ, ਨਹੀਂ ਤਾਂ ਉਹਦੀ ਰੀਡਿੰਗ ਵੀ ਸਟਾਰਟ ਹੋ ਗਈ ਹੁੰਦੀ ਸੌਫਟਵੇਅਰ 'ਚ। ਉਹ ਪੱਟ ਕੇ ਲਿਆਏ ਦੁਬਾਰਾ ਮੀਟਰ। ਦੈਨ ਦੇ ਆਸ ਦਾ ਡਿਵੈਲਪਰ ਟੂ ਅਪਲਾਈ ਫॉर ਐਨਓਸੀ, ਹੀ ਅਪਲਾਈਡ ਫॉर, ਹੁਣ ਉਹ ਅੰਡਰ ਪ੍ਰੋਸੈਸ ਹੈ। Now a definition of the colony as per Papra Act and its amendments. Papra Act ਦੇ ਵਿੱਚ colony ਦੀ definition ਇਸ ਤਰ੍ਹਾਂ ਲਿਖੀ ਗਈ ਹੈ ਜੀ, colony means an area of land not less than 1000 square meters divided or proposed to be divided by way of registered sale or through lease or transfer of physical possession of plots or apartment building for residential, commercial or industrial purposes. It could be cyber city, cyber park, flats, group housing ਦੀ ਫਾਰਮ 'ਚ। ਬਟ ਉਸ ਕੰਡੀਸ਼ਨਸ ਇਹ ਹੈ ਕਿ ਡਜ਼ ਨਾਟ ਇਨਕਲੂਡ ਐਨੀ ਏਰੀਆ ਆਫ ਆਬਾਦੀ ਦੇ ਆਫ ਅ ਵਿਲੇਜ ਫॉलिंग ਇਨਸਾਈਡ ਲਾਲ ਲਕੀਰ ਔਰ ਫਿਰਨੀ। ਲਾਲ ਲਕੀਰ ਤੋਂ ਹਮੇਸ਼ਾ ਬਾਹਰ ਹੋਏਗੀ, ਲਾਲ ਲਕੀਰ ਦੇ ਅੰਦਰ ਦੀ ਡੈਫੀਨੇਸ਼ਨ ਦੇ ਵਿੱਚ ਕॉलोनी ਨਹੀਂ ਆਉਂਦੀ ਐਜ਼ ਪਰ ਦਿਸ ਐਕਟ। ਨਾਓ ਕॉलोनीज ਆਰ ਬੇਸਿਕਲੀ ਆਫ 2 types। ਇੱਕ ਤਾਂ approved colonies हैं, those which have been approved under the Papra Act. Approval is at the initial stage, ਜਦੋਂ ਬੰਦੇ ਐਗਰੀ ਲੈਂਡ ਨੂੰ ਕਨਵਰਟ ਕਰਵਾਉਂਦੇ हैं, CLU ਕਰਵਾਉਂਦੇ हैं for residential or commercial purpose. At that stage they approach the licensing authority कि we have this chunk of land and ਅਸੀਂ ਇਸ 'ਤੇ colony develop ਕਰਨੀ ਚਾਹੁੰਦੇ ਹਾਂ। ਜੋ ਹੁਣ ਉਹਨੂੰ ਲਾਇਸੈਂਸ ਇਸ਼ੂ ਹੋਏਗਾ ਲਾਇਸੈਂਸਿੰਗ ਅਥਾਰਟੀ ਤੋਂ, ਉਹਦੇ ਵਿੱਚ ਬਾਕੀ ਸਾਰੀ ਕੰਡੀਸ਼ਨਸ ਦੇ ਨਾਲ ਨਾਲ ਇੱਕ ਕੰਡੀਸ਼ਨ ਪਾ ਦਿੱਤੀ ਜਾਂਦੀ ਹੈ ਕਿ ਜੋ ਡਿਵੈਲਪਰ ਹੈਗਾ ਉਹ ਆਪਣੀ ਕॉलोनी ਨੂੰ ਡਿਵੈਲਪ ਕਰਨ ਲਈ ਅਲੱਗ-ਅਲੱਗ ਡਿਪਾਰਟਮੈਂਟਸ ਤੋਂ NOC ਲੈ ਕੇ ਆਏਗਾ ਐਂਡ ਵਨ ਆਫ ਦੋਜ਼ ਡਿਪਾਰਟਮੈਂਟਸ ਇਜ਼ PSPCL ਆਲਸੋ। ਦ ਅਦਰ ਟਾਈਪ ਆਫ ਕॉलोनी ਇਜ਼ ਜੋ ਇਹ ਤੁਹਾਡੀ ਅਨਆਥੋਰਾਈਜ਼ਡ ਔਰ ਇਲੀਗਲ ਕॉलोनी। unapproved, unauthorized, illegal, one and the same thing. ਇਹ colonies without approval, without authorities ਨੂੰ ਦੱਸੇ ਚੋਰ ਮੋਰੀ ਰਾਹੀਂ ਕਿੱਲਾ ਕੱਟ ਕੇ ਪਲਾਟ ਵੇਚ ਕੇ ਬੰਦਾ ਚਲਾ ਜਾਂਦਾ ਹੈਗਾ ਐਂਡ ਰੈਜ਼ੀਡੈਂਟਸ ਆਰ ਲੈਫਟ ਟੂ ਸਫਰ। ਹੁਣ ਜੇ ਐਸੀ ਕੁਛ ਸਿਆਣਾ ਬੰਦਾ ਹੋਏ ਜੋ ਇਲੀਗਲ ਕॉलोनी ਕੱਟ ਕੇ ਡਿਵੈਲਪਰ ਆਪ ਆ ਜਾਏ ਗਵਰਨਮੈਂਟ ਏਜੰਸੀ ਕੋਲ ਕਿ ਆਈ ਵਾਂਟ ਟੂ ਗੈਟ ਇਟ ਰੈਗੂਲਰਾਈਜ਼ਡ, then he would pay the fees ਜੋ necessary ਹੈਗੀਆਂ ਉਹ ਪੇ ਕਰਕੇ he will get a certificate for unauthorized regularized colony. This regularization is done as per the regularization policy of Punjab government housing and urban development. ਲੇਟੈਸਟ ਪਾਲਿਸੀ ਆਈ ਸੀ ਸਾਨੂੰ 2018 ਦੇ ਵਿੱਚ, 18 ਅਕਤੂਬਰ 2018 ਵਾਲੀ ਪਾਲਿਸੀ ਆਈ ਸੀ। ਇਹਦੇ ਵਿੱਚ ਕੀ ਹੁੰਦਾ ਜੀ, ਜੋ ਅਥਾਰਟੀਜ਼ ਹੈ ਦੇ ਕੈਨ ਕਲਾਸੀਫਾਈ ਦੀ ਕॉलोनी, ਉਹਦੇ ਉਹਨਾਂ ਦਾ ਇੱਕ ਕ੍ਰਾਈਟੀਰੀਆ ਬਣਾਇਆ ਹੋਇਆ ਹੈ ਅਪ ਟੂ 25% ਇਨ ਪਲਾਟ ਸੋਲਡ, ਦੈਨ ਅਪ ਟੂ 50% ਸੋਲਡ, ਦੈਨ ਅਪ ਟੂ 75% ਸੋਲਡ, ਇਸ ਤਰ੍ਹਾਂ ਕਰ ਕਰਕੇ। ਇਫ ਦ ਕॉलोनी ਐਟ ਦੀ ਟਾਈਮ ਆਫ ਸੀਕਿੰਗ ਰੈਗੂਲਰਾਈਜੇਸ਼ਨ falls under the first category कि up to 25% of the plots ही sold ਹੋਏ हैं, बेचे गए हैं, उस केस 'ਚ ਰੈਗੂਲਰਾਈਜੇਸ਼ਨ ਸਰਟੀਫਿਕੇਟ ਦੇ ਵਿੱਚ ਕੰਡੀਸ਼ਨ ਪਾ ਦਿੱਤੀ ਜਾਂਦੀ ਹੈ ਕਿ ਤੁਸੀਂ ਐਜ਼ ਅ ਡਿਵੈਲਪਰ ਇਸ ਕॉलोनी ਦੇ ਲਈ NOC ਲੈਣ ਦੇ ਪਾਬੰਦ ਹੋਵੋਗੇ। ਇਹ ਜੇ ਉਹਦੇ ਅਪ ਟੂ 25% ਪਲਾਟ ਸੋਲਡ ਹੋਏ ਹੈ ਤਾਂ ਫਿਰ ਉਸ ਡਿਵੈਲਪਰ ਦੇ ਉੱਤੇ ਐਜ਼ ਆ ਲਾਇਸੈਂਸਡ ਕॉलोनी ਦੇ ਪੈਰਲਲ ਸਾਰੀ ਕੰਡੀਸ਼ਨਸ ਲਗਾ ਦਿੰਦੇ ਹੈ। ਤੂੰ EDC ਭਰਾਏਗਾ, ਲਾਇਸੈਂਸ ਫੀ, SIF, ਇੰਫਰਾਸਟਰਕਚਰ ਡਿਵੈਲਪਮੈਂਟ ਫੰਡ ਐਂਡ ਆਲ ਦੈਟ, ਸਾਰੇ ਫੰਡਸ ਭਰਾਏਗਾ, ਆ ਤੈਨੂੰ ਇਸ਼ੂ ਕਰ ਰਹੇ ਰੈਗੂਲਰਾਈਜੇਸ਼ਨ ਸਰਟੀਫਿਕੇਟ ਐਂਡ ਯੂ ਆਰ ਬਾਊਂਡ ਟੂ ਗੈਟ NOC ਫਰੋਮ different departments including PSPCL. ਬੇਸਿਕਲੀ ਦੋਜ਼ ਆਰ ਪਲਾਟਸ। ਫਲੈਟਸ ਤਾਂ ਬਾਅਦ 'ਚ ਬਣਦੇ ਹੁੰਦੇ ਜਾਂ ਜੋ ਤੁਹਾਡਾ ਪਲਾਟ ਹੈ ਉਹਦੇ ਉੱਪਰ ਗਰੁੱਪ G+2 ਇੱਦਾਂ ਬਣਾਉਂਦੇ ਹੁੰਦੇ ਆ। ਹੁਣ ਮੋਸਟਲੀ ਅਗਰ ਤੁਸੀਂ 25% ਤੋਂ ਜ਼ਿਆਦਾ ਇਨਵੈਂਟਰੀ ਸੇਲ ਆਊਟ ਕਰਕੇ ਜਾਓਗੇ ਅਥਾਰਟੀਜ਼ ਕੋਲ,
ਫਿਰ ਉਹ ਤੁਹਾਡੇ ਵਿੱਚ ਕੰਡੀਸ਼ਨ ਨਹੀਂ ਪਾਉਣਗੇ ਦੈਨ ਉਹਨੂੰ ਤੁਹਾਨੂੰ NOC ਲੈਣ ਦੇ ਲਈ ਪਾਬੰਦ ਨਹੀਂ ਵਾਲੀ ਉਹ ਕੰਡੀਸ਼ਨ ਨਹੀਂ ਪਾਏਗਾ ਕਿ ਤੁਸੀਂ NOC ਲੈਣ ਲਈ ਪਾਬੰਦ ਹੋਵੋਗੇ। ਬਟ ਦੇਰ ਆਰ ਸਮ ਅਦਰ ਕੇਸਿਸ ਜੇ ਡਿਵੈਲਪਰ ਆਪ ਆਪਣੀ ਮਰਜ਼ੀ ਨਾਲ ਵੀ NOC ਲੈਣ ਆਉਂਦਾ, ਵੀ ਡੋਂਟ ਡਿਨਾਈ, ਵੀ ਗ੍ਰਾਂਟ ਹਿਮ NOC। ਜੇ ਕੋਈ ਰੈਗੂਲਰਾਈਜ਼ ਕॉलोनी ਵਾਲਾ ਡਿਵੈਲਪਰ ਹੈ, ਉਹ ਆਪਣਾ LD ਸਿਸਟਮ ਖੁਦ ਅੱਛਾ ਜਾਂ CSS ਲਗਾਉਣਾ ਚਾਹੁੰਦਾ ਹੈ ਜਾਂ ਸਮਥਿੰਗ ਲਾਈਕ ਦੈਟ, ਉਹ ਆਪਣੀ ਮਰਜ਼ੀ ਨਾਲ ਵੀ ਸਾਡੇ ਤੋਂ NOC ਲੈ ਸਕਦਾ ਹੈ। ਬਟ ਦੇਰ ਇਜ਼ ਵਨ ਕੰਡੀਸ਼ਨ, NOC ਗ੍ਰਾਂਟ ਹੋਣ ਤੋਂ ਬਾਅਦ ਦੇਰ ਇਜ਼ ਨੋ ਬੈਕਡੋਰ, ਫਿਰ ਤੁਹਾਨੂੰ NOC ਦੀ ਕੰਪਲਾਇੰਸ ਕਰਨੀ ਹੀ ਪਏਗੀ। ਕਨੈਕਸ਼ਨਸ ਤਾਂ ਹੀ ਦਿੱਤੇ ਜਾਣਗੇ ਵਨਸ ਯੂ ਮੇਕ ਕੰਪਲਾਇੰਸ ਵਿਦ ਦੈਟ NOC। ਇਹ ਤੁਸੀਂ ਆਪਣੀ ਮਰਜ਼ੀ ਨਾਲ ਲਿਆ ਹੈ ਦੈਨ ਨਿਭਾਉਣਾ ਵੀ ਪਏਗਾ। ਦੈਨ ਗਵਰਨਿੰਗ ਇੰਸਟਰਕਸ਼ਨਸ ਬੇਸਿਕਲੀ ਇਹ ਜੋ ਮੀਬੋ ਨੰਬਰ ਲੇਟੈਸਟ ਆਇਆ ਹੈ, ਇਸ ਦੇ ਵਿੱਚ ਸਾਰੀ ਕॉलोनीज़ ਵਾਸਤੇ ਜਿਸ ਮਰਜ਼ੀ ਤਰ੍ਹਾਂ ਦੀ ਕॉलोनी ਹੋਏ ਵੀ ਹੈਵ ਇੰਸਟਰਕਸ਼ਨਸ ਫॉर ਆਲ। ਹੁਣ ਜਿਹੜੀ ਕੋਈ ਅਨਆਥੋਰਾਈਜ਼ਡ ਰੈਗੂਲਰਾਈਜ਼ਡ ਕॉलोनीज़ ਹੈ, ਅਨਆਥੋਰਾਈਜ਼ਡ ਰੈਗੂਲਰਾਈਜ਼ਡ ਮੀਨਸ ਦਿਸ, ਉਹਨਾਂ ਦੇ ਵਿੱਚ ਜਿੱਥੇ ਮੈਂਡੇਟਰੀ ਕੰਡੀਸ਼ਨ ਫॉर ਸੀਕਿੰਗ NOC ਨਹੀਂ ਪਾਈ ਗਈ, ਉਹਦੇ ਵਿੱਚ ਕਿੱਦਾਂ ਕਰਨਾ ਹੈ ਜੀ? ਇਲੈਕਟ੍ਰਿਸਿਟੀ ਕਨੈਕਸ਼ਨ ਸ਼ੈਲ ਬੀ ਰਿਲੀਜ਼ਡ ਬਾਈ PSPCL from its own electrical infrastructure in such colonies. Electricity connection shall be released after applicant, developer or RWA submits any one of the following. ਜਿਹੜੀ ਤਾਂ ਜੀ ਕॉलोनी ਰੈਗੂਲਰਾਈਜ਼ ਹੋ ਗਈ ਹੈ, ਉਹਦੇ ਕੋਲ ਕॉलोनी ਦਾ ਵੀ ਇੱਕ ਰੈਗੂਲਰਾਈਜੇਸ਼ਨ ਸਰਟੀਫਿਕੇਟ ਹੋਊਗਾ ਜਾਂ NOC ਹੋਊਗਾ, ਇਤਰਾਜ਼ਹੀਨਤਾ ਫਰੋਮ ਦਾ ਕੰਸਰਨਡ ਲੋਕਲ ਗਵਰਨਮੈਂਟ ਔਰ ਦੀ ਲਾइसेंसिंग ਅਥਾਰਟੀ, ਜਾਂ ਫਿਰ ਕॉलोनी ਦਾ ਨਕਸ਼ਾ ਪਾਸ ਹੋਏਗਾ ਫॉर द कॉलोनी इटसेल्फ। और अदरवाइज जे कॉलोनी वास्ते ये चीज़ां नहीं हैं और कल्ला प्लॉट होल्डर अपने प्लॉट वास्ते ये चीज़ां तिन्नां विचों कोई एक चीज़ लैके आंदा, आपां उस प्लॉट नूं भी कनैक्शन दे देना हैगा। ये कनैक्शनस होणगे अपने सर्विस कनैक्शन चार्जिस लैके। और दूसरी चीज़, in case developer has installed a partial or complete LD system without obtaining NOC from PSPCL, क्योंकि ये कई रेगुलराइज कॉलोनीज़ वाले ऐदा करते रहे पहला, वो मतलब अपने हाई फाई दिखाने दे लिए अंडरग्राउंड केबलिंग पा लैनी, ये वो अच्छा जा बाहरों एस्थेटिक्स दिखाने वास्ते। Then PSPCL shall take over the already installed LD system after satisfactory verification of the same, that is as per the PSPCL standards। और इधर AEE and concerned action will go and check for the system, but ये लगे लगाए सिस्टम ਦਾ ਕੋਈ ਕ੍ਰੈਡਿਟ ਅਸੀਂ ਡਿਵੈਲਪਰ ਨੂੰ ਨਹੀਂ ਦੇਣਾ, ਐਂਡ ਫਰਦਰ ਜਿਹੜੇ ਹੋਰ ਕਨੈਕਸ਼ਨ ਦੇਣੇ ਉਹ ਇਸ ਸਿਸਟਮ ਤੋਂ ਨਹੀਂ ਦੇਣੇ। ਆਪਣਾ ਬੈਲੈਂਸ ਵਰਕਸ GSC ਦੇ ਵਿੱਚ ਆਪਣੇ ਸਮਾਨ ਲਗਾ ਕੇ ਸਰਵਿਸ ਕਨੈਕਸ਼ਨ ਚਾਰजेस ਲੈ ਕੇ ਫਿਰ ਦੇਣਾ ਹੈ ਕਨੈਕਸ਼ਨਸ। ਜੋ ਇਹਨੇ ਲਗਾਤਾ ਸੋ ਲਗਾਤਾ, बट नवे होर जिथे LD सिस्टम नहीं लग्या होया या बैलेंस वर्क्स है वो PSPCL खुद लगाएगा। However, in case developer of such colony comes forward on its own for seeking NOC, then PSPCL shall grant NOC for the same, and connectivity shall be given as per terms and conditions of PSPCL NOC। And if it is a NOC case ਦੇ ਵਿੱਚ service connection charges नहीं ਲਏ ਜਾਂਦੇ हैं ਐਪਲੀਕੈਂਟਸ ਤੋਂ, ਬਿਕੋਜ਼ ਹੁਣ ਤੁਸੀਂ ਸਪਲਾਈ ਕੋਡ ਦੇ ਵਿੱਚ ਚੈਪਟਰ 9 ਹੈ, ਉਹਦੇ ਵਿੱਚ ਪੜ੍ਹੋਗੇ ਸਰਵਿਸ ਕਨੈਕਸ਼ਨ ਚਾਰजेस ਦੀ ਡੈਫੀਨੇਸ਼ਨ ਹੈ ਕਿਉਂ ਲਏ ਜਾਂਦੇ ਹੈ। ਇਟ ਇਜ਼ ਬੇਸਿਕਲੀ ਟੂ ਵੇਅਰ ਐਵਰ टूल और प्लांट और लाइन इज़ टू बी एक्सटेंडेड फॉर प्रोवाइडिंग इलैक्ट्रिसिटी सप्लाई, ਉਹਦੇ ਜੋ ਖਰਚਾ ਹੋਣਾ ਹੈ ਦੈਟ ਅਸੀਂ ਸਰਵਿਸ ਕਨੈਕਸ਼ਨ ਚਾਰजेस ਦੇ ਰੂਪ ਦੇ ਵਿੱਚ ਬੰਦੇ ਤੋਂ ਲੈ ਰਹੇ ਹਾਂ। ਹੁਣ ਇਸ ਕੇਸ ਜਿੱਥੇ NOC ਵਾਲਾ ਕੇਸ ਹੁੰਦਾ ਹੈ ਉੱਥੇ ਤੁਹਾਡਾ LD ਸਿਸਟਮ ਹੈ ਜੋ ਉਹ ਡਿਵੈਲਪਰ ਨੇ ਬਣਾਉਣਾ, ਮੇਰੇ ਪਰਵਿਊ 'ਚ ਨਹੀਂ ਹੈ। ਇਟ ਇਜ਼ ਬੇਸਿਕਲੀ NOC ਕਾਹਦਾ NOC ਹੈ ਜੋ ਇੱਕ ਡਿਵੈਲਪਰ PSPCL ਤੋਂ ਲੈ ਰਿਹਾ ਹੈ ਇੱਕ नो ऑब्जैक्शन सर्टिफिकेट। कादा नो ऑब्जैक्शन कि मैं अपनी कॉलोनी दे अंदर अपना इंटरनल इलैक्ट्रीफिकेशन अपना लोकल डिस्ट्रीब्यूशन सिस्टम इंस्टॉल कर लवां, हाँ जी कर लो, पर केड़ियां शर्तां? मेरियां शर्तां मेरे अप्रूव्ड लेआउट दे अनुसार, उस दे विच जो समान लगाओगे मेरे अप्रूव्ड वेंडर्स दा होएगा।
एंड जो ट्रांसफॉर्मर्स हैं बिकॉज इट इज़ द कॉस्टलीस्ट एंड द मोस्ट इंपॉर्टेंट आइटम, वो तुसी मेरे अप्रूव्ड वेंडर तो लोगे या तो मेरे स्टोर तो लोगे, एंड इट शुड बी इंस्पैक्टेड बाय PSPCL and cleared by CEI before its energization. For the other part is for those unauthorized regularized colonies where mandatory condition for seeking NOC has been incorporated in the regularization certificate. ਉਹਦੇ ਵਿੱਚ ਕਨੈਕਸ਼ਨ ਕਿਵੇਂ ਦੇਣੇ ਆ? Electricity connection shall be released by PSPCL after developer obtains NOC from PSPCL and makes compliance to its terms and conditions. वही सेम चीज़ जो मैं पहले एक्सप्लेन करी है, ये ਤੁਹਾਡਾ जो है NOC वाले केस ਦੇ ਵਿੱਚ सर्विस कनैक्शन चार्जेस नहीं ਲੈਣੇ। ਉਸ ਤੋਂ ਬਾਅਦ थर्ड पार्ट इज़ release of electricity connections in unapproved unauthorized colonies. the first one ਜਿੱਥੇ ਬੰਦੇ ਨੇ illegal ਤਰੀਕੇ ਨਾਲ ਐਗਰੀ ਲੈਂਡ ਦੇ ਉੱਪਰ ਪਲਾਟਸ ਕੱਟ ਕੇ ਵੇਚ ਕੇ ਚਲਾ ਗਿਆ, ਉਹਦੇ ਵਿੱਚ ਕਨੈਕਸ਼ਨਸ ਲੈਣੇ ਹੈ ਜੋ ਤੁਹਾਡਾ ਜਾਂ ਤਾਂ ਉਹ ਕਾਲਨੀ ਦੀ ਰੈਗੂਲਰਾਈਜੇਸ਼ਨ ਹੋਵੇ, ਅਪਰੂਵਡ ਲੇਆਊਟ ਪਲਾਨ ਹੋਵੇ, NOC ਹੋਵੇ ਫॉर द इंडिविजुअल प्लॉट बिल्डिंग issued by the concerned authority or licensing authority to the applicant. एंड इस केस ਆਪਾਂ ਨੇ सर्विस कनैक्शन चार्जेस लैके कनैक्शन देने हैं। सारा उधर से हो, इट्स ऑल डन। जी हाँ जी ओके जी नहीं सर देखो NOC वाली कॉलोनी होएगी तो ਉਹਦਾ टोटल नक्शा एक मुश्त पास होया होगा, फिर जो उस नक्शे ਦੇ ਵਿੱਚ ਆਉਂਦਾ ਉਹ ਤਾਂ NOC 'ਚ ਹੀ ਟਰੀਟ ਹੋਊਗਾ। ਜੋ ਉਸ ਨਕਸ਼ੇ ਤੋਂ ਬਾਹਰ ਹੈ, ਪਹਿਲਾਂ ਸਾਡਾ ਕਨਸੈਪਟ ਸੀ ਕੌਂਟੀਗੂਅਸ ਕਾਲਨੀਜ਼ ਦਾ, ਜਿਵੇਂ ਬਰਨਾਲਾ ਦੇ ਵਿੱਚ ਮਹੇਸ਼ ਸਿਟੀ ਨੂੰ ਆਪਾਂ ਉਹ ਕਹਿਤਾ ਆ ਤੇਰੀ ਮੇਨ ਕਾਲਨੀ ਦੇ ਨਾਲ ਕੌਂਟੀਗੂਅਸ ਹੈ, ਇਕੱਠਾ ਕਰਕੇ ਇੱਕ NOC ਲਓ। ਹੁਣ ਆਪਾਂ ਨੇ ਜਦੋਂ ਤੋਂ 11th ਅਮੈਂਡਮੈਂਟ ਆਈ ਹੈ 8/9/22 ਤੋਂ, ਕਮਿਸ਼ਨ ਨੇ ਕਲੀਅਰ ਕਰਤਾ ਕਿ ਕੌਂਟੀਗੁਇਟੀ ਦਾ ਕਨਸੈਪਟ ਖਤਮ ਕਰਤਾ। ਪਹਿਲਾਂ ਕੀ ਹੁੰਦਾ ਸੀ, ਜਦੋਂ ਸਪਲਾਈ ਕੋਡ ਅਪ ਟੂ 10th ਅਮੈਂਡਮੈਂਟ ਸੀ, ਉਹਦੇ ਵਿੱਚ ਇੱਕ ਕਲੌਜ਼ ਸੀ 671D, ਜੇ ਕਾਲਨੀ ਦਾ ਲੋਡ 4000 KVA ਤੋਂ ਉੱਪਰ ਚਲਾ ਗਿਆ ਤਾਂ ਗ੍ਰਿਡ ਦੀ ਕੰਸਟਰਕਸ਼ਨ ਕਰਨੀ ਹੈ, ਤੁਹਾਡੇ 'ਤੇ ਸਿਸਟਮ ਲੋਡਿੰਗ ਚਾਰजेस ਪੈਣਗੇ। ਉਹ ਚੀਜ਼ ਹੁਣ ਕਮਿਸ਼ਨ ਨੇ ख़त्म करती। ਉਹਨਾਂ ਨੇ कहता कि इरिस्पैक्टिव ऑफ द एस्टिमेटेड लोड ऑफ द कॉलोनी ਤੁਸੀਂ ਕਨੈਕਟੀਵਿਟੀ ਚਾਰजेस ਐਂਡ ਸਿਸਟਮ ਲੋਡਿੰਗ ਚਾਰजेस ਹੁਣ ਸਾਰਿਆਂ ਤੋਂ ਲੈਣੇ ਹੈ। ਇਸ 'ਚ ਫਿਰ ਜਾਂ ਉਹ 4 ਕਲੋਨੀਆਂ ਇਕੱਠੀਆਂ ਕਰਕੇ ਇੱਕ NOC ਲੈ ਲਵੇ, ਜਾਂ 4 ਕਲੋਨੀਆਂ ਕੌਂਟੀਗੂਅਸ ਹੋਣ ਦੇ ਬਾਵਜੂਦ ਆਪਦਾ NOC ਲੈ ਲੈਣ, ਵਨ ਐਂਡ ਦਾ ਸੇਮ ਥਿੰਗ, ਕਿਉਂਕਿ ਹੁਣ ਅੱਜ ਦੀ ਡੇਟ ਦੇ ਵਿੱਚ SLC ਸਾਰਿਆਂ 'ਤੇ ਹੀ ਪੈਣੇ। ਹਾਂਜੀ ओके सर देखो ओ वाले 2 प्लॉट जो रह गए हैं, आइदर ही शुड टेक द रिवाइज NOC ऑफ द कॉलोनी जे एरिया वध गया, कॉलोनी अगे एक्सपैंड हुई है, क्योंकि इदा सर नहीं होंदा कि 2 प्लॉट रह के ते 8 प्लॉटां दा उन्हें NOC ले लिया, क्योंकि जिहड़ा नक्शा पास होया कॉलोनी का वो टोटैलिटी विच पास होंदा इन्ने किले या जिन्ना भी एरिया हैगा, उस तो अगे जे कोई नवा प्लॉट ऐड होंदा है फ्यूचर च, आई विल आस्क हिम टू सीक द रिवाइज्ड NOC। सर वो मेरे कोल जे अपनी मर्जी नाल रैगूलराइज वाली कॉलोनी सी और पहला उन्हें NOC ले लिया, बाद विच होर नवे प्लॉट्स आ गए, अज दी डेट दे विच वो 2 नवे प्लॉटां नूं बिजली बोर्ड दा NOC लैण दी लोड़ नहीं है, उन्होंने इस तरह कनैक्शन हो जाएंगे क्योंकि वो एक रैगूलराइज कॉलोनी है। सर जेड़ा आपां सिस्टम लग्या होया वंस हैंडिड ओवर आई कैन एक्सटेंड दैट। ओके सर वो अलग तो जे आ रहे हैं तो वो फिर अलग ट्रीट होणगे जी, उन्होंने GSC च कनैक्शन देने हैं, क्योंकि वो मेरी NOC वाली कॉलोनी का पार्ट नहीं है।
ਉਹ ਅਲੱਗ ਟਰੀਟ ਹੋਏਗਾ। ਹਾਂਜੀ। ਹੂੰ। ਕੋਈ ਚੱਕਰ ਨਹੀਂ ਹੈ ਉਹਦੇ, ਉਹ ਵੀ ਡੋਂਟ ਨੋ ਕਿ ਉਹਨੇ ਸਾਨੂੰ ਤਾਂ ਨਹੀਂ ਦੱਸਿਆ ਨਾ ਕਿ ਮੈਂ ਕੀ ਹਾਂ। ਤਾਂ ਹੀ ਅੱਜ ਕੱਲ੍ਹ ਬਹੁਤ ਧਿਆਨ ਨਾਲ ਫਸਟ ਕਨੈਕਸ਼ਨ ਕਿਧਰੇ ਵੀ ਤੁਹਾਨੂੰ ਡਾਊਟ ਲੱਗਦਾ ਹੈ ਸਾਰਾ ਵੈਰੀਫਾਈ ਕਰਨ ਤੋਂ ਬਾਅਦ ਹੀ ਦਿਓ। ਉਹ ਤਾਂ ਜੇ ਉਹਦੇ ਬਾਅਦ 'ਚ ਲਿਖਿਆ ਆ ਗਿਆ ਕਿ ਤੂੰ NOC ਲਏਗਾ ਫਿਰ ਠੀਕ ਹੈ, ਤੁਸੀਂ ਟੈਕਨੀਕਲ ਪ੍ਰਪੋਜ਼ਲ 'ਚ ਲਿਖੋਗੇ ਜੀ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਇੱਕ ਦੋ ਘਰ ਬਣੇ ਸੀ ਉਹਨਾਂ ਨੇ ਸਾਡੇ ਤੋਂ ਕਨੈਕਸ਼ਨ ਲਏ ਹੋਏ ਆ ਬਿਕੋਜ਼ ਦਿਸ ਇਜ਼ ਅ ਰੈਗੂਲਰਾਈਜ਼ ਕਾਲਨੀ ਕਰਕੇ। ਇਹਦਾ ਇਹ ਵਾਲੀ ਜੋ ਰੈਗੂਲਰਾਈਜੇਸ਼ਨ ਸਰਟੀਫਿਕੇਟ ਹੈ ਬਾਅਦ ਵਿੱਚ ਆਇਆ, ਥੀਸ ਕਨੈਕਸ਼ਨ ਹੈਵ ਬੀਨ ਰਿਲੀਜ਼ ਅਰਲੀਅਰ। ਜੀ ਹਾਂਜੀ ਸਰ ਦੇਖੋ ਬੇਸਿਕਲੀ NOC ਲੈਣ ਲਈ ਉਹ ਇੱਕ ਅਥਾਰਟੀ ਤੋਂ ਉਹਨੂੰ ਅਪਰੂਵਲ ਹੋਣਾ ਚਾਹੀਦਾ। ਹੁਣ ਪਿੰਡਾਂ ਦੇ ਵਿੱਚ ਇਹ ਕੋਈ ਲੈਂਦਾ ਨਹੀਂ ਹੈ, ਇੱਕ ਲਾਈਨ 'ਚ ਹੀ ਸ਼ਾਪਸ ਬਣਾਤੀਆਂ ਅਤੇ ਉਹ ਵਿਦਆਊਟ ਦੋਜ਼ ਡਾਕੂਮੈਂਟਸ ਆਪਾਂ NOC ਪ੍ਰੋਸੈਸ ਵੀ ਨਹੀਂ ਕਰ ਪਾਵਾਂਗੇ। ਦੈਟ ਇਜ਼ ਦਾ ਇਸ਼ੂ। ਹਾਂ ਨਹੀਂ ਬਣ ਗਿਆ ਬਟ ਦੇਖੋ ਹੁਣ ਜੇ ਉਹ ਫॉल्स ਅੰਡਰ ਦੀ ਡੈਫੀਨੇਸ਼ਨ ਆਫ ਕਾਲਨੀ 1000 ਸਕੁਆਇਰ ਮੀਟਰ ਘੱਟੋ ਘੱਟ ਇੱਕ ਮੁਸ਼ਤ ਏਰੀਆ ਹੈਗਾ, ਉਸ ਤਰੀਕੇ ਨਾਲ ਜੇ ਕਾਲਨੀ ਦੀ ਡੈਫੀਨੇਸ਼ਨ 'ਚ ਆਉਂਦਾ ਹੁਣ, ਲੇਕਿਨ ਪਿੰਡ ਦੇ ਅੰਦਰ ਆਉਂਦਾ, ਲਾਲ ਲਕੀਰ ਦੇ ਅੰਦਰ ਆਉਂਦਾ, ਫਿਰ ਉਹ ਕਾਲਨੀ ਦੀ ਡੈਫੀਨੇਸ਼ਨ 'ਚ ਨਹੀਂ ਆਉਂਦਾ। ਜੀ ਹਾਂਜੀ ਸਰ। ਸਰ ਯੈਸ, ਜੇ 2 ਦੁਕਾਨਾਂ ਨਹੀਂ 5-6 ਦੁਕਾਨਾਂ ਤਾਂ ਹੋ 1000 ਮੀਟਰ ਦੇ ਵਿੱਚ ਤਾਂ ਪੂਰਾ ਸ਼ਾਪਿੰਗ ਕੰਪਲੈਕਸ ਬਣ ਜਾਏਗਾ। ਹਾਂਜੀ ਹਾਂਜੀ ਹਾਂਜੀ। ਨਹੀਂ ਸਰ ਦੇਖੋ ਇਟ ਡਿਪੈਂਡਸ ਕਿ ਇੱਕ ਪ੍ਰੈਮਿਸਿਸ ਦੇ ਵਿੱਚ ਕਿੰਨੇ ਕਨੈਕਸ਼ਨਸ, 2-3 ਨੂੰ ਤਾਂ ਇੱਦਾਂ ਉਹ ਸ਼ਾਪਿੰਗ ਕੰਪਲੈਕਸ ਟਾਈਪ ਬਣਾਏਗਾ, ਮਾਲ ਟਾਈਪ ਬਣਾਏਗਾ, ਦੈਨ NOC ਇਜ਼ ਰਿਕਵਾਇਰਡ। 2-3 ਕੱਲੀ ਸ਼ਾਪਸ ਖੋਲ੍ਹ ਕੇ ਉਹਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਕੁਛ ਹੈਗਾ ਕਿ ਘੱਟੋ ਘੱਟ ਮੇਰੇ ਖਿਆਲ 6 ਜਾਂ 10 ਸ਼ਾਪਸ ਦਾ ਕੁਛ ਕ੍ਰਾਈਟੀਰੀਆ ਹੈਗਾ ਜੇ ਉਹ ਇੱਕ ਲਾਈਨ 'ਚ ਵੀ ਬਣੀਆਂ ਹੋਈਆਂ, ਜੇ ਉਹਨੂੰ NOC ਵਾਸਤੇ ਉਹ ਕਰਨਾ। ਸਰ ਉਹ ਪੰਜਾਬ ਗਵਰਨਮੈਂਟ ਦੇ ਕੁਝ ਬਿਲਡਿੰਗ ਬਾਈਲਾਜ਼ ਦੇ ਵਿੱਚ ਹੈਗਾ ਸਰ, ਆਪਣੇ ਨਹੀਂ ਹੈ। ਯੈਸ ਮੈਮ, ਉਹ ਵਾਲੇ ਪਲਾਟਸ ਨੂੰ ਆਪਾਂ ਇਨਕਲੂਡ ਨਹੀਂ ਕਰਨਾ। ਅੱਛਾ ਆਲ ਦੋਜ਼ RAs ਕਾਈਂਡਲੀ ਲਿਸਨ, ਜਿੰਨੇ ਵੀ ਬੈਠੇ ਹੈ, ਜੋ NOC ਹੁੰਦਾ ਹੈ ਤੁਹਾਡੇ ਕੋਲ ਇੱਕ ਅਪਰੂਵਡ ਲੇਆਊਟ ਪਲਾਨ ਆਫ ਦਾ ਕਾਲਨੀ ਨਾਲ ਆਂਦਾ ਹੈ ਕਿ ਨਹੀਂ ਕੰਸਰਨ ਸਬ ਡਿਵੀਜ਼ਨ 'ਚ। ਮੈਮ ਯੂ ਨੀਡ ਟੂ ਆਸਕ ਅਸ ਦੈਨ ਕਿ ਮੈਨੂੰ ਦੇ ਦਿਓ। ਸਾਡੇ ਕੋਲ ਜਿਹੜਾ ਵੀ ਹੋਏਗਾ ਚਾਹੇ ਅਨਸਟੈਂਪਡ ਫਰੋਮ ਦੀ ਕੰਸਰਨ XC&SC ਔਰ ਟਰਾਈ ਟੂ ਗੈਟ ਇਟ ਫਰੋਮ ਯੋਰ ਸਰਕਲ ਆਫਿਸ, ਕਿਉਂਕਿ ਉਹ ਜ਼ਰੂਰੀ ਹੈ। ਤੁਸੀਂ ਇੱਕ A&A ਫਾਰਮ ਐਕਸੈਪਟ ਕਰ ਲਿਆ ਔਰ ਬਾਅਦ ਵਿੱਚ ਪੈਸੇ ਵੀ ਭਰਾ ਲਏ, ਦੈਨ ਯੂ ਲੇਟਰ ਔਨ ਫਾਈਂਡ ਆਊਟ ਕਿ ਕਾਲਨੀ ਦੇ ਵਿੱਚ ਤਾਂ 150 ਪਲਾਟਸ ਹੈ, ਇਹ ਤਾਂ ਹਾਊਸ ਨੰਬਰ 165 ਹੈ, ਇਹ ਤਾਂ ਹੈ ਹੀ ਨਹੀਂ ਨਕਸ਼ੇ ਵਿੱਚ, ਇਹਨੂੰ ਕਨੈਕਸ਼ਨ ਕਿਵੇਂ ਦੇਣਾ। ਫਿਰ ਜਾਂ ਤੁਸੀਂ ਹੋਰ ਧਿਆਨ ਨਾਲ ਨਕਸ਼ਾ ਦੇਖਿਆ, ਉਹਦਾ 143 ਨੰਬਰ ਪਲਾਟ ਹੈ ਬਟ ਉਹ ਹੈਚ ਕਰ ਰੱਖਿਆ ਹੈ ਹਾਈਪੋਥੀਕੇਟਿਡ ਟੂ ਗਮਾਡਾ ਔਰ ਵਾਟ ਐਵਰ, ਜਾਂ ਇਟ ਇਜ਼ ਅ ਰਿਜ਼ਰਵਡ ਪੋਕਟ ਕਨੈਕਸ਼ਨਸ ਨਾਟ ਟੂ ਬੀ ਰਿਲੀਜ਼ ਲੇਆਊਟ 'ਤੇ ਵੀ ਰੈੱਡ ਪੈਨ ਨਾਲ ਲਿਖਿਆ ਹੁੰਦਾ ਹੈ। ਐਸੇ ਚੀਜ਼ਾਂ ਲਈ ਯੂ ਹੈਵ ਟੂ ਗੈਟ ਦੈਟ A&A ਫਾਰਮ ਕੈਂਸਲਡ, ਔਰ ਜੇ ਅਪਲਾਈ ਕਰਨ ਲਈ ਪਹਿਲਾਂ ਹੀ ਆਇਆ ਇਟ ਇਜ਼ ਬੈਟਰ ਯੂ ਸ਼ੁੱਡ ਹੈਵ ਦੈਟ ਲੇਆਊਟ ਡਰਾਇੰਗ ਵਿਦ ਯੂ, ਕਿਉਂਕਿ ਉਸ NOC ਤੋਂ ਬਾਹਰ ਕੋਈ ਵੀ ਚੀਜ਼ ਤੁਸੀਂ ਕਰ ਰਹੇ ਹੋ ਉੱਥੇ ਇਲੈਕਟ੍ਰੀਫਿਕੇਸ਼ਨ ਦੇ ਲਈ ਮਨਾਹੀ ਕੀਤੀ ਹੋਈ ਹੈ, ਤੁਸੀਂ ਉੱਥੇ ਕਨੈਕਸ਼ਨ ਨਹੀਂ ਦੇ ਸਕਦੇ। ਕਿਉਂਕਿ ਇਹਨਾਂ ਦੇ ਵਿੱਚ ਕੀ ਹੁੰਦਾ ਜੀ, ਜੋ ਲਾਇਸੈਂਸ ਲੈ ਕੇ ਅਪਰੂਵਲਸ ਲੈ ਕੇ ਕਾਲਨੀ ਕੱਟਦੇ ਹੈ, ਸਪੈਸ਼ਲੀ ਜਿਹੜੀਆਂ ਅਪਰੂਵਡ ਕਾਲਨੀਜ਼ 'ਚ ਇਸ਼ੂ ਆਉਂਦਾ ਹੈਗਾ ਬਿਕੋਜ਼ ਦਾ ਡਿਵੈਲਪਰ ਹੈਜ਼ ਟੂ ਪੇ EDC ਚਾਰਜਿਸ ਆਈਦਰ ਇਨ ਦਾ ਫਾਰਮ, ਜਾਂ ਪੂਰਾ ਕੈਸ਼ ਵਨ ਟਾਈਮ ਜਮ੍ਹਾਂ ਕਰਾਊਗਾ ਕਿਸ਼ਤਾਂ ਦੇ ਵਿੱਚ ਓਵਰ ਅ ਸਪੈਨ ਆਫ ਫਿਊ ਮੰਥਸ ਕਰਕੇ ਕਿਸ਼ਤਾਂ ਹੁੰਦੀਆਂ, ਜਾਂ ਉਹ ਇੱਕ ਮੁਸ਼ਤ ਕੀ ਕਰਦਾ ਜੀ, ਜਾਂ ਬੈਂਕ ਗਰੰਟੀ ਜਮ੍ਹਾਂ ਕਰਾ ਦਿੰਦਾ, ਜਾਂ ਫਿਰ ਪਲਾਟਸ ਗਿਰਵੀ ਰਖਵਾ ਦਿੰਦਾ ਕਿ ਮੇਰੀ BG ਦੇ ਅਗੇਂਸਟ ਇਹ ਵਾਲੇ ਪਲਾਟਸ ਤੁਸੀਂ ਬਲੌਕ ਕਰ ਲਓ। ਉਹ ਜਿੱਥੇ ਲਿਖਿਆ ਹੁੰਦਾ ਦੀਜ਼ ਪਲਾਟਸ ਆਰ ਹਾਈਪੋਥੀਕੇਟਿਡ ਟੂ ਵਾਟ ਐਵਰ ਏਜੰਸੀ, ਉਹਨਾਂ ਪਲਾਟਾਂ ਦੇ ਵਿੱਚ ਆਪਾਂ ਕਨੈਕਸ਼ਨ ਨਹੀਂ ਦੇ ਸਕਦੇ ਬਿਕੋਜ਼ ਉਹ ਗਹਿਣੇ ਰੱਖੇ ਹੋਏ ਹੈ, ਨਾ ਉਹ ਵੇਚੇ ਜਾ ਸਕਦੇ ਹੈ, ਨਾ ਉਹਨਾਂ ਦੀ ਰਜਿਸਟਰੀ ਹੋ ਸਕਦੀ ਹੈ। ਨਹੀਂ ਮੈਮ, ਉਹ
ਲੋਕਲ ਅਥਾਰਟੀ ਵਾਲਾ ਐਨਓਸੀ ਹੈ ਜੋ ਇਤਰਾਜ਼ਹੀਨਤਾ, ਮੈਨੂੰ ਇਤਰਾਜ਼ ਨਹੀਂ ਹੈ ਉਹ ਖਾਤੇ ਵਿੱਚ ਬਿਜਲੀ ਦਾ ਕਨੈਕਸ਼ਨ ਬਿਜਲੀ ਬੋਰਡ ਦੇ ਨਿਯਮਾਂ ਅਨੁਸਾਰ ਦੇ ਦਿੱਤਾ ਜਾਵੇ, ਇਹ ਚੀਜ਼ ਪਾਪੜਾ ਅਪਰੂਵਡ ਐਨਓਸੀ ਕੇਸ ਵਾਲੀ ਕਾਲੋਨੀ 'ਤੇ ਲਾਗੂ ਨਹੀਂ ਹੁੰਦੀ, ਬਿਕੋਜ਼ ਉਹਦੀ ਇਲੈਕਟ੍ਰੀਫਿਕੇਸ਼ਨ ਡਿਵੈਲਪਰ ਨੇ ਕਰਨੀ ਹੈ ਅੰਦਰ, ਐਂਡ ਉਹਦੇ ਲਾਇਸੈਂਸ ਦੀ ਕੰਡੀਸ਼ਨ ਹੈ ਕਿ ਬਿਜਲੀ ਬੋਰਡ ਤੋਂ ਐਨਓਸੀ ਲੈ ਕੇ ਆਏਗਾ। ਜਦ ਬਿਜਲੀ ਬੋਰਡ ਨੂੰ ਐਨਓਸੀ ਦੇ ਰਿਹਾ ਫਿਰ ਉਸ ਜਗ੍ਹਾ 'ਤੇ ਦੂਸਰਾ ਐਨਓਸੀ ਕੋਈ ਮਾਇਨੇ ਨਹੀਂ ਰੱਖਦਾ। ਯੈਸ, ਹਾਂਜੀ ਹਾਂਜੀ। ਜਿਹੜਾ ਨਾ ਸਰ ਕੀ ਕਰਦੇ ਆ ਬਿਲਡਰ, ਕੀ ਕਰਦੇ ਨਾ, ਐਦਾਂ ਨਹੀਂ ਹੈ ਕਿ ਜਿਹੜੇ ਮੰਨ ਲਓ 50 ਪਲਾਟ ਨੇ ਆਪਣੇ ਕੋਲ ਰੱਖ ਉਹ 2-2 4-4 ਪਲਾਟ ਵੀ ਡੀਹਾਈਪੋਥੀਕੇਟ ਕਰਵਾਉਂਦਾ ਰਹਿੰਦਾ ਵਿੱਚ। ਨਹੀਂ ਉਹ ਫਿਰ ਸਾਨੂੰ ਦੱਸੇ ਨਾ। ਮੈਂ ਦੱਸਦਾ ਕੀ ਹੋ ਕੀ ਰਿਹਾ, ਕਿਤੇ ਕੋਈ ਚੈੱਕ ਨਹੀਂ ਹੋ ਰਿਹਾ। ਆਪਾਂ ਨੂੰ ਸਰ ਕੀ ਕਰਨਾ ਚਾਹੀਦਾ, ਜਿਹੜੇ ਵੀ ਪਲਾਟ ਹਾਈਪੋਥੀਕੇਟ ਕਰੇ ਹੋਏ ਨਾ ਗਮਾਡਾ ਨੇ, ਆਪਾਂ ਨੂੰ ਐਨਓਸੀ ਦੇ ਵਿੱਚ ਉਹਨਾਂ ਦਾ ਲੋਡ ਸਰ ਕੰਸੀਡਰ ਕਰ ਲੈਣਾ ਚਾਹੀਦਾ। ਦੱਸਿਆ ਕੀ ਹੈ ਸਰ, ਮੰਨ ਲਓ 100 ਪਲਾਟ ਰੱਖ ਲਏ ਉਹਨੇ ਡੀਹਾਈ ਆਪਣੇ ਕੋਲ ਕਰਕੇ, 4 ਪਲਾਟ ਛੱਡਤੇ, 4 ਪਲਾਟ ਮੈਨੂੰ ਵੇਚਤਾ, ਇਹਨਾਂ ਨੂੰ ਵੇਚਤਾ, ਮੈਂ ਤਾਂ ਉਹ ਕਨੈਕਸ਼ਨ ਅਪਲਾਈ ਕਰਨੀ ਔਰ ਮੈਨੂੰ ਕਨੈਕਸ਼ਨ ਬਿਲਕੁਲ 99% ਮਿਲ ਵੀ ਜਾਏਗਾ। ਤਾਂ ਮੈਡਮ ਜਿਹੜਾ ਕਹਿ ਰਿਹਾ ਉਹ ਕਦੇ ਕਦਾਰ ਚੈੱਕ ਹੁੰਦਾ, ਅਦਰਵਾਈਜ਼ ਕੋਈ ਨਹੀਂ ਚੈੱਕ ਕਰ ਪਾਉਂਦਾ। ਜਦੋਂ ਕਲੋਨੀ 250 ਕਿੱਲੇ ਦੀ ਹੈ ਨਾ, 250 ਕਿੱਲੇ ਸਰ ਵਿੱਚ ਚੈੱਕ ਕਰਨ ਵਾਲੇ ਵੀ ਬੈਠੇ हैं, ਤੁਸੀਂ ਉਹਨਾਂ ਨੂੰ ਕੁਝ ਦੱਸ ਰਹੇ ਹੋ। ਫਿਰ ਉਹ ਗੱਲ ਦੱਸੋ, ਮੰਨ ਲਓ 2 ਪਲਾਟ ਕਿਸੇ ਨੇ ਡੀਹਾਈਪੋਥੀਕੇਟ ਕਰਵਾ ਬਟ ਮੇਰੇ ਕੋਲ ਤਾਂ ਨਹੀਂ ਆਏ ਨਾ। ਰਿਵਾਈਜ਼ ਐਨਓਸੀ ਥੋੜੀ ਨਾ ਕਰਾਏਗਾ ਸਰ। ਨਹੀਂ, ਰਿਵਾਈਜ਼ ਐਨਓਸੀ ਨਹੀਂ ਕਰਾਏਗਾ ਇਹ। ਅਸੀਂ ਹੁਣ ਅੱਜ ਕੱਲ੍ਹ ਤਾਂ ਲੋਡ ਲੈਣ ਲੱਗ ਗਏ ਸਾਰੇ ਪਲਾਟਸ ਦਾ ਹੀ, ਪਹਿਲਾਂ ਨਹੀਂ ਲੈਂਦੇ ਹੁੰਦੇ ਸੀ। ਨਹੀਂ ਹੁਣ ਦੇਖੋ ਜਿਹੜੇ ਐਨਓਸੀਜ਼ ਫੀਲਡ ਵਿੱਚ ਹੋ ਰਹੇ ਹੈ ਉਹਨਾਂ ਦੇ ਬਾਰੇ ਨਹੀਂ ਪਤਾ। ਪਿਛਲੇ ਸਾਲ ਤੋਂ ਲੇਟਰ ਸਟੇਜਿਸ 'ਤੇ ਅਸੀਂ ਲੈਣਾ ਸ਼ੁਰੂ ਕਰਤਾ ਸੀ ਕਿ ਸਾਰਾ। ਹੁਣ ਜਿਹੜੇ ਛੋਟੇ ਐਨਓਸੀਜ਼ ਅਪ ਟੂ 4000 KVA ਜੋ ਫੀਲਡ ਕਰ ਰਹੀ ਹੈ, ਆਈ ਡੋਂਟ ਨੋ ਅਬਾਊਟ ਦੈਟ। ਤੁਸੀਂ ਸਾਨੂੰ ਆਪਣੇ ਐਸਸੀ ਸਾਹਿਬ ਦੇ ਥਰੂ ਸੁਝਾਅ ਦੇ ਸਕਦੇ ਹੋ। ਉਹ ਬਾਰ-ਬਾਰ ਸਾਡੇ ਕੋਲ ਰਿਵਾਈਜ਼ ਐਨਓਸੀ ਲੈਣ ਨਹੀਂ ਆਏਗਾ ਨਾ, ਸੋ ਲੋਡ ਇਜ਼ ਟੂ ਬੀ ਕੰਸੀਡਰਡ, ਕਿਉਂਕਿ ਅਸੀਂ EWS ਸਾਈਟਸ, ਅਦਰ ਚੰਕ ਸਾਈਟਸ ਦਾ ਲੋਡ ਲੈ ਲੈਂਦੇ ਆ ਐਨਓਸੀ ਦੇ ਵਿੱਚ। ਜੀ ਓਕੇ, ਨਾ ਹੋਵੇ ਇੱਕ ਕੰਜ਼ਿਊਮਰ ਦੇ ਲਈ ਸਰ, ਇੱਕ ਕੰਜ਼ਿਊਮਰ ਦੇ ਲਈ ਓਕੇ ਠੀਕ ਹੈ 2 ਸਾਲ ਬਾਅਦ ਪਤਾ ਲੱਗਾ ਕਿ ਉਹਦੇ ਕੋਲ ਰੈਗੂਲਰ ਸਰਟੀਫਿਕੇਟ ਸੀਗਾ। ਓਕੇ, ਇਸ ਲਈ ਕੀ ਹੋਣਾ ਚਾਹੀਦਾ ਹੈ, ਰੈਗੂਲਰ ਸਰਟੀਫਿਕੇਟ ਈਓ ਦਾ ਦਿੰਦਾ, ਏਡੀਸੀ ਦਿੰਦਾ ਜਾਂ ਲੋਕਲ ਬਾਡੀਜ਼ ਦਿੰਦੇ? ਨਹੀਂ, ਨੋ, ADC ਅਰਬਨ ਡਿਵੈਲਪਮੈਂਟ ਹੀ ਦਿੰਦਾ ਹੈ, ਹੋਰ ਕੋਈ ਨਹੀਂ ਦੇ ਸਕਦਾ। ਰਾਈਟ ਆ ਗਏ ਸਰ। ਹਾਂ ਪਹਿਲੇ ਦੇ ਪੁਰਾਣੇ ਸੀਗੇ, ਅੱਜ ਦੀ ਡੇਟ ਦੇ ਵਿੱਚ ਜੋ ਪਹਿਲੇ ਡਿਪਟੀ ਡਾਇਰੈਕਟਰ ਲੋਕਲ ਗਵਰਨਮੈਂਟ ਸੀ, ਦੇ ਹੈਵ ਬੀਨ ਕਨਵਰਟਡ ਟੂ ADC ਅਰਬਨ ਡਿਵੈਲਪਮੈਂਟ। ਕਿ ਉਹ ਨਾ ਆਪਣੇ ਕੋਲ ਕਾਪੀ ਆਣੀ ਚਾਹੀਦੀ ਹੈ, ਆਪਣੇ ਕੋਲ ਕਾਪੀ ਨਹੀਂ ਆ ਰਹੀ, ਇਹ ਬਹੁਤ ਜ਼ਰੂਰੀ ਹੈ ਸਰ। ਇਹ ਕਨੈਕਸ਼ਨਸ ਵੀ ਹੋ ਗਏ, ਸਭ ਕੁਝ ਹੋਇਆ ਹੋਇਆ, 2 ਸਾਲਾਂ ਬਾਅਦ ਰੈਗੂਲਰ ਸਰਟੀਫਿਕੇਟ ਸਾਨੂੰ ਮਿਲ ਗਏ। ਓਕੇ ਉਹਦੇ ਵਿੱਚ ਉਹ ਕਲੌਜ਼ ਸੀਗਾ। ਓਕੇ, ਇਸ ਕਰਕੇ ਜਿਹੜੀ ਵੀ ਏਜੰਸੀ ਰੈਗੂਲਰ ਸਰਟੀਫਿਕੇਟ ਇਸ਼ੂ ਕਰਦੀ ਹੈ, ਈਓ ਕਰਦਾ ਹੈ, ਲੋਕਲ ਬਾਡੀਜ਼ ਕਰਦੀ ਹੈ, ADC ਕਰਦਾ ਹੈ, ਉਹਦੀ ਇੱਕ ਕਾਪੀ ਆਪਣੇ ਚੀਫ ਕਮਰਸ਼ੀਅਲ ਕੋਲ ਆਵੇ। ਉਹ ਆ ਨਹੀਂ, ਉਹ ਸਰ ਸਾਰਿਆਂ ਤੋਂ ਨਹੀਂ ਆ ਰਹੀ। ਮੋਹਾਲੀ ਦੀ ADC ਅਰਬਨ ਡਿਵੈਲਪਮੈਂਟ ਈਮੇਲ ਤੇ ਭੇਜਦੇ हैं ਸਾਨੂੰ, ਕੱਲੇ ਮੋਹਾਲੀ ਦੀ ਭੇਜਦੇ हैं। ਨਹੀਂ ਆ ਰਹੀ ਸਰ, ਥੱਲੇ ਤੱਕ ਟਰੈਵਲ ਹੋਣੀ ਚਾਹੀਦੀ ਹੈ ਸਰ। ਸੈਕੰਡਲੀ ਸਰ ਕੀ ਹੈ, ਪਹਿਲਾਂ ਕੀ ਹੁੰਦਾ ਸੀਗਾ, ਅਪਲਾਈਡ ਫॉर ਕਾਲਮ ਕਰਕੇ ਰੈਗੂਲੇਸ਼ਨ ਅਪਲਾਈਡ ਫॉर ਜੀ ਉਹਨੂੰ ਅਪਲਾਈਡ ਫॉर ਦੇ ਵਿੱਚ ਹੀ ਉਹ ਨਕਸ਼ੇ ਪਾਸ ਕਰੀ ਜਾਂਦਾ ਸੀਗਾ, ਉਹ ਨਕਸ਼ੇ ਦੀ ਐਨਓਸੀ ਲੈ ਕੇ ਸਾਡੇ ਕੋਲ ਆ ਜਾਂਦਾ ਸੀ। ਓਕੇ, ਜਦੋਂ ਅਪਲਾਈਡ ਫॉर ਚਾਹੇ 2-3 ਸਾਲ ਪੁਰਾਣੀ ਅਪਲਾਈਡ ਫॉर ਹੈ, ਜਦੋਂ ਉਹਦਾ ਅੱਜ ਰੈਗੂਲਰਾਈਜੇਸ਼ਨ ਹੋਣਾ ਹੈ, ਉਹਦੇ ਹੁਣ ਤੱਕ 50% ਪਲਾਟਾਂ ਨੂੰ ਕਨੈਕਸ਼ਨ ਹੋ ਚੁੱਕੇ ਨੇ। ਜਦੋਂ ਹੁਣ ਰੈਗੂਲੇਸ਼ਨ ਆਣਾ ਉਹਦੀ ਕੰਡੀਸ਼ਨ ਪੈ ਜਾਣੀ ਸਰ। ਉਹ ਚੀਜ਼ ਯੂ ਕੈਨ ਆਲਸੋ ਚੈੱਕ ਵਿਦ ਯੋਰ ਅਥਾਰਟੀ ਈਮੇਲ। ਤੁਸੀਂ ਵੈਬਸਾਈਟ ਤੇ ਪਾਇਆ ਹੁੰਦਾ ਹੈ ਸਰ। ਗਮਾਡਾ ਜਾਂ PDA ਉਹ ਪਾਉਂਦੇ ਹੈ, ਜਿਹੜੀ ਤੁਹਾਡੀ ਲੋਕਲ ਅਥਾਰਟੀਜ਼ ADC ਅਰਬਨ ਡਿਵੈਲਪਮੈਂਟ ਦੇ ਆਫਿਸ ਤੋਂ ਤੁਸੀਂ ਚਿੱਠੀ ਪੱਤਰੀ ਰਾਹੀਂ ਵੀ ਵੈਰੀਫਾਈ ਕਰਵਾ ਸਕਦੇ ਹੋ ਸਰ। ਉਹ ਵੀ ਹੈਵ ਟੇਕਨ ਦਿਸ ਮੈਟਰ, ਚੀਫ ਸੈਕਟਰੀ ਸਾਹਿਬ ਦੀ ਮੀਟਿੰਗ 'ਚ ਵੀ ਡਿਸਕਸ ਹੋਇਆ, ਬਟ ਹਜੇ ਤੱਕ ਅਮਲਾ ਨਹੀਂ ਪਨਾਇਆ ਗਿਆ, क्योंकि दूसरे डिपार्टमेंट तो साढ़े को आना है। कुछ लोग भेज रहे हैं, कुछ लोग नहीं भेज रहे, मतलब इन टोटैलिटी जे पंजाब के 23 ਜ਼ਿਲ੍ਹੇ हैं तो सारिਆਂ तो नहीं आ रहा। बिल्कुल राइट सर। देयर इज़ ਅਸੀਂ ਟਰਾਈ ਕਰਿਆ ਸੀ ਕਿ ਯੂਨੀਫਾਰਮਿਟੀ ਹੋ ਜਾਏ,
एक सिस्टम हो जाए, बट वो थोड़ा गवर्नमेंट लेवल ते हिकअप्स हैं। ਕਿਉਂਕਿ ਬਿਲਡਰ ਤੇਜ਼ ਹੋ ਸਕਦਾ, ਉਸ ਨੂੰ ਦਿਖਾਏਗਾ ਹੀ ਨਹੀਂ ਕੋਈ ਸਰਟੀਫਿਕੇਟ। ਇਹਦੇ ਵਿੱਚ ਇੱਕ ਹੋ ਸਕਦਾ ਵੀ ਜਦੋਂ ਹੁਣ ਬੰਦਾ ਪਹਿਲਾ ਕਨੈਕਸ਼ਨ ਲੈਣ ਆਇਆ, ਠੀਕ ਹੈ, ਤੇ ਉਹਨੇ ਹਾਲੇ ਉਹਨੂੰ ਸਰਟੀਫਿਕੇਟ ਨਹੀਂ ਮਿਲਿਆ, ਐਨਓਸੀ ਦੇਤੀ ਇੰਡੀਵਿਜੂਅਲ ਪਲਾਟ ਹੋਲਡਰ ਨੂੰ, ਤਾਂ ਆਪਾਂ ਆਪਣੇ ਦਫ਼ਤਰ ਵੱਲੋਂ ਚਿੱਠੀ ਲਿਖ ਕੇ ਪੁੱਛ ਲਈਏ ਵੀ ਜਿਹੜੀ ਤੁਸੀਂ ਇਹਦੀ ਕੰਸੀਡਰ ਕਰ ਰਹੇ ਰੈਗੂਲਰਾਈਜੇਸ਼ਨ, ਉਹ ਕਿਹੜੀ ਕੈਟਾਗਰੀ 'ਚ ਕਰ ਰਹੇ ਹੋ, 25% ਵਾਲੀ 'ਚ ਕਰ ਰਹੇ ਜਿੱਥੇ ਵਿੱਚ ਤੁਸੀਂ ਐਨਓਸੀ ਸਾਨੂੰ ਪੇਡ ਨਹੀਂ ਕਹੋਗੇ। ਸਰ ਉਹ ਦੱਸਦੇ ਨਹੀਂ, ਸ਼ੁਰੂ 'ਚ ਕੁਛ ਨਹੀਂ ਦੱਸਦੇ ਇਹ ਸਾਨੂੰ ਨਿੰਬਰ ਸਰ ਕੀ ਕਹਿੰਦਾ ਸਰ, ਕਹਿੰਦਾ 17 ਮਾਰਚ ਬੜਾ ਸਰਕੂਲਰ ਹੋ ਗਿਆ ਮੈਨੂੰ ਕਨੈਕਸ਼ਨ ਦੇ। ਬਾਅਦ 'ਚ ਤਾਂ ਕੰਮ ਹੋਣਗੇ ਨਾ ਵੀ ਤੁਸੀਂ ਤਾਂ ਪੁੱਛਿਆ ਸੀਗਾ। ਹਾਂ ਸਰ ਉਹ ਵੈਸੇ ਬਚ ਜਾਏਗਾ, ਪਰ ਸਰ ਇਹ ਸਿਸਟਮ ਨਹੀਂ ਬਣ ਰਿਹਾ ਨਾ। ਕੋਈ ਨਹੀਂ, ਨੋਟਡ ਪੁਆਇੰਟ। ਦੈਨ ਫੋਰਥ ਪੁਆਇੰਟ ਇਜ਼ ਜਿਨ੍ਹਾਂ ਦੇ ਵਿੱਚ ਲਾਇਸੈਂਸ ਹੈਜ਼ ਬੀਨ ਇਸ਼ੂਡ ਬਾਈ ਦਾ ਕੰਪੀਟੈਂਟ ਅਥਾਰਟੀ, ਉਹਨਾਂ ਕੇਸਿਸ ਦੇ ਵਿੱਚ ਸਪਲਾਈ ਕੋਡ ਰੈਗੂਲੇਸ਼ਨ 6.6 ਐਂਡ 6.7 ਦੇ ਨਾਲ ਐਨਓਸੀ ਕਰਨੇ ਹੈ। ਐਂਡ ਫਿਫਥ ਕੇਸ ਇਜ਼ ਦਾ ਕੰਟੀਗੁਇਟੀ ਕੇਸ। ਅੱਜ ਕੱਲ੍ਹ ਅਸੀਂ ਹੁਣ ਕਲੱਬਿੰਗ ਬੰਦ ਕਰ ਦਿੱਤੀ ਹੈ। ਆਪਾਂ ਨੇ ਪਹਿਲਾਂ ਜਿਵੇਂ ਇਕੱਠੇ ਕਰਨ ਦੀ ਕਰਦੇ ਹੁੰਦੇ ਸੀ ਕਿ ਸਾਰੀ ਕਾਲਨੀ ਨੂੰ ਇਕੱਠਾ ਕਰਕੇ ਰਿਵਾਈਜ਼ ਐਨਓਸੀ ਲਓ, ਨਾਓ ਨੋ ਮੋਰ ਲਾਈਕ ਦੈਟ। These what Glada does with the illegal colonies. ਸਭ ਤੋਂ ਪਹਿਲੇ ਗਲਾਡਾ ਨੇ ਹੀ ਰੋਕਣਾ ਸ਼ੁਰੂ ਕਰਿਆ ਸੀ ਇਲੀਗਲ ਕਾਲਨੀ ਵਿੱਚ ਕਨੈਕਸ਼ਨ ਨਹੀਂ ਦੇਣੇ, ਐਂਡ ਦੇ ਰੋਟ ਲੈਟਰਸ ਟੂ ਆਵਰ ਚੀਫ ਆਲਸੋ। ਦਿਸ ਇਜ਼ ਸਮਥਿੰਗ ਲਾਈਕ PDA ਡਜ਼। PDA ਲਿਖ ਦਿੰਦੀ ਹੈ ਮੁੱਖ ਇੰਜੀਨੀਅਰ ਸਾਊਥ ਜ਼ੋਨ ਨੂੰ, ਇਹ ਪਟਿਆਲਾ ਦੇ ਹੀ ਏਰੀਏ ਦੇ ਵਿੱਚ ਹੈ ਕਿ ਇਸ ਜਗ੍ਹਾ 'ਤੇ ਖਸਰਾ ਨੰਬਰ ਇਸ ਦੇ ਵਿੱਚ ਅਣਅਧਿਕਾਰਿਤ ਕਲੋਨੀ ਕੱਟੀ ਜਾ ਰਹੀ ਹੈ। ਇਹਨਾਂ ਨੇ ਥੱਲੇ ਲਿਖਤਾ ਜੀ, ਚੀਫ ਸਾਊਥ ਨੂੰ ਭੇਜ ਕੇ ਲਿਖਿਆ ਜਾਂਦਾ ਹੈ ਕਿ ਉਕਤ ਨੂੰ ਬਿਜਲੀ ਦਾ ਕਨੈਕਸ਼ਨ ਇਸ ਦਫ਼ਤਰ ਦੀ ਮਨਜ਼ੂਰੀ ਤੋਂ ਬਿਨਾਂ ਨਾ ਦਿੱਤਾ ਜਾਵੇ। ਹੁਣ ਜਿਵੇਂ ਤੁਸੀਂ ਆਪਣੇ ਏਰੀਆਜ਼ ਦੀ ਲਿਸਟ ਆਫ ਅਨਆਥੋਰਾਈਜ਼ਡ ਕਾਲਨੀਜ਼ ਆਪਣੇ ਕੰਸਰਨਡ ਏਜੰਸੀ ਦੀ ਵੈਬਸਾਈਟ 'ਤੇ ਵੀ ਚੈੱਕ ਕਰ ਸਕਦੇ ਹੋ। ਐਂਡ ਕੁਛ ਮਿਊਨਸੀਪਲ ਕਾਰਪੋਰੇਸ਼ਨਸ ਨੇ ਆਪਣੀ ਵੈਬਸਾਈਟ 'ਤੇ ਵੀ ਸ਼ਹਿਰੀ ਇਲਾਕਿਆਂ ਦੀਆਂ ਇੱਦਾਂ ਦੀਆਂ ਕਾਲਨੀਜ਼ ਦੀ ਲਿਸਟ ਪਾ ਰੱਖੀ ਹੈ। ਕਿੰਨਾ ਦੀ? ਆਥੋਰਾਈਜ਼ ਦੀ ਵੀ ਮਿਲ ਜਾਏਗੀ, ਐਂਡ ਇਲੀਗਲ ਦੀ ਵੀ ਮਿਲ ਜਾਏਗੀ, ਰੈਗੂਲਰਾਈਜ਼ ਦੀ ਵੀ ਮਿਲ ਜਾਏਗੀ। ਉਹ ਇਹ ਕੋਈ ਇੰਨੀਆਂ ਹੈਵੀ ਵੈਬਸਾਈਟ ਨਹੀਂ ਹੈ। ਦਿਸ ਇਜ਼ ਅ ਬੇਸਿਕਲੀ ਮੋਬਾਈਲ ਸਕਰੀਨਸ਼ਾਟ। ਤੁਸੀਂ ਆਪਣੇ ਮੋਬਾਈਲ ਤੋਂ ਵੀ ਲੋਕੇਸ਼ਨ ਟੈਗ ਕਰਕੇ ਵੀ ਜਾਂ ਅਦਰਵਾਈਜ਼ ਆਲਸੋ ਕਾਲਨੀ ਨੇਮ ਤੋਂ ਸਰਚ ਕਰ ਸਕਦੇ ਹੋ। ਇਫ ਇਟ ਇਜ਼ ਅ ਟੋਟਲੀ ਨਿਊ ਕਾਲਨੀ, ਖੇਤ ਹੀ ਹੈ, ਹਜੇ ਕੁਛ ਨਹੀਂ ਬਣਿਆ, ਦੈਨ ਯੂ ਆਰ ਗੋਇੰਗ ਟੂ ਰਾਈਟ ਟੂ ਦੀ ਕੰਸਰਨਡ ਅਥਾਰਟੀ। ਨਾਓ ਰੈਗੂਲਰਾਈਜ਼ ਕਾਲਨੀਜ਼ ਦੇ ਵਿੱਚ ਜੋ ਹਾਊਸਿੰਗ ਅਰਬਨ ਡਿਵੈਲਪਮੈਂਟ ਦੀ ਰੈਗੂਲਰਾਈਜ਼ ਪਾਲਿਸੀ ਆਈ ਸੀ, ਉਹਦੇ ਵਿੱਚ ਹੈ ਕਿ ਆਪਣੇ ਤੁਸੀਂ ਫਾਈਨ ਪੇ ਕਰਕੇ ਆਪਣੀ ਕਾਲਨੀ ਨੂੰ ਕੰਪਾਊਂਡਿੰਗ ਫੀਸ ਪੇ ਕਰਕੇ ਉਸ ਨੂੰ ਰੈਗੂਲਰਾਈਜ਼ ਕਰਵਾ ਸਕਦੇ ਹੋ। ਹੁਣ ਜਿਹੜੀ ਐਜ਼ ਪਰ ਗਵਰਨਮੈਂਟ ਰੈਗੂਲਰਾਈਜੇਸ਼ਨ ਪਾਲਿਸੀ ਹੈ 2018 ਦੀ, ਹਾਲਾਂਕਿ ਅਸੀਂ ਪਹਿਲਾਂ ਦਿੰਦੇ ਗਏ ਅੱਖਾਂ ਬੰਦ ਕਰਕੇ, ਵੀ ਥੋਟ ਕਿ ਵੀ ਆਰ ਕਮਰਸ਼ੀਅਲ ਆਰਗੇਨਾਈਜੇਸ਼ਨ, ਅਸੀਂ ਤਾਂ ਬਿਜਲੀ ਵੇਚਣੀ ਹੈ, ਬਟ ਇੱਕ ਜੋ ਇਹ ਰੈਗੂਲਰਾਈਜੇਸ਼ਨ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੀ, ਉਸ 'ਚ ਲਿਖਿਆ ਹੈ ਕਿ ਨੋ ਵਾਟਰ ਸੀਵਰੇਜ ਔਰ ਇਲੈਕਟ੍ਰਿਕ ਕਨੈਕਸ਼ਨ is to be released to a illegal unapproved colony or plot. This is a sample regularization certificate of a colony. ਇਸ ਕਾਲਨੀ ਦਾ ਸਾਰਾ ਵੇਰਵਾ ਹੋਊਗਾ, ਡਿਟੇਲਸ ਦੀਆਂ ਕਿੰਨੇ ਫੀਸ ਭਰਾਈ ਹੈ ਕਾਲਨੀ ਦੇ ਵਿੱਚ, ਪਲਾਟਡ ਲਾਈਕ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪਲਾਟਸ ਦਾ ਬ੍ਰੇਕਅਪ ਐਂਡ ਐਨੀ ਫਰਦਰ ਕੰਡੀਸ਼ਨਸ ਜੇ ਲਿਖੀਆਂ ਹੋਣਗੀਆਂ ਤਾਂ। ਐਂਡ ਕੁਛ ਲੋਕ ਉਹਨੂੰ ਕਹਿੰਦੇ ਰੈਗੂਲਰਾਈਜੇਸ਼ਨ ਸਰਟੀਫਿਕੇਟ, ਕੁਛ ਏਜੰਸੀਜ਼ ਕਹਿੰਦੀਆਂ ਕੰਪਾਊਂਡਿੰਗ ਸਰਟੀਫਿਕੇਟ। ਦੀਜ਼ ਆਰ ਵਨ ਐਂਡ ਦਾ ਸੇਮ ਥਿੰਗ। ਸਰ ਦੇਖੋ, ਆਪਾਂ ਕਨੈਕਸ਼ਨ ਦੇਣ ਲਈ ਐਸੀ ਕਾਲਨੀ ਜਿਹਦੇ ਵਿੱਚ NOC ਲੈਣ ਦੇ ਲਈ ਕੰਪਲਸ਼ਨ ਨਹੀਂ ਹੈ, ਉਹਦੇ ਵਿੱਚ ਆਈਦਰ ਆਫ ਦਾ 3 ਥਿੰਗਸ, ਜਾਂ ਨਕਸ਼ਾ ਪਾਸ, ਜਾਂ ਇਤਰਾਜ਼ਹੀਨਤਾ, ਜਾਂ ਰੈਗੂਲਰਾਈਜੇਸ਼ਨ ਸਰਟੀਫਿਕੇਟ ਆਫ ਦਾ ਪਲਾਟ, ਐਨੀ ਆਫ ਦੀ 3 ਥਿੰਗਸ ਇੱਕ ਚੀਜ਼ ਦੇਖ ਕੇ ਕਨੈਕਸ਼ਨ ਦੇ ਸਕਦੇ ਹਾਂ। ਨਾ ਇਹ ਇਸ ਤਰ੍ਹਾਂ ਦੇ ਜੋ EOMC ਵਗੈਰਾ ਲਿਖ ਕੇ ਦਿੰਦੇ ਆ ਉਸ ਜਗ੍ਹਾ 'ਤੇ, ਉਸ ਖਾਤੇ ਵਿੱਚ ਜੇ ਕੋਈ ਜਿਵੇਂ ਲਾਈਕ ਕਮਰਸ਼ੀਅਲ ਕੰਪਲੈਕਸ ਦੇ ਬਿਜਲੀ ਦੇ ਕਨੈਕਸ਼ਨ ਲਈ ਜੇਕਰ ਫਰਮ ਵੱਲੋਂ PSPCL ਵਿਭਾਗ ਨੂੰ ਅਪਲਾਈ ਕੀਤਾ ਜਾਂਦਾ ਹੈ ਅਤੇ ਸੰਬੰਧਿਤ ਵਿਭਾਗ ਵੱਲੋਂ ਆਪਣੇ ਰੂਲਾਂ ਹਿਦਾਇਤਾਂ ਅਨੁਸਾਰ ਬਿਜਲੀ ਕਨੈਕਸ਼ਨ ਜਾਰੀ ਕੀਤਾ ਜਾਂਦਾ ਹੈ, ਤਾਂ ਨਗਰ ਕੌਂਸਲ ਨੂੰ ਕੋਈ ਇਤਰਾਜ਼ ਨਹੀਂ ਹੈ। ਨਾਓ ਦਿਸ ਇਜ਼ ਲਾਈਕ ਸੈਂਪਲਸ ਮੈਂ ਤੁਹਾਨੂੰ ਦਿਖਾ ਰਿਹਾ
क्योंकि ये जो हुण साडे RAs हैं या SDOs हैं दे गेट स्टक अप सर ये ऐसा है वो वैसा है लाइक दिस इज़ अ रेगुलराइजेशन सर्टिफिकेट फॉर प्लॉट नंबर दिस उन्हें पैसे पराते स्टैम्प साइंड है पैसे भी लिखे हुए हैं किसी केस चो लिख रहा है प्रोविजनल दिस इज़ डिजिटल सिग्नेचर इन्हें लिखा प्रोविजनल रेगुलराइजेशन सर्टिफिकेट सो सब तो पहले जदों कोई फर्स्ट टाइम प्लॉट नूं ਤੁਹਾਨੂੰ ਪਤਾ ਹੈ ਕਿ ਦਿਸ ਇਜ਼ ਅ ਇਲੀਗਲ ਵਨ ਤੁਸੀਂ ਫਸਟ ਟਾਈਮ ਉਹਨੂੰ ਕੋਈ ਰਜਿਸਟਰੀ ਮੰਤਵ ਵਾਸਤੇ ਸੇਲ ਪਰਚੇਜ਼ ਵਾਸਤੇ ਤੁਹਾਨੂੰ ਇੱਕ ਫੀਸ ਭਰਾ ਕੇ ਪ੍ਰੋਵੀਜ਼ਨਲ ਰੈਗੂਲਰਾਈਜੇਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਹੈ ਸੰਬੰਧਿਤ ਅਥਾਰਟੀ ਵੱਲੋਂ ਦੈਟ ਇਜ਼ ਓਨਲੀ ਫॉर द ਪਰਪਸ ਆਫ ਗੈਟਿੰਗ ਦੀ ਰਜਿਸਟਰੀ ਡਨ after registry has been done you get 3 months time to go back to that authority मैं registry करा ली LO ਦੀ ਕਾਪੀ ਹੁਣ ਮੈਨੂੰ final regularization certificate ਦੇ ਦਿਓ कुछ लोग सिर्फ एने तक ही रहते हैं दोबारा फाइनल रेगुलराइजेशन सर्टिफिकेट लैंड नहीं जाते बट बिकॉज द चार्जिज हैव बीन पेड लाइक इत्थे है या पुरानियां रसीदां इदां दियां भी है कंपोजिशन फी पेड साइन स्टैंप्ड वैल्यू इदां दियां कल्लियां रसीदां फीस भराई दियां भी है जे कोई ये भी दिखा रहा है इट इज़ डीम्ड कि फीस पेड है ਆਪਾਂ ਕਨੈਕਸ਼ਨ ਦੇ ਸਕਦੇ ਹਾਂ ਬੰਦੇ ਨੇ ਫੀਸ ਤਾਂ ਪੇ ਕਰ ਲਈ ਜਿਹਨੂੰ ਪ੍ਰੋਵੀਜ਼ਨਲ ਰੈਗੂਲਰਾਈਜੇਸ਼ਨ ਸਰਟੀਫਿਕੇਟ ਕਿਹਾ ਜਾਂਦਾ ਬਟ ਉਹ ਦੁਬਾਰਾ ਅਥਾਰਟੀ ਕੋਲ ਨਹੀਂ ਗਿਆ ਕਿ ਮੈਨੂੰ ਫਾਈਨਲ ਰੈਗੂਲਰਾਈਜੇਸ਼ਨ ਸਰਟੀਫਿਕੇਟ ਦੇ ਦਿਓ ਨਾਓ ਅਬਾਊਟ ਦੀ ਲਾਇਸੈਂਸਡ ਕਾਲੋਨੀਜ਼ ਹੁਣ ਜੋ ਪਾਪਰਾ ਐਕਟ ਦੇ ਅਧੀਨ ਜਿਨ੍ਹਾਂ ਅਥਾਰਟੀ ਨੇ ਲਾਇਸੈਂਸ ਜਾਰੀ ਕਰਨੇ ਹੈ ਉਹਨਾਂ ਨੇ ਸਾਰੀ ਚਾਰजेस ਲੈ ਕੇ लाइसेंस जारी करने हैं then licensing authority PUDA and its subsidiaries हैं they fall under housing and urban development और जेडी नगर पंचायत है म्यूनसिपल काउंसिल इम्प्रूवमेंट ट्रस्ट म्यूनसिपल कॉरपोरेशन ये fall under डिपार्टमेंट ऑफ लोकल गवर्नमेंट now as per the conditions of license developer has to seek NOC from PSPCL further एक ਹੋਰ ਲੈਟਰ ਆਇਆ ਹੋਇਆ ਹਾਊਸਿੰਗ ਅਰਬਨ ਡਿਵੈਲਪਮੈਂਟ ਦਾ 6/5/2008 ਦਾ ਇਹਦੇ ਵਿੱਚ ਡਿਵੈਲਪਰ ਹੈਜ਼ ਟੂ ਸੀਕ NOC ਫਰੋਮ ਵੇਰੀਅਸ ਗਵਰਨਮੈਂਟ ਏਜੰਸੀਜ਼ ਲਾਈਕ ਪੋਲਿਊਸ਼ਨ ਕੰਟਰੋਲ ਬੋਰਡ PWD PSPCL forest department and other concerned government departments like municipal corporation or committee before the start of development works at site ਹੁਣ this is very important ਜਿਸ ਤੇ ਕਮਿਸ਼ਨ ਨੇ ਪਹਿਲਾਂ ਇੰਨਾ ਰੋਲਾ ਵੀ ਪਾਇਆ ਇੰਨੀਆਂ ਸਾਰੀਆਂ ਐਨਫੋਰਸਮੈਂਟ ਵੱਲੋਂ ਚੈਕਿੰਗਸ ਵੀ ਹੋਈਆਂ ਇਹ ਇਸ ਦਾ ਮਤਲਬ ਕੀ ਹੈ ਆਪਾਂ 6/5/2008 ਦੀਆਂ ਇੰਸਟਰਕਸ਼ਨਸ ਪਹਿਲਾਂ ਤਾਂ ਆਪਾਂ ਅੱਖਾਂ ਬੰਦ ਕਰੀ ਰੱਖੀਆਂ ਫਿਰ ਕਮਿਸ਼ਨ ਨੇ 2021 ਸਾਹਮਣੇ ਕੱਢ ਕੇ ਰੱਖਤੀਆਂ ਤੁਸੀਂ ਤਾਂ ਇਹ ਦੇਖਦੇ ਹੀ ਨਹੀਂ ਇੱਦਾਂ ਹੀ ਗੰਦ ਪਾ ਰੱਖਿਆ ਤੁਸੀਂ ਕਿਸੇ ਨੂੰ ਵੀ ਟੈਂਪਰੇਰੀ ਕਨੈਕਸ਼ਨ ਦੇ ਦਿੰਦੇ ਹੋ फिर इस चो निकालिया की गया बिफोर स्टार्ट ऑफ एनी डेवलपमेंट वर्क्स एट साइट मीनस वॉट कोई जेई साहिबान दसणगे बिफोर स्टार्ट ऑफ डेवलपमेंट वर्क्स एट साइट अपने NOC देना है डेवलपमेंट वर्क्स के लिए की चाहिए है उच्ची बोलो हाँ टैंपरेरी कनैक्शन मतलब ये कि बंदे कोल बिजली बोर्ड का NOC होना चाहिए है ਉਸ ਦੇ ਟੈਂਪਰੇਰੀ ਕਨੈਕਸ਼ਨ ਜਾਰੀ ਕਰਨ ਤੋਂ ਪਹਿਲੇ ਹੁਣ ਇਹ ਜੇ ਕੋਈ ਬੰਦਾ ਐਜ਼ ਅ ਡਿਵੈਲਪਰ ਲਾਇਸੈਂਸ ਲੈਣ ਆਉਂਦਾ ਹੈ ਦਿਸ ਇਜ਼ ਦਾ ਪੋਰਟਲ ਹੀ ਵਿਲ ਰਿਕੁਐਸਟ ਟੂ ਦੀ ਲਾਇਸੈਂਸਿੰਗ ਅਥਾਰਟੀ ਕਿ ਮੈਂ ਲਾਇਸੈਂਸ ਮੈਨੂੰ ਇਸ ਉਕਤ ਪ੍ਰੈਮਿਸਿਸ ਲਈ ਇੰਨੀ ਜਗ੍ਹਾ ਵਾਸਤੇ ਲਾਇਸੈਂਸ ਦਿੱਤਾ ਜਾਵੇ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਕੰਪਲੈਕਸ ਮੈਂ ਬਣਾਉਣਾ ਚਾਹੁੰਦਾ then this letter of intent ਆਉਂਦਾ ਜੀ LOI issue of letter of intent ਇਹ ਜਿਵੇਂ ਫੋਰ ਐਗਜ਼ਾਮਪਲ ਹੈ ਜਲੰਧਰ ਡਿਵੈਲਪਮੈਂਟ ਅਥਾਰਟੀ ਨੇ ਸਾਰਿਆਂ ਨੂੰ ਇਹ ਲੈਟਰ ਆਫ ਇੰਟੈਂਟ ਦੇ ਅਧੀਨ ਇਹ ਦੂਜੀ ਅਥਾਰਟੀਜ਼ ਤੋਂ ਪੁੱਛ ਰਿਹਾ ਕਿ ਮੇਰੇ ਕੋਲ ਇਹ ਫਲਾਣਾ ਉਕਤ ਡਿਵੈਲਪਰ ਆਇਆ ਇਸ ਜਗ੍ਹਾ 'ਤੇ ਆਇਆ ਇੰਨੇ ਕਿੱਲੇ ਏਕੜ ਦੇ ਵਿੱਚ ਕਲੋਨੀ ਆਈਦਰ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਪਰਪਸ ਦੇ ਲਈ ਕਲੋਨੀ ਕੱਟਣਾ ਚਾਹੁੰਦਾ ਹੈ ਸੋ ਵਾਟ ਦੇ ਡੂ ਦੇ ਰਾਈਟ ਟੂ CTP ਪੰਜਾਬ मुख प्रशासक JDA क्योंकि JDA कर रही है मुख नगर योजनाकार पंजाब वातावरण इंजीनियर कार्यकारी इंजीनियर ड्रेनेज कार्यकारी इंजीनियर PSPCL जलंधर दैन कार्यकारी इंजीनियर प्रांतक मंडल लोक निर्माण विभाग भवन ਅਤੇ मार्ग शाखा PWD B&R दैन वण मंडल अफसर तहसीलदार ये सारी अथॉरिटीज़ नू ਲਾਇਸੈਂਸਿੰਗ ਅਥਾਰਟੀ ਚਿੱਠੀ ਲਿਖ ਕੇ ਪੁੱਛ ਰਹੀ ਹੈ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਇਸ ਬੰਦੇ ਨੂੰ ਮੈਂ ਲਾਇਸੈਂਸ ਜਾਰੀ ਕਰ ਦੇਵਾਂ ਆਹ ਚੀਜ਼ ਇਹ ਸਾਡੇ ਕੋਲ ਆਉਂਦੀ ਹੈ
ਲੁਧਿਆਣੇ, ਜਲੰਧਰ, ਅੰਮ੍ਰਿਤਸਰ, ਮੋਹਾਲੀ, ਬਠਿੰਡਾ, ਸਾਰੀ ਜਗ੍ਹਾ ਤੋਂ ਆ ਰਹੀ ਹੈ ਸਾਡੇ ਕੋਲ। ਦੈਨ ਵੀ ਰਿਪਲਾਈ ਬੈਕ ਐਂਡ ਗਿਵ ਆਵਰ ਟਰਮਸ ਐਂਡ ਕੰਡੀਸ਼ਨਸ ਕਿ ਜਦੋਂ ਤੁਸੀਂ ਇਹਨੂੰ ਲਾਇਸੈਂਸ ਜਾਰੀ ਕਰਨਾ ਹੈ, ਆ 10-12 ਸ਼ਰਤਾਂ ਹੈ, ਬਿਜਲੀ ਬੋਰਡ ਦੀਆਂ ਸ਼ਰਤਾਂ ਹੈ, ਇਹ ਕਿਰਪਾ ਕਰਕੇ ਆਪਣੇ ਲਾਇਸੈਂਸ 'ਚ ਇਨਕੋਰਪੋਰੇਟ ਕਰਨੀਆਂ ਹੈ ਤੁਸੀਂ। ਇਸੀ ਤਰ੍ਹਾਂ CTP ਆਪਣੀਆਂ ਸ਼ਰਤਾਂ ਪਵਾਊ, ਪੋਲਿਊਸ਼ਨ ਵਾਲੇ ਆਪਣੀਆਂ ਪਵਾਉਣਗੇ, PWD, ਫੋਰੈਸਟ, ਰੈਵਨਿਊ ਆਪਣੀਆਂ ਸ਼ਰਤਾਂ ਪਵਾਉਂਦੇ ਆ ਲਾਇਸੈਂਸ ਦੇ ਵਿੱਚ। ਸੋ ਦਿਸ ਬਿਕਮਸ ਅ ਬਿਗ ਲਾਇਸੈਂਸ। ਬੰਦੇ ਦਾ ਨਾਮ, ਏਰੀਆ ਔਰ ਸਾਰਾ ਕੁਛ ਉਹ ਲਿਖ ਕੇ ਲਾਇਸੈਂਸ ਦਾ ਨੰਬਰ ਐਂਡ ਡੇਟ, ਦੈਨ ਦਾ ਕਿੰਨੀ ਪੀਰੀਅਡ ਆਫ ਵੈਲੀਡਿਟੀ ਹੈ, ਮੋਸਟਲੀ ਇਟ ਇਜ਼ 5 years। ਦੈਨ ਅਦਰ ਕੰਡੀਸ਼ਨਸ ਇਹ ਮੈਂ ਬਾਕਸਿਸ ਦੇ ਵਿੱਚ ਉਹ ਚੀਜ਼ਾਂ ਹਾਈਲਾਈਟ ਕਰੀਆਂ ਹੈ ਜੋ ਬਿਜਲੀ ਬੋਰਡ ਨਾਲ ਰਿਲੇਟਿਡ ਹੈ। ਜੋ ਇਹ ਬਾਕਸਿਸ ਦੇ ਵਿੱਚ ਕੰਡੀਸ਼ਨਸ ਹੈ, ਇਹੀ ਕੰਡੀਸ਼ਨਸ ਮੈਂ LOI ਦੇ ਜਵਾਬ 'ਚ ਦੇਣਾ ਕਿ ਇਹ ਚੀਜ਼ਾਂ ਬਿਜਲੀ ਬੋਰਡ ਨਾਲ ਸੰਬੰਧਿਤ ਟਰਮਸ ਐਂਡ ਕੰਡੀਸ਼ਨਸ ਤੁਸੀਂ ਆਪਣੇ ਲਾਇਸੈਂਸ ਦੇ ਵਿੱਚ ਜ਼ਰੂਰ ਪਾਓਗੇ। ਅਦਰ ਕੰਡੀਸ਼ਨਸ ਆਰ ਰਿਲੇਟਿਡ ਟੂ ਅਦਰ ਡਿਪਾਰਟਮੈਂਟਸ, ਜਿਵੇਂ ਲਾਸਟ ਪੇਜ 'ਤੇ ਤੁਸੀਂ 6 ਡਿਪਾਰਟਮੈਂਟ ਦੇਖੇ ਹੈ, ਉਹ ਸਾਰੇ ਡਿਪਾਰਟਮੈਂਟਸ ਦੀਆਂ ਕੰਡੀਸ਼ਨਸ ਇਸ 'ਚ ਪਾ ਕੇ ਯੂ ਗੈਟ ਸਮਥਿੰਗ ਅਰਾਊਂਡ 45 to 46 ਕੰਡੀਸ਼ਨਸ। ਹੁਣ ਇਸ ਇੱਕ ਇਹ ਵੀ ਲਿਖਿਆ ਹੈ ਕਿ ਜਿਹੜਾ ਤੁਸੀਂ ਇਹ ਕਰੋਗੇ ਪਾਵਰ ਐਕਟ ਦੇ ਅਧੀਨ, ਤੁਸੀਂ ਲਾਇਸੈਂਸ ਤਾਂ ਲੈ ਲਿਆ, ਲੇਕਿਨ ਹੁਣ 2016 ਤੋਂ ਰੇਰਾ ਐਕਟ ਆ ਗਿਆ। ਯੂ ਹੈਵ ਟੂ ਗੈਟ ਰਜਿਸਟ੍ਰੇਸ਼ਨ ਔਨ ਦੀ ਰੇਰਾ ਪੋਰਟਲ ਆਲਸੋ। ਹੁਣ ਆਪਾਂ ਅਖਬਾਰ ਦੇ ਵਿੱਚ ਐਡ ਦੇਖਦੇ ਹਾਂ, ਫੁੱਲ ਪੇਜ ਦੀ ਅਖਬਾਰ, ਈਵਨ ਹਿਮਾਚਲ ਦੇ ਵਿੱਚ ਵੀ ਕਸੌਲੀ ਵਿੱਚ ਫਲੈਟਸ ਹੈ, ਉਹ स्टार्टिंग स्टॉप ऑफ द पेज दे राइट देर रेरा नंबर। हरियाणा वाले HR रेरा लिखेंगे, पंजाब PB रेरा, then like SAS for Mohali, then there is some coding। इस तरह विदाउट रेरा रजिस्ट्रेशन वो जो डेवलपर है अपने फ्लैट शॉप्स वगैरह नहीं सेल कर सकता। Now consequences of violations of conditions of license, जे डेवलपर ਲਾਇਸੈਂਸ ਦੀਆਂ ਕੰਡੀਸ਼ਨਸ ਦੀ ਪਾਲਣਾ ਨਹੀਂ ਕਰਦਾ, ਦੈਨ ਦੇयर ਇਜ਼ ਅ ਪਿਊਨਿਟਿਵ ਐਕਸ਼ਨ ਪਾਵਰ ਐਕਟ ਦੇ ਅਧੀਨ। ਉਹਦਾ ਲਾਇਸੈਂਸ ਸਸਪੈਂਡ ਕੀਤਾ ਜਾ ਸਕਦਾ ਹੈ, ਕੈਂਸਲ ਕੀਤਾ ਜਾ ਸਕਦਾ ਹੈ। ਅਦਰ ਥਿੰਗਸ ਪੋਲਿਊਸ਼ਨ ਕੰਟਰੋਲ ਬੋਰਡ ਹੈ, ਇਹ ਵੀ ਲਿਖ ਦਿੰਦੇ ਹੁੰਦੇ ਹੈ ਕਿ ਉਹ ਜਗ੍ਹਾ 'ਤੇ ਬਿਜਲੀ ਦੇ ਕਨੈਕਸ਼ਨ ਰੋਕੇ ਜਾਣ। ਬਟ ਦੇयर ਵਾਜ਼ ਸਮ ਪੈਕਿਊਲੀਅਰ ਕੇਸ ਇਨ ਡੇਰਾਬੱਸੀ को सरस्वती स्टोन क्रशर पोल्यूशन वाले ने कुछ कहा, SDO ने कनैक्शन कटता, फिर कमीशन कही जाए क्यों काटा है, उदा भी देयर वाज सम एडवर्स एक्शन ऑन दैट SDO। नहीं देखो सर, कमीशन ने उदों क्या सी एरिया सप्लाई कोड इहदे विच आ चीज़ां लिखियां होईयां हैं जिन्ना हालातां विच कनैक्शन कटना बनता है। दोज वर लाइक डिफॉल्टिंग हो गया या थैफ्ट है, वो चीज़ां जो सप्लाई कोड च लिखियां हुई हैं, बट सप्लाई कोड इन टोटैलिटी नहीं है जो इलैक्ट्रिसिटी एक्ट 2003 का है। सिमिलरली देयर इज़ अ वाटर कंट्रोल ऑफ पोल्यूशन एक्ट, एयर कंट्रोल ऑफ पोल्यूशन एक्ट, ये सारे सेंट्रल गवर्नमेंट के एक्ट्स हैं। इफ़ देयर इज़ सम मिसमैच या जो भी है, वो सेंट्रल एक्ट्स विल प्रिवेल ओवर द स्टेट एक्ट्स। हालांकि थोड़े को मैंडेट रिटन किसी ने नहीं दिता, देयर इज़ लीगल इशूज़, वी हैव ऑलरेडी टेकन अप दिस मैटर विद गवर्नमेंट ऑफ पंजाब। जब तक सर मस्ट है ना, बट वो डिसकनैक्ट वो पोल्यूशन नहीं क्या सी SDO ਨੂੰ ਚਾਰਜਸ਼ੀਟ ਕਰਤੀ ਮਾਈਨਿੰਗ ਦਾ। ਓਕੇ पोल्यूशन ਦਾ ਤਾਂ ਹੈ, ਉਹ ਹੁਣ ਸਾਰੇ ਡਰੇ ਹੋਏ ਇਸ ਲਈ ਹੈ ਕਿ ਉਹਦੇ ਚੱਕਰ 'ਚ ਬਾਕੀ ਸਾਰੇ ਰੁਕ ਗਏ ਹੈ। ਉਹ ਦੁਚਿੱਤੀ 'ਚ ਆ ਜਾਂਦੇ ਜਦੋਂ ਵੀ ਕੋਈ ਨੋਟਿਸ ਆਉਂਦਾ, ਪੁੱਛਣ ਲੱਗ ਜਾਣਗੇ ਰਿਟਨ ਕਲੈਰੀਫਿਕੇਸ਼ਨ ਕੱਟਣਾ ਬਣਦਾ ਹੈ ਨਹੀਂ ਕੱਟਣਾ ਬਣਦਾ। ਨਾਓ ਜੋ ਲਾਇਸੈਂਸ ਵਾਲਾ ਇਹ ਇਸ਼ੂ ਹੈ, ਲਾਇਸੈਂਸ ਕਾਲਨੀਜ਼ ਨੂੰ ਕਨੈਕਸ਼ਨ ਕਿਵੇਂ ਦੇਣੇ, NOC ਵਾਲਾ ਇਸ਼ੂ, ਇਹ 1995 ਵਿੱਚ ਪਾਵਰ ਐਕਟ ਆਇਆ। ਉਸ ਤੋਂ ਬਾਅਦ ਪਹਿਲਾਂ ਸਰਕਲ ਲੈਵਲ 'ਤੇ ਲੋਕਲ NOCs ਕੁਛ ਟਾਵੇਂ ਹੋ ਰਹੇ ਸੀ, ਬਿਕੋਜ਼ ਦੇयर ਵਾਜ਼ ਨੋਟ ਇੰਨਾ ਕਲੈਰਿਟੀ ਨਹੀਂ ਸੀ, ਕੋਈ ਪ੍ਰੋਪਰ ਵਿੰਗ ਨਹੀਂ ਬਣਿਆ ਹੋਇਆ ਸੀ। ਦੈਨ 2003 ਤੋਂ ਚੀਫ ਇੰਜੀਨੀਅਰ ਕਮਰਸ਼ੀਅਲ PSCB ਵਾਜ਼ ਡੈਜ਼ਿਗਨੇਟਿਡ ਐਜ਼ ਅ ਨੋਡਲ ਆਫਿਸਰ ਫॉर ਗ੍ਰਾਂਟ ਆਫ NOCs। ਉਸ ਤੋਂ ਬਾਅਦ ਇਹ ਵਾਲੀਆਂ ਚੀਜ਼ਾਂ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਟੈਂਪਰੇਰੀ ਕਨੈਕਸ਼ਨ ਟੂ ਦਾ ਡਿਵੈਲਪਰ ਕੈਨ ਬੀ ਰਿਲੀਜ਼ ਓਨਲੀ ਆਫਟਰ ਗ੍ਰਾਂਟ ਆਫ NOCs। ਹੁਣ ਇਹ ਚੀਜ਼ ਆਈ ਸੀ 2008 ਦੇ ਵਿੱਚ, ਬਟ ਵੀ ਵਰ already releasing the temporary connections without even NOC। ਹੁਣ ਆ ਚੀਜ਼ the original thing
6/5/2008 ਦੀ ਨੋਟੀਫਿਕੇਸ਼ਨ। ਵਾਟ ਇਜ਼ ਦੀ NOC, ਮਤਲਬ ਕਿਆ ਹੈ NOC ਦਾ? ਇਸ ਦੇ ਵਿੱਚ NOC ਇਜ਼ ਇਸ਼ੂਡ ਬਾਈ PSPCL ਇਜ਼ ਅ ਬੇਸਿਕਲੀ ਅਪਰੂਵਲ ਫॉर ਇੰਟਰਨਲ ਇਲੈਕਟ੍ਰੀਫਿਕੇਸ਼ਨ। ਹੁਣ ਕਾਲਨੀ ਹੈ, ਇਹਦੇ ਵਿੱਚ ਜੋ ਇੰਟਰਨਲੀ ਇਲੈਕਟ੍ਰੀਫਿਕੇਸ਼ਨ ਕਰਨੀ ਹੈ, ਜਿਸ ਤੋਂ ਕਿ ਘਰਾਂ ਨੂੰ ਬਿਜਲੀ ਐਕਸਟੈਂਡ ਕੀਤੀ ਜਾ ਸਕੇਗੀ, ਉਸ ਦਾ ਅਪਰੂਵਲ ਦੇ ਰਿਹਾ ਮੈਂ ਡਿਵੈਲਪਰ ਨੂੰ ਕਿ ਬਣਾਉਣਾ ਤਾਂ ਤੂੰ ਹੈ, ਲੇਕਿਨ ਬਿਜਲੀ ਬੋਰਡ ਦੀਆਂ ਸ਼ਰਤਾਂ ਦੇ ਅਨੁਸਾਰ ਬਣਾਉਣਾ ਹੈ। ਪਲੱਸ ਬਾਕੀ ਜਿਹੜੇ ਤੇਰੇ ਚਾਰजेस ਹੋਣਗੇ ਯੂ ਹੈਵ ਟੂ ਪੇ ਟੂ PSPCL। Now, once LD system is erected as per the approved layout and compliance of terms and conditions of NOC has been made, the LD system is taken over by PSPCL। ਜਿਹੜੀਆਂ clauses हैं 6.7 ਦੀਆਂ individual connection model, ਉਹਦੇ ਵਿੱਚ ਜੋ LD system developer ਨੇ ਬਣਾਇਆ ਹੈ, that LD system is taken over by PSPCL। एक आएगा, आगे आएगा, I'll tell you। Then if developer fails to erect the LD system, then PSPCL cannot release electric connections to the residents। For example है ਇੱਦਾਂ ਦਾ approved layout। ਮੈਮ ਤੁਸੀਂ question ਪੁੱਛ ਰਹੇ ਸੀ ਨਾ, you don't have the approved layout, how do you know ਇਹ plot ਹੈ ਕਿ ਨਹੀਂ ਕਾਲਨੀ ਦੇ ਵਿੱਚ? ਸੋ ਤੁਹਾਨੂੰ ਇਹ ਹਰ ਜਿਹੜਾ ਵੀ NOC ਹੁੰਦਾ ਤੁਹਾਡੇ ਏਰੀਏ ਦਾ, ਬਿਕੋਜ਼ ਉਹ ਤੁਹਾਡੇ ਦਫ਼ਤਰ ਤੋਂ ਪ੍ਰੋਸੈਸ ਹੋ ਕੇ ਗਿਆ, ਕਾਈਂਡਲੀ ਐਨਸ਼ੋਰ ਯੂ ਗੈਟ ਅ ਕਾਪੀ ਆਫ ਦੈਟ ਡਰਾਇੰਗ, ਰਾਈਟ? ਯੂ ਕੈਨ ਹਾਂਜੀ ਜੀ ਸਰ, ਦੁਬਾਰਾ ਮੰਗ ਲਓ ਨਾ। ਆਈ ਨੋ, ਬਿਲਕੁਲ 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 ਸਰ, ਉਹ ਬੈਸਟ ਹੈ, ਬਟ ਪੋਰਟਲ ਸਾਡੇ ਕੋਲ ਪਿਆ ਵੀ ਹੋਇਆ ਸੀ। ਹੁਣ ਇੱਕ ਸੈਪ ਪੋਰਟਲ 'ਤੇ ਅਲੱਗ ਤੋਂ ਪਿਆ ਹੋਇਆ, ਬਟ ਉਸ 'ਤੇ ਪੁਰਾਣੇ ਰਿਕਾਰਡਸ ਨਹੀਂ ਹੈ। ਉਹ ਪੁਰਾਣੇ ਪਹਿਲਾਂ ਦਾ ਪੋਰਟਲ ਨਹੀਂ ਹੁੰਦਾ ਸੀ, 2013 ਤੋਂ ਪੋਰਟਲ ਸ਼ੁਰੂ ਹੋਇਆ। ਹੁਣ ਜੋ ਪਹਿਲਾਂ ਪੋਰਟਲ ਹੈ ਹੀ ਨਹੀਂ ਸੀ, ਉਹ ਰਿਕਾਰਡ ਸਾਡੇ ਕੋਲ ਹੈ ਸਰ। ਅਗਲਾ ਤਾਂ ਅਸੀਂ ਪਾ ਰਹੇ ਹਾਂ, ਅਗਲਾ ਤਾਂ ਵਿੰਡੋ 'ਤੇ ਹੈ, ਅਗਲਾ ਵਾਲਾ ਲੇਟੈਸਟ ਜੋ ਔਨਲਾਈਨ ਅਪਲਾਈ ਹੋ ਰਿਹਾ ਉਹ ਸਾਰਾ ਕੁਝ ਵਿੰਡੋ 'ਤੇ ਹੈ ਸਰ। we can see हाँ ਕਾਮਨ ਪੋਰਟਲ ਬਣਾਉਣੀ ਆ ਆਪਾਂ, EMPLOYEE ID ਦਾ ਉੱਪਰ ਦੇਖ ਸਕੀਏ, JEST ਦੇਖ ਸਕਣ ਸਰ, ਸਾਰੇ ਦੇਖ ਸਕੀਏ। ਉਹ ਸਿੰਗਲ ਵਿੰਡੋ ਤੇ ਕਹਿ ਰਹੇ ਹੋ, ਉੱਥੇ ਹੈਗਾ ਸਿੰਗਲ ਵਿੰਡੋ ਤੇ ਹੈ। ਤੁਸੀਂ ਸੁਜੈਸ਼ਨ ਦਿਓ ਸਰ, ਲਿਖ ਕੇ ਦਿਓ ਆਪਣੇ SC ਸਾਹਿਬ ਤੋਂ। ਨਹੀਂ ਠੀਕ ਹੈ, ਮੈਂ ਵੀ ਇੰਪਲੀਮੈਂਟ ਕਰਾਉਣ ਦੀ ਕੋਸ਼ਿਸ਼ ਕਰੂੰਗਾ, ਬਟ ਤੁਸੀਂ ਲੋਕ ਨਾਲ ਥੋੜਾ ਸਪੋਰਟ ਕਰੋਗੇ ਜਲਦੀ ਹੋਏਗਾ। ਬਿਕੋਜ਼ ਲੈਕਚਰ ਲਗਾਉਣ ਦਾ ਇੱਕ ਫਾਇਦਾ ਹੁੰਦਾ, ਅਦਰਵਾਈਜ਼ ਨੋ ਬਡੀ ਫਰੋਮ ਕਮਰਸ਼ੀਅਲ ਇੰਟਰੈਕਟਸ ਐਟ ਗ੍ਰਾਸ ਰੂਟ ਲੈਵਲ। ਉਹ ਸਾਰੇ ਆਫਿਸਰਸ ਦਾ ਤਾਂ ਲੈਕਚਰ ਲੈ ਕੇ ਆ ਜਾਂਦੇ ਹੈ, ਲੁਧਿਆਣੇ ਗਏ, ਜਲੰਧਰ ਗਏ, ਕੋਈ RA ਤੋਂ ਪੁੱਛਦਾ ਹੈ, CC ਤੋਂ, JE ਤੋਂ ਪੁੱਛਦਾ ਹੈ ਤੈਨੂੰ ਕੀ ਪ੍ਰੋਬਲਮ ਆ ਰਹੀ ਹੈ। ਨਹੀਂ ਕਾਕਾ ਤੂੰ ਬਸ ਮੀਟਰ ਟੰਕਿਆ। ਕਈ ਜਗ੍ਹਾ 'ਤੇ ਦੇਰ ਹੈਪਨ ਸਮਥਿੰਗ, ਕਿਸੇ ਨੇ RA ਦੇ ਸਾਈਨ ਵੀ ਜਾਲੀ ਕਰ ਦਿੱਤੇ, ਫਾਈਲ ਅਪਰੂਵਡ, ਕਿਉਂਕਿ ਉੱਪਰੋਂ ਪ੍ਰੈਸ਼ਰ ਸੀ, RA ਨੂੰ ਪਤਾ ਹੀ ਨਹੀਂ। ਕਿਉਂਕਿ ਅਸੀਂ ਕਮਰਸ਼ੀਅਲ ਦੇ ਵਿੱਚ ਬੈਠੇ ਹਾਂ, ਅਸੀਂ ਸਪਲਾਈ ਕੋਡ ਚਲਾ ਰਹੇ ਹਾਂ, ਬਟ ਵੀ ਆਰ ਹੈਲਪਲੈਸ। ਤੁਸੀਂ ਫੀਲਡ ਵਿੱਚ ਬੈਠੇ ਹੋ, ਤੁਸੀਂ ਸਪਲਾਈ ਵੀ ਚਲਾਉਣੀ ਹੈ, ਸਪਲਾਈ ਕੋਡ ਦੇ ਨਾਲ ਚਲਾਉਣੀ ਹੈ। ਹੁਣ ਸਪਲਾਈ ਕੋਡ ਦਾ ਕੋਡ ਕੱਟ ਕੇ ਇਕੱਲੀ ਸਪਲਾਈ ਚਲਾਓਗੇ, ਫਿਰ ਕੱਲ੍ਹ ਨੂੰ ਪ੍ਰੋਬਲਮ ਹੋਏਗੀ। Now conditions mandating requirement of NOCs for developers। ਡਿਵੈਲਪਰ ਆਫ ਅਪਰੂਵਡ ਕਾਲਨੀ ਨੂੰ ਤਾਂ ਜ਼ਰੂਰੀ ਹੈ, ਔਰ ਜੇ ਕਿਸੇ ਰੈਗੂਲਰਾਈਜ਼ ਕਾਲਨੀ ਵਾਲੇ ਨੇ ਆਪਣੀ ਮਰਜ਼ੀ ਨਾਲ ਅੱਛਾ ਜਿਹਾ LD ਸਿਸਟਮ, ਅੰਡਰਗਰਾਊਂਡ ਸਿਸਟਮ ਲਗਾਉਣਾ ਹੈ ਤਾਂ ਵੀ NOC ਜ਼ਰੂਰੀ ਹੈ। ਜਾਂ ਜੇ ਉਹਦੇ ਮੈਂਡੇਟਰੀ ਕੰਡੀਸ਼ਨ ਹੈ ਰੈਗੂਲਰਾਈਜੇਸ਼ਨ ਸਰਟੀਫਿਕੇਟਸ, ਤਾਂ ਵੀ NOC ਲੈਣਾ ਪਏਗਾ ਉਸਨੂੰ। ਐਂਡ ਵਨਸ ਅ ਰੈਗੂਲਰਾਈਜ਼ ਕਾਲਨੀ ਗੈਟਸ NOC, ਦੈਨ ਕੰਪਲਾਇੰਸ ਆਫ NOC ਮਸਟ ਬੀ ਡਨ ਬਾਈ ਦਾ ਡਿਵੈਲਪਰ। NOC ਬੈਕ ਨਹੀਂ ਹੁੰਦਾ, ਜੇ ਕਿਸੇ ਰੈਗੂਲਰਾਈਜ਼ ਕਾਲਨੀ ਵਾਲੇ ਨੇ ਲੈ ਵੀ ਲਿਆ ਉਹਨੂੰ, ਉਹਦੇ 5 ਸਾਲ ਤਾਂ ਫਿਰ ਟਪਾਉਣੇ ਪੈਣਗੇ। ਦੈਨ ਪ੍ਰੋਸੀਜਰ ਆਫ ਇਸ਼ੂ ਆਫ NOC, ਲਾਇਸੈਂਸਿੰਗ ਅਥਾਰਟੀ ਕੋਲ ਜਾਊਗਾ, ਉਹ LOI ਇਸ਼ੂ ਕਰਨਗੇ, ਅਸੀਂ ਆਪਣੀ ਟਰਮਸ ਐਂਡ ਕੰਡੀਸ਼ਨ ਲਿਖ ਕੇ ਦਿੰਦੇ ਹਾਂ, ਦੈਨ ਉਹਨੂੰ ਲਾਇਸੈਂਸ ਇਸ਼ੂ ਹੁੰਦਾ ਹੈ, ਬਾਕੀ ਦੇ ਉਹ ਡਾਕੂਮੈਂਟਸ ਬਣਵਾਉਂਦਾ ਹੈ, ਦੈਨ ਹੀ ਕਮਜ਼ ਔਨ ਦਿਸ ਪੋਰਟਲ। ਜਦੋਂ ਅਪਲਾਈ ਕਰੂਗਾ ਉਸ ਤੋਂ ਬਾਅਦ ਇਨੀਸ਼ੀਅਲ ਡਾਕੂਮੈਂਟ ਚੈਕਿੰਗ ਤੋਂ ਬਾਅਦ, ਦੈਨ ਉਸ ਦੇ ਜਦੋਂ ਸਾਰੇ ਓਬਜੈਕਸ਼ਨਸ ਦੂਰ ਹੋ ਜਾਂਦੇ ਹੈ, देयर आफ्टर ही इज़ आस्क्ड, मतलब डेवलपर इज़ आस्क्ड टू पे दी प्रोसेसिंग फ़ी।
that is 20,000 plus GST 18%. LOI ਜਦੋਂ issue ਹੁੰਦੀ ਹੈ ਉਹਦੇ ਵਿੱਚ ਇਹ ਕੰਡੀਸ਼ਨ ਨਹੀਂ ਲੱਗੀ ਹੁੰਦੀ ਡਿਵੈਲਪਰ will go for 6.6.2 No, that is left to the developer. that should be incorporated because there is no space to install 66 kV substation in many Yes. of the colonies. Right. That should be incorporated in that. हाँ मतलब वो issue ਕੀ ਕਰਦਾ ਪਾਰਕਿੰਗ ਸਪੇਸਿਸ ਦੇ ਵਿੱਚ ਉਹ ਆਪਣਾ ਗ੍ਰਿਡ ਸਬਸਟੇਸ਼ਨ ਸ਼ੋ ਕਰ ਦਿੰਦਾ ਹੈ ਉਹਨਾਂ ਰਾਈਟ ਬਟ ਆਪਾਂ LOI ਚ ਇੰਨਾ ਜਨਰਲਾਈਜ਼ ਨਹੀਂ ਲਿਖਦੇ, ਆਪਾਂ ਲਿਖ ਦਿੰਦੇ ਹਾਂ ਐਜ਼ ਪਰ PSPCL ਰੈਗੂਲਰ ਜੋ ਰੈਗੂਲੇਸ਼ਨਸ ਹੈ। ਨਕਸ਼ਾ ਪਾਸ ਹੋ ਗਿਆ ਉਸ ਤੋਂ ਬਾਅਦ ਉਹ ਰਿਵਾਈਜ਼ ਹੋਣਾ ਹੋਏਗਾ। हाँ दैट इज़ द इशू। फिर नोटेड योर पॉइंट आफ्टर सक्सैसफुल पेमेंट ऑफ फी ये विंडो अगे चली जाएगी कंसर्न डिवीजन ते जिथे तुसी प्रपोजल तैयार करना है। हुण वो प्रपोजल तैयार करन दे लई सारा कुछ या तो जेई हैं या जो भी हैं और वो सारा उन्होंने तो तैयार करवाया जाता है DHD CHD जो whosoever checks। ਜਦੋਂ ਉਹ ਸੈਟਿਸਫੈਕਟਰੀ ਹੋ ਜਾਏਗਾ ਦੈਨ ਯੂ ਆਸਕ ਦਾ ਡਿਵੈਲਪਰ ਟੂ ਸਬਮਿਟ 35% ਬੈਂਕ ਗਰੰਟੀ। ਉਸ ਤੋਂ ਬਾਅਦ ਜਦੋਂ ਬੈਂਕ ਗਰੰਟੀ ਜਮ੍ਹਾਂ ਕਰਵਾ ਦੇਗਾ ਦੈਨ ਵੀ ਵਿਲ ਗ੍ਰਾਂਟ ਦੀ NOC। ਔਰ NOC ਦੀ ਕਨੈਕਟੀਵਿਟੀ ਤਾਂ ਦੇਣੀ ਹੈ ਜਦੋਂ NOC ਦੀ ਟਰਮਸ ਐਂਡ ਕੰਡੀਸ਼ਨਸ ਦੀ ਕੰਪਲਾਇੰਸ ਹੋ ਜਾਏ। ਉਸ ਤੋਂ ਬਾਅਦ ਦਿਸ ਇਜ਼ ਰਿਗਾਰਡਿੰਗ NOC ਆਫ PSPCL। ਇਹ ਅਸੀਂ ਜੋ ਡੈਲੀਗੇਸ਼ਨਸ ਕੀਤੀਆਂ ਸੀ ਸਭ ਆਪਣੀ 1 ਜਨਵਰੀ 2023 ਤੋਂ ਆਪਾਂ ਨੇ ਪਾਵਰਸ ਡੈਲੀਗੇਟ ਕਰ ਦਿੱਤੀਆਂ। ਅਪ ਟੂ 2000 kV ਐਸਟੀਮੇਟਿਡ ਲੋਡ ਦੇ ਲਈ ਕੰਸਰਨ ਸਰਕਲ ਵਿਲ ਡੂ ਦੀ NOC। ਦੈਨ 2000 ਤੋਂ ਲੈ ਕੇ 4000 kVA ਤੱਕ ਕੰਸਰਨ ਚੀਫ ਜ਼ੋਨ ਵਿਲ ਡੂ ਦੀ NOC ਐਂਡ ਅਬਵ 4000 kVA ਚੀਫ ਇੰਜੀਨੀਅਰ ਕਮਰਸ਼ੀਅਲ ਵਿਲ ਡੂ ਦੀ NOC। जस्ट अ सैंपल ਹੁਣ ਜੋ ਡਿਵੈਲਪਰ ਹੈ 5 ਪ੍ਰਕਾਰ ਦੇ ਹੋ ਸਕਦੇ ਆ ਆਈਦਰ ਅ ਕੰਪਨੀ ਔਰ ਅ ਪਾਰਟਨਰਸ਼ਿਪ ਫਰਮ ਪ੍ਰੋਪਰਾਈਟਰਸ਼ਿਪ ਫਰਮ ਜਾਂ ਸਰਕਾਰੀ ਅਦਾਰਾ ਹੋ ਸਕਦਾ ਹੈ ਲਾਈਕ PDA ਗਮਾਡਾ ਗਲਾਡਾ ਜਾਂ ਫਿਰ ਉਹ ਇੱਕ ਕੋਆਪਰੇਟਿਵ ਸੁਸਾਇਟੀ ਵੀ ਹੋ ਸਕਦੀ ਹੈ। ਉਸ ਦੇ ਅਕੋਰਡਿੰਗਲੀ ਥੀਸ ਆਰ ਦਾ ਮੈਕਸਿਮਮ ਡਾਕੂਮੈਂਟਸ ਆਰ ਰਿਕਵਾयर्ड ਫॉर अ कंपनी। ਹੁਣ ਇਹ ਡਾਕੂਮੈਂਟਸ जो लोग नीचे NOC चेक कर रहे हैं जेईज हैं या बदकिस्मती नाल किसी जगह पे RA भी ये डॉकूमेंट चेक कर रहे हैं रेवन्यू का काम छोड़ के RA ही NOC का प्रपोजल भी बना रहे हैं। ਹੁਣ ਇਹਦੇ ਵਿੱਚ ਲਾਈਕ ਸਰਟੀਫਾਈਡ ਕਾਪੀ ਆਫ ਇਨਕੋਰਪੋਰੇਸ਼ਨ ਆਫ ਕੰਪਨੀ ਸਰਟੀਫਾਈਡ ਕਾਪੀ ਆਫ ਮੈਮੋਰੈਂਡਮ लिस्ट ऑफ डायरैक्टर्स सर्टिफाइड कॉपी ऑफ रेजोल्यूशन ऑथराइजिंग द सिग्नेटरी। हुण जेडे डॉकूमेंट सबमिट करूगा कोई फर्म अपनी स्टैंप का लगाऊगा नाल देयर हैज़ टू बी वन पर्सन हु हैज़ बीन ऑथराइज्ड बाय द बोर्ड ऑफ डायरैक्टर्स ऑफ द फर्म टू डील विद PSPCL फॉर द ग्रांट ऑफ दिस NOC। वो एक बंदा जिन्हों ऑथराइजेशन है केवल तो केवल वही डॉकूमेंट से साइन करके सबमिट कराएगा। then CLU है कॉपी ऑफ लाइसेंस परमिशन अप्रूवल या कॉपी ऑफ अप्रूव्ड लेआउट प्लान then इलैक्ट्रिकल लेआउट प्लान then डिटेल्ड लोड शीट। हुण सब तो पहले तुहाडा लोड शीट इज़ द मेन जिस्ट। जेड़े लोग भी इस दे डॉकूमेंट्स चेक कर रहे हैं उन्हां दे लई मेन थिंग इज़ दी लोड शीट। जे लोड शीट गलत हो गई कुछ लोड छुट गया बंदे ने तुहानू लोअर ग्राउंड फ्लोर अपर ग्राउंड फ्लोर फर्स्ट फ्लोर सैकेंड फ्लोर बनाई है लेकिन बाद विच हो सकता है वो इधर उधर या एरिया वधा ले या उस तरह कुछ कर ले या उसने कुछ एरिया छुपा रखा सी बट उत्थे भी कुछ बना रहा होए बाद विच। सो बैटर है तुसी लोड शीट जो ਉਹਦੀ ਅਪਰੂਵਡ ਲੇਆਊਟ ਡਰਾਇੰਗ ਦੇ ਨਾਲ ਟੈਲੀ ਕਰੋਗੇ। ਅਪਰੂਵਡ ਲੇਆਊਟ ਡਰਾਇੰਗ ਇਜ਼ ਸਾਈਨਡ ਬਾਈ ਦੀ ਕੰਪੀਟੈਂਟ ਅਥਾਰਟੀ ਜੋ ਵੀ ਕੰਸਰਨਡ ਜਾਂ ਤਾਂ EOMC ਦੇ ਹੋਣਗੇ ਜਾਂ ADC ਅਰਬਨ ਡਿਵੈਲਪਮੈਂਟ ਦੇ ਦਫ਼ਤਰ 'ਚ ਕਿਸੇ ਦੇ ਸਾਈਨ ਹੋਣਗੇ। ਅਦਰਵਾਈਜ਼ ਜੇ ਉਹ ਪੂਡਾ ਦੀ ਕੋਈ ਅਥਾਰਟੀ ਹੋਏਗੀ ਤਾਂ ਉਸ 'ਤੇ CTP STP DTP ਦੇ ਕਿਸੇ ਦੇ ਸਾਈਨ ਹੋਣਗੇ ਸਟੈਂਪ ਹੋਏਗੀ। ਅੱਜ ਕੱਲ੍ਹ ਡਿਜੀਟਲ ਸਿਗਨੇਚਰ ਹੁੰਦੇ ਹੈ ਦੈਨ ਯੂ ਕੈਨ ਸਕੈਨ ਦੈਟ ਉਹ ਬਾਰ ਕੋਡ ਜਿਹਾ ਬਣਿਆ ਹੁੰਦਾ ਸਕੁਏਅਰ ਕੋਡ ਯੂ ਕੈਨ ਸਕੈਨ ਦੈਟ ਯੂ ਕੈਨ ਗੈਟ ਦੀ ਨੇਮ ਐਂਡ ਡੈਜ਼ਿਗਨੇਸ਼ਨ ਆਫ ਦਾ ਸਾਈਨਿੰਗ ਅਥਾਰਟੀ। ਸਰ ਉਹਦੇ ਬਾਰੇ
ਹਾਂਜੀ ਯੈਸ ਸਰ ਦੇਖੋ ਉਹ ਪ੍ਰੋਵੀਜ਼ਨਲ ਸਰਟੀਫਿਕੇਟ ਹੁੰਦਾ 1 ਸਾਲ ਵਾਸਤੇ। ਬੇਸਿਕਲੀ ਜਿਹੜਾ ਬੰਦਾ ਆਊਗਾ ਫਰੈਸ਼ ਲੈ ਕੇ ਨਹੀਂ ਆਊਗਾ, ਉਹਦਾ 2020-21 ਦਾ ਇੱਦਾਂ ਦਾ ਹੋਊਗਾ, ਦੈਨ ਯੂ ਕੈਨ ਆਸਕ ਕਿ ਮੈਨੂੰ ਰੈਗੂਲਰਾਈਜੇਸ਼ਨ ਦਾ ਫਾਈਨਲ ਸਰਟੀਫਿਕੇਟ ਲਿਆ ਕੇ ਦੇ। ਆਪਾਂ ਪ੍ਰੋਸੈਸ ਨਹੀਂ ਕਰਾਂਗੇ ਬਿਕੋਜ਼ ਜੇ ਉਹਨੇ ਨਹੀਂ ਕਰਾਇਆ ਹੋਇਆ ਸਰ ਉੱਦਾਂ ਨਹੀਂ ਹੁੰਦਾ ਜੀ। ਉਹ ਤੁਹਾਨੂੰ ਲਿਖ ਕੇ ਜੇ ਆਊਗਾ ਨਾ ਉਸ 'ਚ ਇਹ ਲਿਖਿਆ ਆਊਗਾ ਕਿ ਜਾਂ ਤਾਂ ਨਵਾਂ ਬਣਾ ਦੇਣਗੇ, ਨਹੀਂ ਤਾਂ ਲਿਖਿਆ ਆਊਗਾ 2 ਟੁਕ ਜਵਾਬ ਕਿ ਇਸੀ ਨੂੰ ਫਾਈਨਲ ਸਮਝਿਆ ਜਾਵੇ, ਬੰਦੇ ਨੇ ਆਪਣੇ ਪੈਸੇ ਭਰਾਤੇ। ਯੈਸ ਹਾਂ ਉਹੀ ਪ੍ਰੋਬਲਮ ਹੈ, ਉਹ ਵੇਟ ਕਰਦਾ ਹੁੰਦਾ, ਤਾਂ ਹੀ ਅਸੀਂ ਉਹਨੂੰ ਕਵਾਂਗੇ ਅਥਾਰਟੀ ਤੋਂ ਲੇਟੈਸਟ ਸਟੇਟਸ ਲੈ ਕੇ ਆ ਜਾਂ ਤਾਂ ਫਾਈਨਲ ਲੈ ਕੇ ਆ, ਕਿਉਂਕਿ ਤੁਹਾਡੀ ਨਕਸ਼ੇ ਦੇ ਉੱਪਰ ਸਾਰਾ ਦਾਰੋਮਦਾਰ ਹੈ। ਨਕਸ਼ੇ ਦੇ ਵਿੱਚ ਜੇ ਤੁਹਾਡਾ ਕੋਈ ਲਾਈਕ ਲਿਖਿਆ ਹੋਇਆ ਹੈ ਫॉर ਫਿਊਚਰ ਐਕਸਪੈਂਸ਼ਨ ਲੇਕਿਨ ਮੰਤਵ ਨਹੀਂ ਲਿਖਿਆ, ਮੰਤਵ ਮੀਨਸ ਕਿਸ ਚੀਜ਼ ਦੇ ਲਈ, ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪਰਪਸ ਵਾਸਤੇ ਮੈਂ ਏਰੀਆ ਤਾਂ ਛੋੜਤਾ, ਉੱਥੇ EWS ਬਣਾਉਣਾ ਜਾਂ ਕੀ ਬਣਾਉਣਾ ਨਹੀਂ ਲਿਖਿਆ, ਇਨ ਦੈਟ ਕੇਸ ਉਸ ਏਰੀਏ ਦਾ ਲੋਡ ਛੱਡ ਸਕਦੇ ਹੋ। ਲੇਕਿਨ ਜੇ ਤੁਹਾਡਾ ਏਰੀਆ ਵੀ ਲਿਖਿਆ ਹੋਇਆ ਹੈ ਔਰ ਪਰਪਸ ਵੀ ਲਿਖਿਆ ਹੋਇਆ ਦੈਨ ਯੂ ਹੈਵ ਟੂ ਟੇਕ ਦੈਟ ਲੋਡ ਫॉर ਦਾ ਲੋਡ ਸ਼ੀਟ। ਉਸ ਤੋਂ ਇਲਾਵਾ ਹੁਣ ਜਿਹੜੇ ਤੁਹਾਡੇ ਫਲੈਟਸ ਹੈ, ਗਰੁੱਪ ਹਾਊਸਿੰਗ ਪ੍ਰੋਜੈਕਟਸ ਹੈ, ਉਹਦੇ ਵਿੱਚ ਤੁਸੀਂ ਕੰਡੀਸ਼ਨ ਪਾਉਂਦੇ ਹੁੰਦੇ ਹੋ। ਪਹਿਲਾਂ ਤਾਂ ਤੁਹਾਨੂੰ 2 ਏਕੜ ਜਿਵੇਂ ਛੱਡਤਾ ਉਹਨੇ 10 ਏਕੜ 'ਚੋਂ ਕਿ ਇੱਥੇ ਮੈਂ ਗਰੁੱਪ ਹਾਊਸਿੰਗ ਬਣਾਊਂਗਾ, ਉਦੋਂ ਤੁਸੀਂ ਲੈਣਾ ਹੈ ਉਹਦਾ 2 ਏਕੜ ਦੇ ਹਿਸਾਬ ਨਾਲ ਜੋ ਗਰੁੱਪ ਹਾਊਸਿੰਗ ਨੋਰਮਸ ਹੈ 37 ਵਾਟ ਪਰ ਸਕੁਆਇਰ ਯਾਰਡ ਦੇ ਹਿਸਾਬ ਨਾਲ ਲੋਡ ਐਸਟੀਮੇਟ ਕਰਕੇ ਲੋਡ ਸ਼ੀਟ ਲਓਗੇ। ਲੇਕਿਨ ਨਾਲ ਕੰਡੀਸ਼ਨ ਪਾ ਦੋਗੇ ਜਦੋਂ ਇਹ ਐਕਚੁਅਲੀ ਡਿਵੈਲਪ ਹੋਏਗੀ, ਇਹ ਵਾਲੀ ਗਰੁੱਪ ਹਾਊਸਿੰਗ ਬਣਾਏਗਾ, ਦੈਨ ਯੂ ਵਿਲ ਸੀਕ ਅ ਰਿਵਾਈਜ਼ਡ NOC ਫਰੋਮ PSPCL। ਇੱਕ ਹੁਣ ਜੋ ਡਾਕੂਮੈਂਟ ਦੀ ਚੈਕਿੰਗ ਕਰਨੀ ਹੈ ਸਮਬਡੀ ਇਜ਼ ਡੂਇੰਗ, ਕੋਈ ਜ਼ੀਰਕਪੁਰ ਦੇ ਵਿੱਚ ਕੋਈ ਕਰ ਰਹੇ ਹੋ ਡਾਕੂਮੈਂਟ ਚੈਕਿੰਗ? ਜਿਵੇਂ ਤੁਹਾਡੇ ਕੋਲ NOC ਕੇਸਿਸ ਆਉਂਦੇ ਹੈ ਡਿਵੀਜ਼ਨ 'ਚ ਕੋਈ ਨਹੀਂ ਡਾਕੂਮੈਂਟ ਚੈੱਕ ਕਰਦਾ? ਆਏ ਨਹੀਂ ਜਿਹੜੇ ਚੈੱਕ ਕਰਨ ਵਾਲੇ ਅਮਰੀਕ ਜੀ? क्योंकि ये जो डॉक्यूमेंट चैकिंग है यही मेन चीज़ है, होर चाहे चल जूगी लेकिन ये जिथे लोड छड्या गया उहदे सीधे पैसे हैं, हो सकता है वो SLC पा के करोड़ों रुपए चले जान। लोड बहुत प्रॉपर चेक करना है। हाँ जी जी यस हाँ नहीं ਉਹਨੂੰ ਅਪਰੂਵਲ ਜੋ ਹੁੰਦਾ ਹੈ ਬਿਲਡਿੰਗ ਬਾਈਲਾਜ਼ ਹੈ ਸਟਿਲਟ +4 ਦਾ ਜਾਂ ਜਿੱਦਾਂ ਵੀ G+2 ਦਾ ਇਟ ਹੈਵ ਕਮਰਸ਼ੀਅਲ ਦੇ ਵਿੱਚ ਵੀ ਦੇ ਹਾਂ ਉਹਦੇ ਲਈ ਵੀ ਬਿਲਡਿੰਗ ਪਲਾਨ ਦੇ ਅਕੋਰਡਿੰਗਲੀ ਦੇਰ ਆਰ ਬਾਈਲਾਜ਼, ਉਹਨੂੰ ਵਾਇਲੇਟ ਨਹੀਂ ਕਰ ਸਕਦਾ। ਉਹਦੇ ਵਿੱਚ ਨੋ ਹਾਂ ਉਸ 'ਚ ਇਕੱਲਾ ਪਲਾਟ ਸ਼ੋ ਹੁੰਦਾ ਡਰਾਇੰਗ 'ਚ। ਬਿਲਕੁਲ ਸਰ, ਜਦੋਂ ਬਣ ਰਿਹਾ ਹੁੰਦਾ ਹੈ ਸਾਡੀ ਟੀਮਸ ਬੈਠੀਆਂ ਹੈ, ਇਹਨਾਂ ਨੇ ਬਾਲਾ ਜੀ ਨੂੰ 2 ਵਾਰੀ NOC ਰਿਵਾਈਜ਼ ਕਰਾਉਣ ਨੂੰ ਮਜਬੂਰ ਕਰਤਾ। ਪਹਿਲੇ ਉਹਨੇ 8 ਦਿਖਾਏ ਸੀ, ਫਿਰ ਫੜ ਲਿਆ ਸਾਡੇ। ਮੈਂ ਉਹੀ ਕਹਿ ਰਿਹਾ ਰਿਵਾਈਜ਼ NOC ਹਾਂ ਯੈਸ ਓਕੇ NOC ਕੌਣ ਲੈ ਰਿਹਾ ਹੈ? ਬੰਦੇ ਤਾਂ ਨਹੀਂ ਲੈਂਦੇ ਨਾ NOC, ਜੋ ਲੈ ਰਿਹਾ ਹੈ ਬਿਲकुल सर देखो जो रेगुलराइज्ड हैं जिन्हों ने पहले NOC ले लिया, पहले जब तक NOC एक्सपायर नहीं होंदा ही हैज़ टू डू द कंप्लायंस विद NOC। उस तो बाद नाउ अगे की करना है, जे उन्हें उहदे कंडीशन नहीं भी पई हुई अपनी मर्जी नाल लै रहा सी, दैन कंडीशन नहीं पई हुई आफ्टर दोज 5 ईयर्स उसनूं आपां उहदे विच लिया सकते हाँ स्पैशल अप्रूवल लैके। बेसिकली की है ना, जिवें
ਲੋਡ ਟਰਾਂਸਫਾਰਮਰਸ ਵੀ ਰੱਖ ਲਏ ਪ੍ਰਾਈਵੇਟ ਉਹ ਵਾਲੀ ਪ੍ਰੋਬਲਮ ਬ੍ਰਦਰ ਆ ਰਹੀ ਹੈ JLPL 'ਚ ਵੀ ਆ ਰਹੀ ਹੈ IT ਸਿਟੀ 'ਚ ਗਮਾਡਾ 'ਚ ਵੀ ਆ ਰਹੀ ਹੈ ਉਹ ਜਿੱਥੇ ਹੁਣ ਕਈ ਲੋਕਾਂ ਨੇ ਇੰਡੀਵਿਜੂਅਲ ਘਰ ਬਣਾ ਲਏ ਲੇਕਿਨ ਬਣਾਏ ਹੈ ਫਲੈਟਸ ਫਸਟ ਫਲੋਰ ਸੈਕਿੰਡ ਫਲੋਰ ਉਹ ਜਿੱਥੇ 10 ਕਿਲੋਵਾਟ ਆਉਣਾ ਸੀ ਉੱਥੇ 30-35 ਕਿਲੋਵਾਟ ਲੋਡ ਆ ਰਿਹਾ ਹੈ ਦੈਟ ਵੀ ਹੈਵ ਆਲਰੇਡੀ ਟੇਕਨ ਅਪ ਵਿਦ ਗਮਾਡਾ ਕਿ ਜੇ ਤੁਸੀਂ ਐਵੇਂ ਕਰਵਾਓਗੇ ਤਾਂ ਆਪਣੀ ਰਿਡੰਡੈਂਸੀ ਵੀ ਪਾ ਕੇ ਰੱਖੋ ਬਿਕੋਜ਼ ਯੂ ਆਰ ਲੇਇੰਗ ਦੀ LD ਸਿਸਟਮ ਗਮਾਡਾ ਕੋਲ ਜਾਣ ਕੇ ਆਪਾਂ ਕੀ ਕਰਦੇ ਹਾਂ ਬੇਸਿਕਲੀ ਕਿ ਜਿਹੜੇ ਲੋਡਿੰਗ ਨੋਰਮਸ ਹੈ ਇੱਕ ਉਹ ਇੰਕਰੀਜ਼ ਕਰਵਾ ਲਈਏ ਸਰ ਉਹ ਸਰ ਬਹੁਤ ਘੱਟ ਨੇ ਜੀ ਅੱਜ ਦੀ ਡੇਟ ਦੇ ਵਿੱਚ ਜਿਵੇਂ ਨਾ IT ਸਿਟੀ 'ਚ ਲਿਫਟ ਸਰੇਕਸ਼ਨ ਲਵਾ ਲੀਆਂ ਉੱਥੇ ਟਰਾਂਸਫਾਰਮਰ ਓਵਰਲੋਡ ਹੋਣ ਲੱਗ ਗਏ ਯਾਰ ਦੇਖੋ ਲੋਡਿੰਗ ਨੋਰਮਸ ਦੇ ਆਰ ਪ੍ਰੀ ਡਿਫਾਈਨਡ ਹੁਣ ਲੋਡਿੰਗ ਨੋਰਮਸ ਜਦੋਂ ਰਿਵਾਈਜ਼ ਹੋਏ ਸੀ 11th ਅਮੈਂਡਮੈਂਟ ਵਿੱਚ ਰਿਵਾਈਜ਼ ਹੋਏ ਠੀਕ ਹੈ ਨਾ ਦੈਨ ਜੋ ਵੀ ਅਸੀਂ ਪੁੱਟ ਅਪ ਕੀਤਾ ਈਵਨ ਵੀ ਮੇਡ ਫਲੈਟਸ ਦੇ ਲੋਡਿੰਗ ਨੋਰਮਸ ਅਸੀਂ ਉਹ ਹਰਿਆਣਾ ਦੇ ਕਾਪੀ ਕੀਤੇ ਆ ਜਿਵੇਂ ਵੀ ਕੀਤੇ ਆਪਾਂ ਬਣਾਏ ਆਪਣੇ ਵੀ ਉਦੋਂ ਦੇਰ ਸ਼ੁੱਡ ਹੈਵ ਬੀਨ ਇਨਪੁਟ ਕਮਿਸ਼ਨ ਦੇ ਵਿੱਚ ਤਾਂ ਸਾਰੇ ਜਾਂਦੇ ਆ ਐਸੀ ਮੋਹਾਲੀ ਵੀ ਜਾ ਰਹੇ ਸੀ ਸਾਰੇ ਨੋਬਡੀ ਗੇਵ ਐਨ ਇਨਪੁਟ ਕਿ ਐਵੇਂ ਪ੍ਰੋਬਲਮ ਹੋ ਰਹੀ ਹੈ ਕੁਝ ਕਰਦੇ ਆ ਤੁਹਾਡਾ ਜੋ ਹਾਂ ਲੈ ਲਵੇ ਬ੍ਰਦਰ ਦੇਖੋ ਢਿੱਲੋਂ ਸਾਹਿਬ ਜਿਹੜੇ ਆਪਣੇ ਪਲਾਟਸ ਹੈ ਜੇ 100 ਪਲਾਟਸ ਹੈ ਤੁਹਾਡਾ ਜੇ ਐਸਟੀਮੇਟਿਡ ਲੋਡ ਹੈ ਨਾ ਕਾਲੋਨੀ ਦਾ ਉਹ ਜਾਂ ਤਾਂ ਟੋਟਲ ਐਕਸੀਡ ਹੋਏ MDI ਉਸ ਤੋਂ ਜ਼ਿਆਦਾ ਆਏ ਉਹ ਨਹੀਂ ਆਉਂਦੀ ਹੁੰਦੀ ਤੁਹਾਡੇ 10-15 ਸਾਲ ਤੱਕ ਨਹੀਂ ਉਹ ਆਏਗੀ ਕਿਉਂਕਿ ਉਹ ਲਾਅ ਆਫ ਐਵਰੇजेस ਵੀ ਹੁੰਦਾ ਕਿਸੇ ਨੇ 3 ਫਲੋਰ ਬਣਾਇਆ ਕੋਈ ਗਰਾਊਂਡ ਫਲੋਰ ਵੀ ਬਣਾ ਕੇ ਬੈਠਿਆ ਹੈ हाँ वो ट्रांसफार्मर का इशूज़ आया है वो डेलीब्रेट कर रहे हैं ਅਸੀਂ ਫॉर एग्जांपल ਇੰਡਸਟਰੀਅਲ ਪਲਾਟ ਨੂੰ ਅਪਰੂਵ 200 ਕਿਲੋਵਾਟ ਹੈ ਉੱਥੇ ਪਰ ਲਾ ਦੀ ਕਿ 200 ਕਿਲੋਵਾਟ ਦੇਣਾ ਨਹੀਂ ਮੈਕਸਿਮਮ ਪ੍ਰੋਪਰ ਐਵੇਂ ਕਰ ਸਕਦੇ ਆਪਾਂ नहीं वी कैन नॉट ਆਪਾਂ ਦੇਖੋ ਬ੍ਰਦਰ ਆਪਣੇ ਜੋ ਲੋਡਿੰਗ ਨੋਰਮਸ ਹੈ ਸਕੁਏਅਰ ਯਾਰਡ ਦੇ ਅਨੁਸਾਰ ਮੈਂ ਤੁਹਾਨੂੰ ਦਿਖਾਊਂਗਾ ਇਸ ਤੋਂ ਅਗਲੀ ਸਲਾਈਡ ਤੇ ਉਹ ਹੈ ਉਹਦੇ ਵਿੱਚ ਹੁਣ ਮੈਂ ਇੱਕ ਐਸਟੀਮੇਟ ਲੈ ਰਿਹਾ ਤੇਰਾ ਇੰਨਾ ਏਰੀਆ ਤਾਂ ਇੰਨਾ ਲੋਡ ਹੋਏਗਾ ਜ਼ਰੂਰੀ ਥੋੜ੍ਹਾ ਤੂੰ ਉਨਾ ਹੀ ਲਏਗਾ ਘੱਟ ਵੀ ਲੈ ਸਕਦਾ ਐਕਚੁਅਲ ਐਂਡ ਫਾਰਮ 'ਤੇ ਔਰ ਕੋਈ ਜ਼ਿਆਦਾ ਵੀ ਲੈ ਸਕਦਾ ਨੋ ਉਸ ਤੋਂ ਬਾਅਦ ਸਾਰਿਆਂ ਦੇ ਉੱਤੇ ਡਾਇਵਰਸਿਟੀ ਫੈਕਟਰ ਹੈ ਇਹ ਜੋ ਟਰਾਂਸਫਾਰਮਰ ਓਵਰਲੋਡ ਹੈ ਦੈਟ ਕਮਸ ਇਨ ਦਾ ਇੰਡਸਟਰੀਅਲ ਜਿੱਥੇ 100% ਲੋਡਿੰਗ ਚੱਲਦੀ ਹੈ ਟਰਾਂਸਫਾਰਮਰ 'ਤੇ ਵੀ ਐਂਡ ਡਾਇਵਰਸਿਟੀ ਫੈਕਟਰ ਨਹੀਂ ਹੁੰਦਾ ਡੋਮੈਸਟਿਕ ਤੇ ਹੈ ਕਮਰਸ਼ੀਅਲ ਤੇ ਇੰਡਸਟਰੀ ਦੀ ਪ੍ਰੋਬਲਮ ਆ ਚੁੱਕੀ ਆ ਗਈ ਹੈ ਸਰ ਉਹ ਸਾਡੇ ਕੋਲ ਲੈਟਰਸ ਆਈਆਂ ਹੋਈਆਂ ਅਸੀਂ ਮੀਟਿੰਗਸ ਟੇਕਅਪ ਕਰ ਰਹੇ ਹਾਂ ਹੁਣ ਇਹਦੇ ਵਿੱਚ ਜੋ ਮੇਨ ਇੰਪੋਰਟੈਂਟ ਡਾਕੂਮੈਂਟਸ ਤੁਹਾਡੇ ਕੰਪਨੀ ਨਾਲ ਰਿਲੇਟਿਡ ਡਾਕੂਮੈਂਟਸ ਨੇ ਦੋਜ਼ ਆਰ ਟੂ ਬੀ CA ਟੈਸਟਡ ਕਿਉਂਕਿ ਵਿਦਾਊਟ CA ਟੈਸਟਡ ਤੇ ਨਾ ਕੰਮ ਕਰਿਆ ਕਰੋ ਮੇ ਬੀ ਦੇ ਆਰ ਫਾਈਜ਼ਡ ਔਰ ਕਿਉਂਕਿ ਡਿਵੈਲਪਰ ਕੁਝ ਵੀ ਕਰੇਗਾ NOC ਲੈਣ ਵਾਸਤੇ ਲਿਸਟ ਆਫ ਡਾਇਰੈਕਟਰਸ ਹੁੰਦੀ ਹੈ ਜੋ ਫਾਰਮ C ਐਂਡ ਫਾਰਮ A ਇਨਕੋਰਪੋਰੇਸ਼ਨ ਆਫ ਫਰਮ ਐਂਡ CLU ਹੈ CLU 'ਚ ਕੀ ਚੈੱਕ ਕਰਨਾ ਹੈ ਲਾਇਸੈਂਸ 'ਚ ਕੀ ਚੈੱਕ ਕਰਨਾ ਹੈ ਅਪਰੂਵਡ ਲੇਆਊਟ ਪਲਾਨ 'ਚ ਕੀ ਚੈੱਕ ਕਰਨਾ ਹੈ ਤੁਸੀਂ ਇਨ ਕੇਸ ਤੁਹਾਨੂੰ FAR ਨਹੀਂ ਮਿਲਦਾ ਤੁਸੀਂ ਬੰਦੇ ਤੋਂ ਜ਼ੋਨਿੰਗ ਪਲਾਨ ਵੀ ਮੰਗਵਾ ਸਕਦੇ ਹੋ ਜੇ ਬਹੁਤ ਵੱਡੀ ਕਾਲੋਨੀ ਹੈ ਉਹਦੇ ਡਰਾਇੰਗ 'ਤੇ ਜਿਵੇਂ SCOs ਹੈ FAR ਨਹੀਂ ਲਿਖਿਆ ਜਾਂ G+3 ਨਹੀਂ ਲਿਖਿਆ ਤਾਂ ਯੂ ਕੈਨ ਆਸਕ ਫॉर ਦੀ ਜ਼ੋਨਿੰਗ ਪਲਾਨ ਆਲਸੋ ਤੁਹਾਨੂੰ ਜ਼ੋਨਿੰਗ ਪਲਾਨ 'ਚ ਪੱਕਾ FAR ਮਿਲ ਜਾਏਗਾ ਉਸ ਤੋਂ ਬਾਅਦ ਲੋਡ ਸ਼ੀਟ ਉਹਦੇ ਅਕੋਰਡਿੰਗਲੀ ਚੈੱਕ ਕਰਨੀ ਹੈ ਦੈਨ ਐਸਟੀਮੇਟਿਡ ਕਾਸਟ ਆਫ LD ਸਿਸਟਮ ਤੁਹਾਡੇ ਇਸ ਲੋਡ ਐਸਟੀਮੇਸ਼ਨ ਦੇ ਉੱਪਰ ਬਣੇਗੀ ਦੈਨ ਇਲੈਕਟ੍ਰੀਕਲ ਲੇਆਊਟ ਪਲਾਨ ਦੇ ਉੱਤੇ ਤੁਸੀਂ ਉਹ ਸਾਰਾ ਜੋ ਇੰਨੇ ਟਰਾਂਸਫਾਰਮਰਸ ਇਸ ਤਰ੍ਹਾਂ ਕਰਕੇ ਲਗਾਉਣੇ ਦੋਜ਼ ਯੂ ਆਰ ਗੋਇੰਗ ਟੂ ਮਾਰਕ ਔਨ ਦੈਟ ਹੁਣ ਦਿਸ ਇਜ਼ ਦਾ ਟਾਈਮ ਲਾਈਨ ਇਨੀਸ਼ੀਅਲ ਡਾਕੂਮੈਂਟ ਚੈਕਿੰਗ 10 days ਹੈ ਫਿਰ ਫਰੇਮਿੰਗ ਆਫ ਟੈਕਨੀਕਲ ਪ੍ਰਪੋਜ਼ਲ 12 days checking of the technical proposal 7 days then processing of proposals 7 days and again for approval of NOC 7 days ਹੁਣ ਇਹ ਹੈ ਤੁਹਾਡੀ ਸਪਲਾਈ ਕੋਡ ਦੀ ਰੈਗੂਲੇਸ਼ਨਸ 673 ਜੇ ਕੋਈ ਰੋਲਾ ਪਾਉਣ ਲੱਗ ਜਾਏ ਤੁਸੀਂ 45 ਦਿਨ ਦੇ ਵਿੱਚ NOC ਦੇਣਾ ਸੀ ਅੱਜ ਕੱਲ੍ਹ ਕੁਛ ਲੋਕ ਜ਼ਿਆਦਾ ਓਵਰ ਸਮਾਰਟ ਹੋ ਗਏ ਹੈ ਮੈਂ ਤੁਹਾਡੀ ਸ਼ਿਕਾਇਤ ਕਰ ਦੂੰਗਾ ਮੇਰੇ ਤਾਂ 2 ਮਹੀਨੇ ਹੋ ਗਏ ਜੀ ਉਸ ਨੂੰ ਇਹ ਰੈਗੂਲੇਸ਼ਨ ਪੜ੍ਹਾ ਦਿਓ The NOC shall be issued by licensee within 45 days of receipt of complete proposal in all respects along with requisite documents and BG to the satisfaction ਜਦ ਤੱਕ ਉਹ BG ਨਹੀਂ ਦਿੰਦਾ NOC ਨਹੀਂ ਹੋ ਸਕਦਾ BG ਦਾ ਕਈ ਲੋਕ ਸਾਲ ਤੱਕ BG ਨਹੀਂ ਦਿੰਦੇ we are not responsible ਜੇ 2 ਸਾਲ ਤੋਂ ਤੇਰਾ NOC ਨਹੀਂ ਹੋ ਰਿਹਾ
ਦੈਨ ਦਿਸ ਇਜ਼ ਜਸਟ ਅ ਫਲੋ ਚਾਰਟ। ਉਹਨੇ ਆਪਣਾ RID ਕ੍ਰੀਏਟ ਕੀਤਾ, NOC ਐਪਲੀਕੇਸ਼ਨ ਵਾਸਤੇ ਆਪਣੇ ਡਾਕੂਮੈਂਟਸ ਅਪਲੋਡ ਕਰਦਾ ਹੈ। ਦੈਨ ਇਟ ਕਮਸ ਟੂ 4000 ਤੋਂ ਉੱਪਰ ਮੇਰੇ ਕੋਲ, 4000 ਤੋਂ ਥੱਲੇ ਕੰਸਰਨ ਐਕਸੀਡੈਂਟ DS ਕੋਲ ਫॉर ਡਾਕੂਮੈਂਟ ਚੈਕਿੰਗ। ਹੁਣ ਇਹਦੇ ਲਈ ਤੁਹਾਡੇ ਕੋਲ 10 ਦਿਨ ਹੈ। ਜੇ ਤੁਸੀਂ ਓਬਜੈਕਸ਼ਨ ਲਗਾ ਦੋਗੇ, ਓਬਜੈਕਸ਼ਨ ਤੋਂ ਬਾਅਦ ਦੁਬਾਰਾ ਤੁਹਾਡੇ ਕੋਲ ਆਇਆ ਅਗੇਨ ਯੂ ਹੈਵ 10 days। ਇਫ ਆਲ ਡਾਕੂਮੈਂਟਸ ਆਰ ਓਕੇ ਤਾਂ ਨੈਕਸਟ ਸਟੈਪ ਤੇ ਜਾਓਗੇ, ਨਹੀਂ ਤਾਂ ਬੈਕ ਰੈਫਰ ਟੂ ਡਿਵੈਲਪਰ ਫॉर ਰਿਮੂਵਿੰਗ ਦੀ ਓਬਜੈਕਸ਼ਨਸ। ਦੈਨ ਜੇ ਸਾਰੇ ਡਾਕੂਮੈਂਟਸ ਓਕੇ ਹੋ ਜਾਂਦੇ ਹੈ, ਫਿਰ ਨੈਕਸਟ ਸਟੈਪ ਹੈ ਪੇ ਪ੍ਰੋਸੈਸਿੰਗ ਫੀ। ਪੇ ਪ੍ਰੋਸੈਸਿੰਗ ਫੀ ਦੇ ਉੱਤੇ ਜਾਏਗਾ ਤਾਂ ਡਿਵੈਲਪਰ ਨੂੰ ਮੈਸੇਜ ਕਨਵੇ ਹੁੰਦਾ ਹੈ ਕਿ ਤੁਸੀਂ ਇਹ ਪੈਸੇ ਭਰਾਓ। ਦੈਨ ਉਹ ਪੈਸੇ ਭਰਾਉਣ ਤੋਂ ਬਾਅਦ ਵਿੰਡੋ ਨੈਕਸਟ ਸਟੈਪ ਤੇ ਚਲੀ ਜਾਏਗੀ ਫॉर ਫਰੇਮਿੰਗ ਆਫ ਟੈਕਨੀਕਲ ਪ੍ਰਪੋਜ਼ਲ SCDS ਕੋਲ, ਅਤੇ ਉਹ ਪ੍ਰਪੋਜ਼ਲ ਬਣ ਕੇ ਅੱਗੇ SCDS ਨੇ ਵੈਟ ਕਰਕੇ, ਜਾਂ ਤਾਂ SCDS ਆਪ ਕੰਪੀਟੈਂਟ ਹੈ ਤਾਂ ਹੀ ਵਿਲ ਅਪਰੂਵ, ਅਦਰਵਾਈਜ਼ 2000 ਤੋਂ ਲੈ ਕੇ 4000 ਦੀ ਬੈਂਡ ਵਾਲਾ NOC ਜਾਊਗਾ ਚੀਫ ਜ਼ੋਨ ਦੇ ਕੋਲ, ਔਰ 4000 ਤੋਂ ਉੱਪਰ ਵਾਲਾ ਤਾਂ ਇੱਧਰ ਨੋਡਲ ਆਫਿਸ ਕੋਲ ਹੀ ਸਿੱਧਾ ਆਊਗਾ ਫਰੋਮ ਦਾ ਫੀਲਡ। BG ਮਿਲਣ ਉਪਰੰਤ ਹੀ NOC ਦੇਣਾ ਹੈ। ਦੈਨ ਜੋ NOC ਗ੍ਰਾਂਟ ਹੋ ਜਾਏ ਉਸ ਤੋਂ ਬਾਅਦ ਕੀ ਹੈ ਜੀ, ਟੈਂਪਰੇਰੀ ਕਨੈਕਸ਼ਨ ਕੈਨ ਬੀ ਰਿਲੀਜ਼ ਟੂ ਦਾ ਡਿਵੈਲਪਰ ਫॉर ਦਾ ਡਿਵੈਲਪਮੈਂਟ ਵਰਕਸ ਐਟ ਸਾਈਟ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਅੰਦਰ ਘਰ ਬਣਾਉਣ ਦੇ ਲਈ ਵੀ ਟੈਂਪਰੇਰੀ ਕਨੈਕਸ਼ਨ ਦੇਣੇ ਸ਼ੁਰੂ ਕਰ ਦੋਗੇ। ਇਹ ਵਾਲਾ ਟੈਂਪਰੇਰੀ ਕਨੈਕਸ਼ਨ ਦੇਣਾ ਹੈ ਬਾਹਰੋਂ ਟਰਾਂਸਫਾਰਮਰ ਲਗਾ ਕੇ ਆਪਣੇ ਗ੍ਰਿਡ ਤੋਂ, ਲੇਕਿਨ ਜੋ ਅੰਦਰ ਦੇਣੇ ਹੈ ਉਹ ਅੰਦਰ ਦੇ ਬਣੇ ਹੋਏ LD ਸਿਸਟਮ ਤੋਂ ਦੇਣੇ ਹੈ। ਇਸ ਲਈ ਉਹ ਕਨੈਕਸ਼ਨ ਦੇਣ ਲਈ ਅੰਦਰ ਦਾ LD ਸਿਸਟਮ ਹੋਣਾ ਚਾਹੀਦਾ, ਉਸ ਤੋਂ ਬਗੈਰ ਕਨੈਕਸ਼ਨ ਨਹੀਂ ਹੋ ਸਕਦੇ। ਫਿਰ ਜੇ ਉਹ ਕਰਨਾ ਹੈ ਦੈਨ ਕੰਪਲਾਇੰਸ ਆਫ NOC ਇਜ਼ ਟੂ ਬੀ ਡਨ। ਪੈਸੇ ਭਰਾ ਦੇ, ਕਨੈਕਟੀਵਿਟੀ ਚਾਰजेस ਭਰਾ ਦੇ, ਬਾਕੀ ਜੋ ਸੁਪਰਵਿਜ਼ਨ ਚਾਰजेस ਹੈ ਜਾਂ ਸਿਸਟਮ ਲੋਡਿੰਗ ਚਾਰजेस ਭਰਾਏ ਹੋਣ, ਪਲੱਸ ਅੰਦਰ ਦਾ ਕੰਮ ਵੀ ਕੀਤਾ ਹੋਏ, ਫੁੱਲ ਕੰਮ ਕੀਤਾ ਹੋਏ ਜਾਂ ਪਾਰਸ਼ੀਅਲ ਕੰਮ ਕੀਤਾ ਹੋਏ। ਜੇ ਪਾਰਸ਼ੀਅਲ ਕੀਤਾ ਹੋਏ ਦੈਨ ਵੀ ਆਸਕ ਹਿਮ ਬੈਲੈਂਸ ਵਰਕਸ ਹੈ ਜਿੰਨੇ ਤੇਰੇ, ਉਹਦੀ 105% ਵੈਲਿਊ ਦੀ ਬੈਂਕ ਗਰੰਟੀ ਵੀ ਜਮ੍ਹਾਂ ਕਰਵਾਓ। ਦੈਨ ਦਿਸ ਇਜ਼ ਟੋਟਲੀ ਟਰਾਂਸਪੇਰੈਂਟ ਪ੍ਰੋਸੀਜਰ। ਉਹ ਆਪਣੀ ਵਿੰਡੋ ਤੇ ਜੋ ਆਪਣੀ ਐਪਲੀਕੇਸ਼ਨ ਆਪਣੇ ਵਿੰਡੋ ਤੇ ਟਰੈਕ ਵੀ ਕਰ ਸਕਦਾ ਹੈ ਕਿਸ ਵੇਲੇ ਕਿੰਨੇ ਦਿਨਾਂ ਤੇ ਕਿਹੜੀ ਸਟੈਪ ਤੇ ਖੜੀ ਹੋਈ ਹੈ। ਟੈਂਪਰੇਰੀ ਕਨੈਕਸ਼ਨ ਕਿਸ ਨੂੰ, ਟੈਂਪਰੇਰੀ ਕਨੈਕਸ਼ਨ ਸਿਰਫ ਕੰਪਲਾਇੰਸ ਆਫ NOC ਹੈ। ਦੇਖੋ ਤੁਹਾਡੇ ਕੋਲ ਹੈਂਡਓਵਰ ਕਰਾਉਣ ਲਈ ਤਾਂ 5 ਸਾਲ ਵੀ ਹੈਗੇ ਆ, ਕਿਉਂਕਿ 5 ਸਾਲ ਹੈ ਨਾ ਟਰਮ ਆਫ NOC। ਬਟ ਨਾਓ 12th ਅਮੈਂਡਮੈਂਟ ਦੇ ਵਿੱਚ ਕਮਿਸ਼ਨ ਨੇ ਅਲਾਓ ਕਰਤੀ ਆ ਪਾਰਸ਼ੀਅਲ ਹੈਂਡਓਵਰ ਵੀ ਕਰ ਸਕਦੇ ਹੋ। ਆਈਦਰ ਜਾਂ ਪੂਰਾ ਕਰ ਦੂਗਾ ਜਾਂ ਪਾਰਸ਼ੀਅਲ ਕਰਕੇ, ਤੁਸੀਂ ਉਹ ਜ਼ਰੂਰੀ ਨਹੀਂ ਹੈ। ਪਹਿਲਾਂ ਤੱਕ ਉੱਥੇ ਲੱਗਿਆ ਹੋਣਾ ਚਾਹੀਦਾ LD ਸਿਸਟਮ। ਹੈਂਡਓਵਰ ਬਾਅਦ ਵਿੱਚ ਵੀ ਹੋ ਸਕਦਾ ਬਿਕੋਜ਼ ਹੀ ਇਜ਼ ਆਲਸੋ ਵਰਕਿੰਗ, ਨਾਲ ਬਣਾ ਕੇ ਦਈ ਜਾਊਗਾ ਤੁਹਾਨੂੰ ਹੈਂਡਓਵਰ ਕਰਵਾਉਣ ਦੇ ਲਈ। ਲੇਕਿਨ ਇਹ ਨਹੀਂ ਹੈ ਕਿ ਜੇ ਹੈਂਡਓਵਰ ਹੁਣ 10 ਟਰਾਂਸਫਾਰਮਰ ਲਗਾਉਣੇ ਜ਼ਰੂਰੀ ਥੋੜੀ ਉਹ ਇੱਕ ਹਰ ਵਾਰੀ ਇੱਕ ਟਰਾਂਸਫਾਰਮਰ ਕਰਕੇ ਹੈਂਡਓਵਰ ਕਰਾਏ। ਦੇयर ਕੈਨ ਬੀ ਵਨ ਹਾਊਸ ਔਨ ਦਿਸ ਕਾਰਨਰ, ਅਦਰ ਹਾਊਸ ਦੇयर, ਫਿਰ ਉਹਨੂੰ ਦੋਨੋਂ ਪਾਸੇ ਦੇ ਟਰਾਂਸਫਾਰਮਰ ਲਗਾਉਣੇ ਹੈ। ਉਸ ਤੋਂ ਬਾਅਦ ਇਹਦਾ ਸਪਲਾਈ ਕੋਡ ਰੈਗੂਲੇਸ਼ਨਸ ਜੋ ਇਹਦੇ ਨਾਲ ਸੰਬੰਧਿਤ ਹੈ ਜੀ। ਸਪਲਾਈ ਕੋਡ 662 ਫਰੈਂਚਾਈਜ਼ੀ ਮਾਡਲ। ਇਹਦੇ ਵਿੱਚ ਪਹਿਲਾਂ ਤਾਂ ਕੁਝ ਇਸ਼ੂਜ਼ ਆਏ ਸੀ ਕਿ ਤਾਂ ਬੰਦ ਕਰ ਦਿੱਤਾ ਸੀ, ਲੇਕਿਨ ਬਾਅਦ ਵਿੱਚ ਲੇਟਰ ਔਨ ਵੀ ਡਿਸਾਈਡਡ ਟੂ ਅਲਾਉ ਇਟ ਫॉर ਕਮਰਸ਼ੀਅਲ ਕੰਪਲੈਕਸਿਸ ਵਾਈਡ ਸਰਕੂਲਰ ਡੇਟਡ 16/3/23। ਇਹਦੇ ਵਿੱਚ ਉਹ ਕਰਤਾ ਸੀ ਜੇ ਕੰਸਰਨਡ ਆਫਿਸਰਸ ਹੈ ਉੱਥੇ ਦੇ ਸਰਟੀਫਾਈ ਕਿ ਇਹਨੂੰ ਜੈਨੂਇਨ ਪ੍ਰੋਬਲਮ ਹੈ ਸਪੇਸ ਕੰਸਟ੍ਰੇਂਟ ਦੀ, ਤਾਂ ਹੀ ਕੈਨ ਗੋ ਫॉर 662। ਉਸ ਤੋਂ ਬਾਅਦ ਲੇਟਰ ਔਨ ਦਿਸ ਵਾਜ਼ ਆਲਸੋ ਅਲਾਉਡ ਟੂ ਇੰਡਸਟਰੀਅਲ ਪਾਰਕਸ ਔਨ 31/5/23। ਇਸ ਤੋਂ ਇਲਾਵਾ ਜੋ ਇੰਡੀਵਿਜੂਅਲ ਕਨੈਕਸ਼ਨ ਮਾਡਲ ਹੈ 6.7 ਆਫ ਦੀ ਸਪਲਾਈ ਕੋਡ, ਇਹ ਸਾਡੇ ਲੋਡਿੰਗ ਨੋਰਮਸ ਹੈ ਜਿਸ ਦੇ ਬੇਸਿਸ 'ਤੇ ਤੁਸੀਂ ਲੋਡ ਸ਼ੀਟ ਚੈੱਕ ਕਰਨੀ ਹੈ। ਹੁਣ ਜੇ ਕਿਸੇ ਕੋਲ ਨਹੀਂ ਹੈ ਤਾਂ ਇਹ ਸਾਡੀ ਇੰਸਟਰਕਸ਼ਨ ਆਈਆਂ ਸੀ ਮੀਮੋ ਨੰਬਰ 1140/44 ਡੇਟਡ 14/10/22। ਜੇ ਉਹ ਵੀ ਨਹੀਂ ਲੱਭ ਰਹੀਆਂ ਤੁਹਾਨੂੰ ਕਮਰਸ਼ੀਅਲ ਇੰਸਟਰਕਸ਼ਨ ਦੇ ਵਿੱਚੋਂ, ਤਾਂ ਚੁੱਪ ਕਰਕੇ ਸਪਲਾਈ ਕੋਡ ਨਿਕਾਲ ਲਓ, ਆਪਣੇ ਕੰਪਿਊਟਰ 'ਤੇ ਸੇਵ ਕਰ ਲਓ। ਸਪਲਾਈ ਕੋਡ ਤੁਹਾਨੂੰ ਮਿਲ ਜਾਏਗਾ ਰੈਗੂਲੇਟਰੀ ਕਮਿਸ਼ਨ ਦੀ ਵੈਬਸਾਈਟ ਤੋਂ। ਰੈਗੂਲੇਸ਼ਨਸ ਦੇ ਵਿੱਚ ਜੋ ਹੈ 11th ਅਮੈਂਡਮੈਂਟ ਤੱਕ ਕੰਸੋਲੀਡੇਟਡ ਕਾਪੀ ਆਫ ਸਪਲਾਈ ਕੋਡ। ਦੈਨ ਦੀਜ਼ ਆਰ ਦੀ ਸਟੈਂਡਰਡ ਕਾਸਟ ਡਾਟਾ ਦੇ ਅਕੋਰਡਿੰਗ ਕਨੈਕਟੀਵਿਟੀ ਚਾਰजेस ਕਿਵੇਂ ਕੈਲਕੂਲੇਟ ਕਰਨੇ ਹੈ।
जो 23/19 वाला सर्कुलर है पर KVA पर सर्किट किलोमीटर कॉस्ट ਕੱਢੀ ਹੋਈ ਹੈ ਉਹਦੇ ਅਕੋਰਡਿੰਗਲੀ ਪ੍ਰੋਪੋਰਸ਼ਨੇਟ ਚਾਰजेस ਯੂ ਵਰਕ ਆਊਟ ਵਿਦ ਦਿਸ ਫਾਰਮੂਲਾ ਐਂਡ ਉਹਨਾਂ ਨੂੰ ਟੋਟਲ ਐਡ ਕਰਕੇ ਤੁਹਾਡੇ ਕੋਲ ਕਨੈਕਟੀਵਿਟੀ ਚਾਰजेस ਆ ਜਾਣਗੇ। ਜਿਵੇਂ ਆਪਾਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਇਹਦਾ ਗਰੁੱਪ ਹਾਊਸਿੰਗ ਹੈ, ਹਾਂ ਜਦੋਂ ਆਪਾਂ ਸਰ ਮੈਗਾ ਟਾਊਨਸ਼ਿਪ ਦੀ ਐਨਓਸੀ ਕਰਤੀ ਹਾਂ 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 ਗਰੁੱਪ ਹਾਊਸਿੰਗ ਓਕੇ ਉਹਦੇ ਵਿੱਚ ਉਸ ਟਾਈਮ ਤੁਸੀਂ ਐਨਓਸੀ ਵੀ ਕਰਤਾ, ਸਭ ਕੁਝ ਹੋ ਗਿਆ। ਠੀਕ ਹੈ ਅੱਜ ਦੀ ਡੇਟ ਦੇ ਵਿੱਚ ਉਹ ਗਰੁੱਪ ਹਾਊਸਿੰਗ ਡਿਵੈਲਪ ਹੋ ਗਿਆ। ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਉਹਦੀ ਐਨਓਸੀ ਆਪਾਂ ਰਿਵਾਈਜ਼ ਕਰਵਾਣੀ ਹੀ ਕਰਵਾਣੀ ਹੈ। ਹਾਂ ਸਰ ਇਹ ਚੀਜ਼ ਆਪਾਂ ਕਿਸੇ ਤਰੀਕੇ ਨਾਲ ਕਰ ਨਹੀਂ ਸਕਦੇ ਕਿ ਸ਼ੁਰੂ 'ਚ ਹੀ ਇਨਕੋਰਪੋਰੇਟ ਐਵੇਂ ਕਰ ਨਹੀਂ ਸ਼ੁਰੂ ਚ ਆਪਾਂ ਦੇਖੋ ਸ਼ੁਰੂ ਚ ਮੇਰੇ ਕੋਲ ਉਸ ਗਰੁੱਪ ਹਾਊਸਿੰਗ ਸਾਈਟ ਦੀ ਲੇਆਊਟ ਪਲਾਨ ਨਹੀਂ ਹੈ ਲੇਆਊਟ ਆ ਗਿਆ, ਸਰ ਉਹ ਮੇਰੇ ਕੋਲ ਥੋੜੀ ਆਏਗਾ ਫਿਰ ਬੰਦੇ ਤੋਂ ਬਾਅਦ ਦੇ ਵਿੱਚ ਆ ਗਿਆ। ਹਾਂ ਸਰ ਉਹਦੇ ਵਿੱਚ ਉਸ ਨੂੰ ਸਾਰੀ ਆਪਣੀ ਟਾਊਨਸ਼ਿਪ ਦੀ ਹੀ ਰਿਵਾਈਜ਼ ਕਰਵਾਉਣੀ ਪਏਗੀ। ਟੁਕੜਿਆਂ ਵਿੱਚ ਤਾਂ ਹੋਏਗੀ ਨਹੀਂ, ਪੂਰੀ ਟਾਊਨਸ਼ਿਪ ਦਾ ਸਿੰਗਲ ਲਾਇਸੈਂਸ ਹੈ ਤਾਂ ਇਨ ਟੋਟੈਲਿਟੀ ਰਿਵਾਈਜ਼ ਹੋਏਗੀ। ਜਿਵੇਂ ਟੈਕਸੀ ਦਾ ਬਾਵਾ ਸੀ ਨੇ ਡਿਸਕਸ ਕੀਤਾ, ਗਰੁੱਪ ਹਾਊਸਿੰਗ ਕਿਸੇ ਇੰਡੀਵਿਜੂਅਲ ਹੋਰ ਬਿਲਡਰ ਨੂੰ ਵੇਚਦੀ। ਯੈਸ ਉਸ ਕੇਸ 'ਚ ਕੀ ਹੁੰਦਾ ਹੈ ਜੋ ਬਹੁਤ ਵੱਡਾ ਲੈਂਡ ਚੰਕ ਲਾਈਕ TDI ਹੈ ਉਹਨਾਂ ਦੇ ਅੰਦਰ 10-11 ਗਰੁੱਪ ਹਾਊਸਿੰਗਸ ਹੋ ਗਈਆਂ, ਉਹ ਕੱਲੀ ਗਰੁੱਪ ਹਾਊਸਿੰਗ ਦਾ ਕਾਨੂੰਨ ਇਹ ਕਹਿੰਦਾ ਹੈ ਕਿ NOC ਜਿਹੜੇ ਬੰਦੇ ਨੂੰ ਹੈਂਡਓਵਰ ਹੋਈ ਹੈ ਜਾਂ ਜਿੰਨੇ ਖਰੀਦੀ ਆ ਉਹ ਲਏਗਾ ਫॉर ਹਿਜ਼ ਓਨ ਗਰੁੱਪ ਹਾਊਸਿੰਗ। ਹਾਂ ਲੈ ਸਕਦਾ ਹੈ ਯੈਸ, ਬਟ ਉਹਦੇ ਲਈ ਮੈਨੂੰ ਗਰੁੱਪ ਹਾਊਸਿੰਗ ਦਾ ਨਕਸ਼ਾ ਚਾਹੀਦਾ, ਇੰਨੇ ਟਾਵਰਸ, ਹਰ ਟਾਵਰਸ ਇਸ ਸਾਈਜ਼ ਦੇ, ਇੰਨੇ ਫਲੈਟ, ਉਨੀ ਸਾਰੀ ਡਿਟੇਲ ਚਾਹੀਦੀ ਹੈ। ਔਰ ਮੈਂ ਮੇਨ NOC 'ਚ ਕੰਡੀਸ਼ਨ ਪਾਉਂਦਾ ਹੁੰਦਾ ਕਿ ਇਹਦਾ ਐਸਟੀਮੇਟਿਡ ਲੋਡ ਮੈਂ ਕਿਉਂਕਿ ਮੰਤਵ ਨਹੀਂ ਪਤਾ ਕਦੋਂ ਬਣੇਗੀ ਨਹੀਂ ਪਤਾ, ਇਸ ਲਈ ਮੈਂ ਹਜੇ ਤਾਂ 37 ਵਾਟ ਪਰ ਸਕੁਏਅਰ ਯਾਰਡ 'ਤੇ ਲੋਡ ਲੈ ਰਿਹਾ। 2 ਏਕੜ ਨੂੰ ਮੈਂ ਵਾਟ ਯਾਰਡ ਬਣਾਉਂਗਾ, ਉਸ ਤੋਂ ਬਾਅਦ 37 ਨਾਲ ਮਲਟੀਪਲਾਈ ਕਰਕੇ ਉਹਨੇ ਕਿਲੋਵਾਟ ਕੱਢ ਲੂँगा। ਗਰੁੱਪ ਹਾਊਸਿੰਗ ਵਾਲਾ ਜਿਹੜਾ ਨਵਾਂ ਬੰਦਾ ਹੈ ਉਹ ਵੀ ਅਲੱਗ ਐਨਓਸੀ ਅਪਲਾਈ ਕਰ ਸਕਦਾ ਹੈ। ਹਾਂ ਹਾਂ ਜੇ ਕੋਈ ਸਰ ਮੈਗਾ ਟਾਊਨਸ਼ਿਪ ਹੈ ਜਿਹਨੇ ਲਾਇਸੈਂਸ ਆਪ ਲਿਆ ਹੈ, ਓਕੇ ਉਹਨੇ ਕਿਸੇ ਨੂੰ ਗਰੁੱਪ ਹਾਊਸਿੰਗ ਦੇਤੀ, ਨਾ ਨਕਸ਼ਾ ਪਾਸ ਹੋ ਗਿਆ, ਸਾਰਾ ਕੁਝ ਕਰ ਦਿੱਤਾ, ਕਹਿੰਦਾ ਮੈਂ ਇਹਦਾ ਲੈਣਾ, ਮੈਂ ਰੈਡੀ ਹਾਂ ਟੂ ਬੇਅਰ ਆਲ ਦ ਐਕਸਪੈਂਸਸ ਜੋ ਮੇਰੀ ਗਰੁੱਪ ਹਾਊਸਿੰਗ ਦਾ ਹੈਗਾ। ਮੈਗਾ ਟਾਊਨਸ਼ਿਪ ਦਾ ਮੈਗਾ ਟਾਊਨਸ਼ਿਪ ਦਾ NOC ਪਹਿਲੇ ਹੁੰਦਾ ਹੈ। ਕਿਹੜੀ ਹੈ? ਇੱਕ ਹੀ ਹੈਗੀ ਤੁਹਾਡੇ। NOC ਨਹੀਂ ਲਿਆ ਹੋਇਆ, ਉਹ 1170 ਏਕੜ ਦਾ ਗਵਰਨਮੈਂਟ ਆਫ ਪੰਜਾਬ ਨਾਲ ਗਵਰਨਰ ਸਾਹਿਬ ਨਾਲ ਐਗਰੀਮੈਂਟ ਹੋਇਆ, ਉਹਦੇ ਵਿੱਚ 100.12 ਏਕੜ ਦਾ ਨਕਸ਼ਾ ਵੀ ਪਾਸ ਹੈ, ਮੇਰੀ ਚੈੱਕ ਕੀਤੀ ਵੀ ਹੋਈ ਹੈ। ਹੋਰ ਦੱਸ ਨਹੀਂ ਲੈ ਸਕਦਾ, ਜਿਹਦੇ ਨਾਮ ਤੇ ਡਾਕੂਮੈਂਟਸ ਹੈ ਉਹੀ ਲੈ ਸਕਦਾ, ਤੀਸਰਾ ਬੰਦਾ ਵਿੱਚ ਕਿੱਥੋਂ ਆ ਗਿਆ ਮੈਂ ਜਾਣਦਾ ਹੀ ਨਹੀਂ। ਉੱਥੇ ਕਨੈਕਸ਼ਨ ਜੋ ਦਿੱਤੇ ਹੋਏ ਆ ਗਲਤ ਦਿੱਤੇ ਹੋਏ ਆ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਦੁਬਾਰਾ ਹੋਰ ਦਿਓ ਨਾ ਪਲੀਜ਼। ਜ਼ੀਰਕਪੁਰ ਤਾਂ ਮੈਂ 2017 ਤੋਂ ਘੁੰਮ ਰਿਹਾ ਭਾਈ, ਮੈਨੂੰ ਬੰਦੇ ਯਾਦ ਹੈ ਬਾਈ ਫੇਸ ਬੈਠੇ ਆ ਇੱਥੇ। ਨਾਓ ਦਿਸ ਇਜ਼ ਦਾ ਸੈਂਪਲ ਸਕੈਚ। ਅਗਰ ਸਿਸਟਮ ਲੋਡਿੰਗ ਚਾਰजेस ਲੈਣੇ ਹੈ, ਪਹਿਲਾਂ ਤਾਂ ਲੋਕਾਂ ਨੂੰ ਸਿਸਟਮ ਲੋਡਿੰਗ ਚਾਰजेस ਪਤਾ ਨਹੀਂ ਸੀ ਕਿਉਂਕਿ ਇਹ 4000 ਤੋਂ ਉੱਪਰ ਲੱਗਦੇ ਹੁੰਦੇ ਸੀ। ਹੁਣ ਇਹ ਕਿਉਂਕਿ ਹਰ NOC ਕੇਸ 'ਤੇ ਹੀ ਲੱਗਣੇ ਹੈ। ਦੈਨ ਸਿਸਟਮ ਲੋਡਿੰਗ ਚਾਰजेस ਕਿਵੇਂ ਕੱਢਣੇ ਹੈ, ਦਿਸ ਇਜ਼ ਦਾ ਫੋਰ ਐਗਜ਼ਾਮਪਲ ਇਹ 220 ਤੋਂ 66 kV 'ਤੇ ਆਈ, ਦੈਨ ਇਹ 11 kV ਫੀਡਰ ਤੋਂ, ਇਹ ਗ੍ਰੀਨ ਇਜ਼ ਦਾ ਫੀਡਰ ਐਂਡ ਦਿਸ ਰੈਡ ਵਨ ਇਜ਼ ਦੀ ਸਰਵਿਸ ਲਾਈਨ। ਹੁਣ ਜੇ ਫੀਡਰ ਨਹੀਂ ਹੈ ਇਹਨੂੰ ਲਿਖਦੇ ਤਜਵੀਜੀ 11 kV ਡੌਗ ਤੇ ਨਵਾਂ ਫੀਡਰ ਖਿੱਚ ਕੇ ਇਸ ਨੂੰ ਕਨੈਕਟੀਵਿਟੀ ਦਿੱਤੀ ਜਾਂਦੀ ਹੈ, ਐਵੇਂ ਲਿਖ ਦਿੰਦੇ ਹੋ ਨਾ ਟੈਕਨੀਕਲ ਪ੍ਰਪੋਜ਼ਲ 'ਚ। ਫਿਰ ਮੈਂ ਪੁੱਛਦਾ ਹੁੰਦਾ ਕਿਉਂ ਤਜਵੀਜੀ ਨਵਾਂ ਕਿਉਂ, ਐਗਜ਼ਿਸਟਿੰਗ ਲੋਡ ਨਹੀਂ ਲੈ ਸਕਦੇ? ਫਿਰ 2 ਹਫ਼ਤੇ ਬਾਅਦ ਜਵਾਬ ਆਉਂਦਾ ਜੀ ਅਸੀਂ ਸਾਰਾ ਦੇਖ ਲੈ ਨਹੀਂ ਲੈ ਸਕਦੇ। ਅੱਛਾ ਫਿਰ ਨਾਲ ਕੈਲਕੂਲੇਸ਼ਨ ਆਉਂਦੀ ਹੈ ਇੱਥੋਂ ਤੋਂ ਲੈ ਕੇ ਇੱਥੇ ਤੱਕ ਸਾਰੀ ਸਰਵਿਸ ਲਾਈਨ, ਫਿਰ ਕਾਟਾ, ਫਿਰ ਵਾਪਸ ਜਾਓ, ਸਾਰਾ ਨਹੀਂ ਹੁੰਦਾ। ਦਿਸ ਇਜ਼ ਨਾਟ ਕੈਟਾਗਰੀ 4 ਕਿ ਇੱਥੋਂ ਚੱਕ ਕੇ ਇੱਥੇ ਤੱਕ ਸਾਰੀ ਸਰਵਿਸ ਲਾਈਨ। ਕਾਲੋਨੀ ਹੈ, ਕਾਲੋਨੀ ਨੂੰ ਕਦੀ ਵੀ ਕੈਟਾਗਰੀ 4 ਦੀ ਤਰ੍ਹਾਂ ਡੈਡੀਕੇਟਿਡ ਫੀਡਰ ਨਹੀਂ ਦੇਣਾ। ਤੁਹਾਡਾ ਚਾਹੇ ਨਵਾਂ ਖਿੱਚਦੇ ਹੋ ਜਾਂ ਐਗਜ਼ਿਸਟਿੰਗ ਲੈਂਦੇ ਹੋ, ਇੱਥੋਂ ਤੋਂ ਲੈ ਕੇ ਉਹਦੇ ਸਾਹਮਣੇ ਤੱਕ ਹੀ ਕਾਮਨ ਪੋਰਸ਼ਨ ਆਫ ਮੇਨ ਲਾਈਨ ਲੈਣਾ ਹੈ। ਉਹ ਯਾਰ NOC ਦੀ ਗੱਲ ਕਰ ਰਿਹਾ, ਪਾਰਸ਼ੀਅਲ ਲੋਡ ਅਲੱਗ ਹੈ। ਪਾਰਸ਼ੀਅਲ ਲੋਡ ਜ਼ਰੂਰੀ ਨਹੀਂ ਹੈ ਇसी ਰਸਤੇ ਤੋਂ ਆਏ, ਉਹ ਕਿਸੇ ਹੋਰ ਸਾਈਡ ਦੇ ਫੀਡਰ ਤੋਂ ਵੀ ਇੱਥੇ ਤੱਕ ਜੁੜ ਸਕਦਾ ਹੈ। ਪਾਰਸ਼ਲ ਲੋਡ ਮੰਗੀ ਇੰਨਾ ਲਿਆ ਕਿ ਉਸ ਲਈ ਨਵਾਂ ਫੀਡਰ ਖਿੱਚਣਾ ਪਏ। ਹਾਂ ਹਾਂ ਦੈਨ ਯੂ ਜਸਟੀਫਾਈ ਨਾ, ਦੈਨ ਯੂ ਜਸਟੀਫਾਈ। ਉਹ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਰਿਟਰਨ 'ਚ ਲੈ ਕੇ ਆਓ ਆਪਣੇ ਟੈਕਨੀਕਲ ਪ੍ਰਪੋਜ਼ਲ, ਸਾਫ਼ ਸ਼ਬਦਾਂ ਵਿੱਚ ਕਹਿਣਾ ਕਿਆ ਚਾਹਤੇ ਹੋ। ਹਾਂਜੀ ਸਰ। ਹਾਂ
ਸਰ ਸਰਵਿਸ ਲਾਈਨ ਇੰਨਾ ਹੀ ਮੰਨਣਾ ਹੈ ਕਿਉਂਕਿ ਇਹ ਸਾਰਾ ਫੀਡਰ ਹੈ, ਮਤਲਬ ਉਹਦੇ ਸਾਹਮਣੇ ਤੱਕ ਆ ਗਿਆ ਜਿੱਥੇ ਫੀਡਰ ਨੀਅਰੈਸਟ ਜੀ ਸਰ ਉਹਦੇ ਮਤਲਬ ਸਰ ਪਹਿਲਾ ਕਨੈਕਸ਼ਨ ਉਹਨੂੰ ਹੀ ਦੇਣਾ, ਫੀਡਰ ਤਾਂ ਅੱਗੇ ਵੀ ਚਲਾ ਜਾਏਗਾ, ਫੀਡਰ ਟਰਮੀਨੇਟ ਤਾਂ ਨਹੀਂ ਹੋ ਰਿਹਾ ਸਰ। ਉਹ ਤੁਸੀਂ ਡੈਡਿੰਗ ਕਰਕੇ ਅੱਗੋਂ ਤੋਂ ਕੇਬਲ ਪਾ ਕੇ ਉਹਦੇ ਅੰਦਰ ਲੈ ਕੇ ਆਓਗੇ, ਪੂਰੀ ਜੜੋਂ ਕੇਬਲ ਪਾ ਕੇ ਉਹਦੇ CT-PT 'ਚ ਨਹੀਂ ਲੈ ਕੇ ਜਾਣੀ। ਨਹੀਂ ਇੱਦਾਂ ਦੀ ਕੋਈ ਕਾਲਨੀਜ਼ ਵਾਸਤੇ ਹਿਦਾਇਤ ਨਹੀਂ ਹੈ ਕਿਉਂਕਿ ਕਈਆਂ ਨੂੰ 100 ਮੀਟਰ 'ਚ ਵੀ ਸਰ ਰਿਹਾ, ਕਈਆਂ ਨੂੰ 600 ਮੀਟਰ, ਕਈਆਂ ਨੂੰ 2-2 ਕਿਲੋਮੀਟਰ ਵੀ। ਜਿੱਥੇ ਜ਼ਿਆਦਾ ਹੋ ਜਾਏ ਨਾ ਸਰਵਿਸ ਲਾਈਨ ਇੰਨੀ ਲੰਬੀ, ਫਿਰ ਅਸੀਂ ਕੁਐਸਚਨ ਜ਼ਰੂਰ ਪੁੱਛਦੇ ਹਾਂ। ਉਹ ਹੁੰਦੀ ਹੈ ਜਿਹੜਾ ਇੰਡੀਵਿਜੂਅਲ ਪਾਰਟ ਤੁਹਾਡੇ ਵਿੱਚ ਜਾ ਰਿਹਾ ਜਿਹਨੂੰ ਅੱਗੇ ਫਰਦਰ ਟੈਪਿੰਗ ਨਹੀਂ ਕੀਤੀ ਜਾ ਸਕਦੀ ਜੀ। ਓਕੇ ਓਕੇ ਹਾਂਜੀ 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 ਜੀ ਓਕੇ ਓਕੇ ਸਰ ਤੁਹਾਡੀ ਇੱਛਾ ਵੀ ਹੈ ਤੁਹਾਡੀ ਸਰ। ਦੇਖੋ ਨਹੀਂ ਕੱਲ੍ਹ ਨੂੰ ਉਹਦੀ ਸਥਿਤੀ ਹੋਰ ਵੀ ਹੋ ਸਕਦੀ ਹੈ, ਕੱਲ੍ਹ ਨੂੰ ਵਿੱਚ ਹੋਰ ਕਾਲਨੀਆਂ ਆਈਆਂ ਹੋਣ, ਫਿਰ ਉਹ ਤਾਂ ਟਾਈਮ ਟੂ ਟਾਈਮ ਵੈਰੀ ਕਰਦੀ ਹੈ। ਸਰ ਦੇਖੋ ਜੇ ਉੱਥੇ ਫਿਜ਼ੀਕਲੀ ਪ੍ਰੋਬਲਮ ਹੈ 100 ਉਸ ਲਿਮਿਟ ਵਿੱਚ ਨਹੀਂ ਆਉਂਦੀ, ਨਹੀਂ ਸਪਲਾਈ ਤਾਂ ਦੇਣੀ ਹੈ ਲੇਕਿਨ ਉਸ ਲਿਮਿਟ ਵਿੱਚ ਨਹੀਂ ਆਉਂਦੀ ਕਿਉਂਕਿ ਇੱਥੇ ਹੀ ਗੇਮ ਪਲੇ ਹੈ। ਹੁਣ ਜੇ ਸਰ ਜਾਣੀ ਹੈ ਨਾ, ਹਾਂਜੀ 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 ਸਰ ਉੱਦਾਂ ਤਾਂ ਉਹ ਕੰਡੀਸ਼ਨ ਵੈਸੇ ਹੀ ਲਿਖੀ ਹੋਈ ਹੈ ਸਰਵਿਸ ਲਾਈਨ GSC ਦੇ ਵਿੱਚ ਨਹੀਂ, ਲੇਕਿਨ ਇਹ ਦਿਸ ਇਜ਼ ਕਾਲਨੀ ਇਜ਼ ਉਹਨਾਂ GSC ਵਿੱਚ ਨਹੀਂ ਨਾ, ਇਟ ਇਜ਼ ਨਾਟ ਅ ਕੰਜ਼ਿਊਮਰ। ਇਹਦਾ ਲੋਡ ਵੀ ਤਾਂ ਜ਼ਿਆਦਾ ਹੈ, ਘੱਟੋ ਘੱਟ ਮੈਂ ਪਾਰਸ਼ੀਅਲ ਲੋਡ ਵੀ 300-500 ਤੋਂ ਥੱਲੇ ਤਾਂ ਕੋਈ ਲੈਂਦਾ ਹੀ ਨਹੀਂ ਸਰ। ਇਸ 'ਚ ਪਹਿਲਾ ਮੀਨਸ ਕਾਲਨੀ ਹੈ ਜਨਾਬ, ਹਾਂਜੀ ਨਹੀਂ ਇਹ ਕਾਲਨੀ ਹੈ ਨਾ, ਕਾਲਨੀ ਵਾਸਤੇ ਜੋ ਤੁਸੀਂ ਫੀਡਰ ਖਿੱਚ ਕੇ ਲਿਆਓਗੇ योर डिस्क्रिशन यू हैव टू फ्रेम द बेस्ट पॉसिबल टैक्नो कमर्शियल प्रपोजल। ਹੁਣ ਇੱਕ ਹਿਸਾਬ ਸੀ ਕਿ ਮੋਹਾਲੀ ਉਹ ਇੱਦਾਂ ਹੀ ਕਰਦੇ ਸੀਗੇ, ਉਦੋਂ ਹੁੰਦੀ ਵੀ ਫੁੱਲ ਕਾਸਟ ਸੀ। ਪਹਿਲਾਂ ਸਾਡੀ 6 ਕਿਲੋਮੀਟਰ ਬਣਾ ਦਿਓ, 4 ਮਹੀਨੇ ਤੱਕ ਚੁੱਪ ਕਰਕੇ ਬੈਠੇ ਰਹੋ, ਫਿਰ ਅਚਾਨਕ ਸਰ ਇਹਦੇ ਨਾਲ ਹੀ ਹੋਰ ਕਾਲਨੀ ਆ ਗਈ ਜੀ, ਵੇਟ ਇਸ ਕਾਲਨੀ ਤੋਂ ਦੇ ਦਿੰਦੇ, ਉਹ 60 ਲੱਖ ਬਣ ਜਾਂਦੇ ਸੀ, 10 ਲੱਖ। ਬਹੁਤ ਵੱਡੇ ਸਾਹਿਬ ਰਹੇ ਹੈ, ਚੀਫ ਵੀ ਬਣੇ ਸੀ। ਇਨਕੁਆਇਰੀ ਮੈਂ ਕਰੀ ਸੀ। ਹੁਣ ਸਰ ਇਹਦੇ ਵਿੱਚ ਬੇਆਮੀ ਗਿਣਨੀਆਂ ਹੈ। ਹੁਣ ਜਿਹੜੇ ਜੇਈਸ ਕਈ ਉੱਥੇ ਵਿੱਚ ਬਣਾ ਦਿੰਦੇ ਹੈ, ਇੱਥੋਂ ਆਈ ਤਾਂ ਤੁਹਾਡਾ ਸਕੈਚ ਪ੍ਰੋਪਰ ਹੋਣਾ ਚਾਹੀਦਾ, ਕਲੀਅਰ ਹੋਣਾ ਚਾਹੀਦਾ ਹੈ। ਜੇ ਵਿੱਚ ਗ੍ਰਿਡ ਆਉਂਦਾ ਲਿਖੋ ਲੀਲੋ ਹੈ ਜਾਂ ਟੀ ਆਫ ਹੈ, ਜੇ ਨਹੀਂ ਲਿਖੋਗੇ ਫਿਰ ਤੁਹਾਨੂੰ ਇਹ ਬੇਸ ਦੇ ਪੈਸੇ ਗੜਬੜ ਹੋ ਜਾਣਗੇ। ਹੁਣ ਜੋ ਇਹ 2200 ਰੁਪਏ ਹੈ, ਪਹਿਲਾਂ ਹੁੰਦੀ ਸੀ ਜ਼ਮੀਨ ਲੈਣੀ ਹੈ ਨਹੀਂ ਲੈਣੀ ਹੈ, ਜ਼ਮੀਨ ਲੈਣੀ ਹੈ ਗ੍ਰਿਡ ਵਾਸਤੇ ਤਾਂ 1700 ਰੁਪਏ ਲੈ ਲਓ, ਜੇ ਜ਼ਮੀਨ ਨਹੀਂ ਲੈਣੀ ਤਾਂ 2200 ਰੁਪਏ ਲੈ ਲਓ। ਹੁਣ ਜ਼ਮੀਨ ਲੈਣੀ ਹੀ ਨਹੀਂ ਹੈ, ਗ੍ਰਿਡ ਬਣਾਉਣਾ ਹੀ ਨਹੀਂ ਹੈ, ਵੀ ਵਿਲ ਓਨਲੀ ਟੇਕ ਸਿਸਟਮ ਲੋਡਿੰਗ ਚਾਰजेस 2200 ਦੇ ਹਿਸਾਬ 'ਤੇ। ਔਰ ਇਹ ਜੋ 2200 ਹੈ ਇਹਦੇ ਵਿੱਚ ਲੈਂਡਿੰਗ ਬੇ, ਇਨਕਮਿੰਗ ਬੇ ਐਟ ਦਾ ਗ੍ਰਿਡ ਇਜ਼ ਇਨਕਲੂਡਿਡ ਲਾਈਕ ਦਿਸ ਵਨ। ਫਿਰ ਇਸ ਕੇਸ 'ਚ ਇੱਕ ਸਿਰਫ ਇਸ ਆਊਟਗੋਇੰਗ ਬੇ ਐਟ 66 kV ਦੀ ਪ੍ਰਪੋਰਸ਼ਨੇਟ ਕਾਸਟ ਆਫ ਦੀ ਬੇ ਲਵਾਂਗੇ ਫॉर 1 ਬੇ। ਜੇ ਇਹਦੇ ਵਿੱਚ ਕਿਧਰੇ ਲੀਲੋ ਹੋ ਜਾਂਦਾ ਫਿਰ ਇਨਕਮਿੰਗ 1 2 3 ਬੇਸ ਦੇ ਪੈਸੇ ਲੱਗਦੇ। ਉਹ ਮਨਾ ਕਰਤਾ, हाँ क्योंकि वो मास्टर प्लान ਦੇ ਵਿੱਚ ਲਿਖਿਆ ਹੋਇਆ। ਬਿਲਕੁਲ ਬਿਲकुल ਤੁਸੀਂ ਸਾਨੂੰ ਲਿਖਿਆ ਕਿ ਗਮਾਡਾ ਗ੍ਰਿਡ ਨਹੀਂ ਬਣਾ ਰਿਹਾ, ਨਹੀਂ ਬਟ ਉਹ ਵਰਬਲੀ ਹਰ ਵਾਰੀ ਕਹਿੰਦੇ ਸਰ ਇਹ ਪੈਸੇ ਨਹੀਂ ਦੇ ਰਹੇ, ਪੈਸੇ ਨਹੀਂ ਦੇ ਰਹੇ, ਦਿੱਕਤ ਆ ਰਹੀ ਹੈ।
ਅਰੇ ਮੈਂ ਕਿੱਥੇ ਜਾਵਾਂ, ਮੈਨੂੰ ਗਮਾਡਾ ਨੇ ਪਹਿਲਾਂ ਬੰਨਿਆ ਹੋਇਆ 4000 ਤੋਂ ਉੱਪਰ ਦੇਣਾ ਹੀ ਨਹੀਂ ਹੈ। ਬਟ ਸਰ ਮੈਂ ਦੱਸਦਾ ਹੁਣ ਪ੍ਰੋਬਲਮ ਕੀ ਹੈ, ਸਾਡਾ ਉਸਦਾ ਫੀਡਰ ਦਾ ਲੋਡ 305 ਐਂਪੀਅਰ ਹਾਂਜੀ ਤੁਸੀਂ ਲਿਖਿਆ ਹੈ। 305 ਐਂਪੀਅਰ ਚੱਲ ਰਿਹਾ। ਅਗਲੀ ਗਰਮੀਆਂ ਕਿਵੇਂ ਚਲਾਵਾਂਗੇ ਅਸੀਂ ਸਿਸਟਮ ਕੋ, ਗ੍ਰਿਡ ਤਾਂ ਅਗਲੇ ਸਾਲ ਤੱਕ ਨਹੀਂ ਬਣਨਾ। ਉਹ TDI ਪੌਸ਼ ਏਰੀਆ ਪੂਰਾ ਹੋਣਾ। ਯੈਸ तो ਇਹਦਾ ਹੱਲ ਕੀ ਹੈ? ਇਸ ਦਾ ਉੱਪਰ ਮੀਟਿੰਗ ਕਰਕੇ ਕੁਝ ਹੱਲ ਨਿਕਲੇਗਾ। ਗਮਾਡਾ ਉੱਪਰ ਲੈ ਕੇ ਤਾਂ ਆਓ, ਚਾਹੇ ਅਸੀਂ ਚੀਫ ਸੈਕਟਰੀ ਸਾਹਿਬ ਕੋਲ ਜਾਈਏ, ਲਿਆਓ ਤਾਂ ਸਹੀ। ਉਹ ਯਾਰ ਤੁਸੀਂ ਉੱਦਾਂ ਨਹੀਂ, ਉੱਪਰੋਂ ਹਾਇਰ ਲੈਵਲ ਤੋਂ ਚੀਫ ਟੂ ਚੀਫ ਲਿਖੋ। ਯੂ ਆਰ ਸੈਂਡਿੰਗ ਇਟ ਐਜ਼ ਅ ਪ੍ਰਪੋਜ਼ਲ ਇਨ ਦਾ NOC ਕੇਸ, ਉਹ ਸੈਪਰੇਟਲੀ ਟੇਕ ਅਪ ਕਰੋ। ਬਿਲਡਰ ਨੂੰ 2 ਫੀਡਰ ਆਪਾਂ ਖਿੱਚ ਨਹੀਂ ਸਕਦੇ। ਮੈਂ ਉਹਨੂੰ 4000 ਤੱਕ ਹੀ ਦੇ ਸਕਦਾ, ਚਾਹੇ 3 ਫੀਡਰ ਖਿੱਚਾਂ, ਲੇਕਿਨ 4000 ਇੱਕ ਨਹੀਂ ਦੇ ਸਕਦਾ। ਠੀਕ ਹੈ ਸਰ, ਗ੍ਰਿਡ ਬਣੇਗਾ ਸਰ 2 ਸਾਲ ਤੱਕ, ਕੀ ਕਰਾਂਗੇ ਸਰ ਆਪਾਂ? ਉੱਥੇ ਕਨੈਕਸ਼ਨ ਕਿਆ ਬੰਦ ਕਰ ਦੇਣੀ? ਕਨੈਕਸ਼ਨ ਬੰਦ ਨਹੀਂ ਕਰ ਸਕਦੇ, ਮੈਗਾ ਸੁਪਰ ਮੈਗਾ ਨੂੰ ਦਿੱਤੇ ਹੋਏ ਆਖਿਆ ਵੀ ਦਿੱਤਾ ਹੋਇਆ 2 ਮਹੀਨੇ ਵਿੱਚ। ਇਹਨਾਂ ਦੇ ਉਸ 'ਚ ਨਹੀਂ ਹੈ ਨਾ। ਉਹ ਕਹਿੰਦਾ ਹੈ ਉਹ ਇਹੀ ਤਾਂ ਪ੍ਰੋਬਲਮ ਹੈ, ਕਿਸੇ ਜਗ੍ਹਾ ਤੇ ਐਦਾਂ ਤਾਂ ਐਰੋ ਸਿਟੀ ਹੈਂਡ ਓਵਰ ਵੀ ਲਿਆ ਹੋਇਆ ਜਦ ਕਿ ਚਲਾਣਾ ਆਂਦਾ ਹੈ ਨਹੀਂ। ਉਹ ਫਿਰ ਐਦਾਂ ਉੱਪਰ ਇੱਕ ਯੂਨੀਵਰਸਲੀ ਜਾਂ ਤਾਂ ਆਪਾਂ ਟੇਕ ਅਪ ਕਰੀਏ ਗਮਾਡਾ ਨਾਲ। ਬਟ ਉਹ ਸਰ ਗੱਲ ਕੀ ਹੈ ਨਾ, ਉਹ ਫੀਡਰ ਚੱਲਦਾ ਨਹੀਂ ਹੁਣ ਸਾਡੇ ਤੋਂ। ਨਹੀਂ ਚੱਲੂਗਾ ਨਾ, ਤੇਰੀ ਬਾਰ-ਬਾਰ ਫ੍ਰੀਕੁਐਂਟ ਟ੍ਰਿਪਿੰਗ ਆਈ ਜਾਊਗੀ। ਦੇਖੋ ਤੁਸੀਂ ਫੀਲਡ ਵਿੱਚ ਸਪਲਾਈ ਦੇਖਣੀ ਹੈ, ਔਰ ਇਹ ਮੈਟਰ ਸੈਂਟਰਲ ਲੈਵਲ ਤੇ ਉੱਪਰ ਟੇਕ ਅਪ ਕਰਨ ਵਾਲਾ ਹੈ। ਜੋ ਤੁਸੀਂ ਗਰਾਊਂਡ ਰਿਐਲਿਟੀ ਦੇ ਢਿੱਲੋਂ ਸਾਹਿਬ ਨਾਲ ਬੈਠੇ ਹੈ, ਸਰ ਐਵੇਂ ਸਰ ਉਵੇਂ, ਮੈਂ ਕਿਹਾ ਲਿਖ ਕੇ ਦੇ ਦਿਓ। ਸਾਲ ਹੋ ਗਿਆ ਕੁਛ ਨਹੀਂ ਲਿਖ ਕੇ ਆਇਆ। ਉਹ ਯਾਰ ਸਾਨੂੰ ਤਾਂ ਦੱਸ ਦਿਓ। ਆਈ ਐਮ ਯੋਰ ਬ੍ਰਦਰ, ਤੁਹਾਡੇ ਨਾਲ ਇਹਨੂੰ ਮੈਂ ਹੱਥ ਪਕੜ ਕੇ ਕਨੈਕਸ਼ਨ ਚੈੱਕ ਕਰਾਉਣ ਜਾਂਦਾ ਸੀ ਜਦੋਂ ਆਈਸਰ ਬਣ ਰਿਹਾ ਸੀ। ਕੱਚੀ ਪਈ ਤੇ ਤੁਰ ਕੇ ਜਾਂਦੇ ਸੀ, ਇਹਦੇ ਆਈਸਰ ਦਾ ਮੀਟਰ, ਇਹ ਉਸ ਤੋਂ ਅੱਗੇ ISB ਬਣਨਾ ਹੈ ਦਾ ਮੀਟਰ ਇੱਥੇ ਹੈ, ਸਾਰੇ ਮੇਰੇ ਚੈੱਕ ਕੀਤੇ ਹੋਏ ਆ। ਨਹੀਂ ਦੱਸੋ ਨਾ, ਲਿਖਤੀ ਲਿਆਓ ਯਾਰ, ਬੋਲਣ ਨਾਲ ਥੋੜੀ ਹੁੰਦਾ। ਤੁਹਾਡੇ ਉੱਪਰੋਂ SC ਚੀਫ ਸਾਹਿਬ ਤੋਂ ਰਿਟਰਨ ਲਿਆਓ, ਉਹਨੂੰ ਸਿਰਫ ਇਹੀ ਮੁੱਦਾ ਡੀਲ ਕਰਕੇ ਕਿ ਕੱਲ ਨੂੰ ਇੱਥੇ ਪ੍ਰੋਬਲਮ। ਆਪਾਂ ਹੁਣ 125 ਸੈਕਟਰ ਦੇ ਉਹ ਅਪਗ੍ਰੇਡ ਕਰਨ ਦੇ ਪੈਸੇ ਨਹੀਂ ਦੇ ਰਿਹਾ ਸੀ ਗਮਾਡਾ, ਚਾਹੇ ਅਸੀਂ ਉਹਦੇ ਕੰਨ ਮਰੋੜਿਆ, ਉਹਨੂੰ ਲਿਖਤਾ ਤੇਰੀ BGN ਕੈਸ਼ ਕਰਨ ਲੱਗਿਆ, ਦਿੱਤੇ ਕਿ ਨਹੀਂ ਦਿੱਤੇ ਉਹਨੇ ਪੈਸੇ। ਹੁਣ ਉਹ 123 ਦੇ ਨਹੀਂ ਦੇ ਰਿਹਾ, ਉਸ 'ਚ ਵੀ ਅਸੀਂ ਕੁਛ ਐਵੇਂ ਕਰਾਂਗੇ। ਦੀ ਉਹ ਵਾਲੀ ਚੀਜ਼, ਜਿਵੇਂ ਹੁਣ ਫੀਲਡ ਦੇ ਵਿੱਚ ਉਹਨੂੰ ਕਿਹੜੇ ਗਰੁੱਪ ਹੈਡ ਦੇ ਵਿੱਚ ਲੈ ਰਹੇ ਹੋ ਸਰ, ਉਸ 'ਤੇ ਹੈ ਜਿਵੇਂ ਉਹ ਇਹਦੇ ਉੱਤੇ ਸਰ ਸਟੈਂਡਰਡ ਇਜ਼ ਆਵਰ ਮਿਸਟਰ ਸ਼ਾਹੀ ਸਾਹਿਬ ਜੋ ਡਿਪਟੀ CEO GST हैं, ਉਹਨਾਂ ਨੇ ਕੁਛ ਉਹਨਾਂ ਨੂੰ 11 ਆਈਟਮਸ ਲਿਖ ਕੇ ਦਿੱਤੇ ਹੈ ਕਿ ਬਿਜਲੀ ਬੋਰਡ ਦੇ ਵਿੱਚ ਇੰਨਾ ਆਈਟਮ ਸੇ GST ਲੱਗਦਾ ਹੈ। This is as per standard cost data and instructions regarding bank guarantees ਵੀ ਹੁਣੇ ਇਸ਼ੂ ਕੀਤੀਆਂ ਸੀਗੀਆਂ ਸੀ। ਹੁਣ ਜਿਹੜੇ RAs ਹੈ ਸੱਚੀ ਦੱਸਿਓ, BG ਰਜਿਸਟਰ ਮੇਨਟੇਨ ਕਰ ਰਹੇ ਹੋ ਕਿ ਨਹੀਂ ਕਰ ਰਹੇ? BG ਵੈਰੀਫਾਈ ਕਰਵਾਉਂਦੇ ਹੋ? ਹੁਣ ਤਾਂ ਬਹੁਤ ਈਜ਼ੀ ਹੈ, ਐਵਰੀ ਬੈਂਕ ਹੈਜ਼ देयर ਓਨ ईमेल ID, ਉੱਥੇ ਮੇਲ ਪਾਓਗੇ, ਉਹ ਮੇਲ 'ਤੇ ਵੀ ਜਵਾਬ ਦੇ ਦੇਗਾ। ਕਿਉਂਕਿ ਇੱਥੇ ਬਹੁਤ ਫਰਾਡ ਹੋਇਆ ਸੀ, 6 ਕਰੋੜ ਦੀ ਬੋਗਸ BG ਦਾ, ਆਲਮੋਸਟ ਬੀ ਨੋਇੰਗ। ਸਰ ਦੀਜ਼ ਹੁਣ ਇਹ ਹੋਰ ਇੰਸਟਰਕਸ਼ਨਸ ਆਈਆਂ ਫਾਈਨੈਂਸ਼ੀਅਲ ਐਡਵਾਈਜ਼ਰ ਤੋਂ ਵੀ ਲੇਟੈਸਟ SFMS, ਇਹ ਬੈਂਕਿੰਗ ਇੰਸਟਰਕਸ਼ਨਸ ਹੈ। ਉਹਦਾ ਇਹ ਤੱਕ ਕਹਿ ਰਿਹਾ ਜਿਵੇਂ MM ਦਾ BG ਦਾ ਪੋਰਟਲ ਹੈ ਵੈਸਾ ਪੋਰਟਲ ਬਣਵਾਓ, ਉਸ 'ਤੇ BG ਡਿਟੇਲਸ ਅਪਲੋਡ ਕਰੋ ਤਾਂ ਕਿ ਸਿਸਟਮ ਵਿਲ ਗਿਵ ਯੂ ਰਿਮਾਈਂਡਰਸ। ਇਹ BG ਐਕਸਪਾਇਰ ਹੋਣ ਵਾਲੀ ਹੈ, ਇਸ ਨੂੰ ਜਾਂ ਤਾਂ ਐਕਸਟੈਂਡ ਕਰਾ ਲਓ ਜਾਂ ਇਨਕੈਸ਼ ਕਰਨੀ ਹੈ ਇਨਕੈਸ਼ ਕਰਵਾ ਲਓ। ਇਹ ਇਸ 'ਤੇ ਉਹ ਇਸ 'ਤੇ ਹੈ BG ਮੈਨੇਜਮੈਂਟ ਸਿਸਟਮ ਦੇ ਵਿੱਚ। ਇਹ ਤਾਂ ਉਸਨੇ ਆਪਣੀ ਇੰਸਟਰਕਸ਼ਨਸ ਕਰੀਆਂ BGs ਚੈੱਕ ਕਰਨ ਲਈ, SFMS ਇਹ ਉਹ ਸਾਰਾ ਬੈਂਕਿੰਗ ਮੈਨੇਜਮੈਂਟ ਸਿਸਟਮ। ਅਖੀਰ 'ਚ ਇਹ ਵੀ ਲਿਖਤਾ ਜੋ ਕਮਰਸ਼ੀਅਲ ਵਾਲੀ ਇੰਸਟਰਕਸ਼ਨਸ ਵੀ ਐਪਲੀਕੇਬਲ ਰਹਿਣਗੀਆਂ। कुछ हैं कई जगह पे BG पई है नहीं पई है, पई एक्सपायर भी हो गई, पता ही नहीं करना की है। नो दिस वाज एग्जाम्पल कि ये NOC ਲੈਟਰ ਦੇ ਵਿੱਚ ਸਾਰੀਆਂ ਚੀਜ਼ਾਂ ਆਪਾਂ ਲਿਖਦੇ ਹਾਂ। ਹੁਣ NOC ਤੁਹਾਨੂੰ ਪੁਰਾਣਾ ਮਿਲਦਾ ਹੈ 2 ਸਾਲ ਦਾ, 3 ਸਾਲ ਦੀ ਵੈਲਿਡਿਟੀ ਵਾਲਾ, ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਚੈੱਕ ਕਰਦੇ ਹੋ ਇਹਦੇ ਵਿੱਚ ਇਹ ਚੀਜ਼ਾਂ ਹੈ, ਇੰਨਾ ਕੰਮ ਹੋ ਗਿਆ ਜਾਂ ਨਹੀਂ ਹੋਇਆ, ਜਾਂ BGC ਕੈਸ਼ ਕਰਾਣੀ ਹੈ ਜਾਂ
ਐਕਸਟੈਂਡ ਕਰਾਣੀ ਹੈ ਉਹ ਸਾਰਾ ਤੁਸੀਂ NOC ਚੋਂ ਪੜ੍ਹ ਕੇ ਤੁਹਾਨੂੰ ਪਤਾ ਲੱਗੇਗਾ। NOC ਦੇ ਵਿੱਚ ਤੁਹਾਡਾ ਇੱਕ ਤਾਂ ਰੈਫਰੈਂਸ ਹੈ ਕਿਹੜੇ ਡਾਕੂਮੈਂਟ ਦੇ ਬੇਸਿਸ ਤੇ NOC ਕਰ ਰਹੇ ਹਾਂ, ਦੈਨ ਉਹਨੂੰ ਕਨੈਕਟੀਵਿਟੀ ਕਿੱਥੋਂ ਦੇ ਰਹੇ ਹਾਂ, ਕਨੈਕਟੀਵਿਟੀ ਦੇ ਲੋਡ ਕਿੰਨਾ ਹੈ, ਕਿੰਨੇ ਟਰਾਂਸਫਾਰਮਰਸ ਲੱਗੇ ਹੋਏ ਹੈ, ਦੈਨ ਕਿਹੜੇ ਫੀਡਰ ਤੋਂ ਦੇ ਰਹੇ ਹਾਂ, ਕਿੰਨੇ ਪੈਸੇ ਹੈ, ਆਲ ਦੀਜ਼ ਚਾਰजेस लिखे। दैन वी ऑल्सो राइट कि दिस इज़ प्योरली ऑन बेसिस ऑफ टेंटेटिव बेसिस ते है, जो एक्चुअल कनैक्टिविटी अवेल करेगा तो जो चार्जेस पेबल होणगे वो वसूले जाणगे। एंड उस तो बाद आपां ने जो भी कोई स्पैशल कंडीशन पानी हुंदी है वी पुट दैट। बाकी सारी कंडीशंस हैं लाइक इरेक्शन ऑफ LD सिस्टम है, कंडीशंस फॉर रिवीजन ऑफ NOC बिकॉज दिस इज़ ओल्ड वन, तो ये जो कंडीशन पई है 4000 वाली। हाँ जी ओके हाँ वो इंस्ट्रक्शंस हैं याद नहीं कराओ, मैं दिखा रहा हुणे फिर ये ना कहियो असी जानते नहीं, दूसरे भी बैठे हैं विच। ओ यार इंप्लीमेंट तू आप जेई वास्ते इंस्ट्रक्शन है, तू मूँह कह रहा दूजिਆਂ ਦੇ सामने इंप्लीमेंट नहीं ਹੁੰਦੀਆਂ। यार देखो ਉਹ ਤੁਸੀਂ ਜਦੋਂ SJO ਤਾਂ ਕੱਟੂਗਾ ਨਾ ਇਸਦਾ ਜਦੋਂ ਤੁਹਾਡਾ ਪੈਸੇ ਭਰਾਊ ਸਾਰੇ ਪੈਸੇ ਪਰ ਕਨੈਕਟੀਵਿਟੀ ਵੀ ਤਾਂ ਚਾਹੀਦੀ ਹੈ ਬ੍ਰਦਰ। ਫਿਰ ਉਸ ਤੋਂ ਪਹਿਲਾਂ SJO ਕਿਵੇਂ ਕੱਟਿਆ ਜਾਊ? जी ओके ओ यार आ देख 2018 दियां हुण नहीं हैगियां पहलां दियां। नहीं ਉਹ ਪੈਸੇ ਤਾਂ ਫਿਰ ਤੁਸੀਂ ਬਾਰ-ਬਾਰ ਥੋੜੀ ਲਓਗੇ, ਇਹ ਐਕਚੁਅਲੀ ਜਦੋਂ ਕਨੈਕਟੀਵਿਟੀ ਵਾਸਤੇ ਆਂਦਾ ਉਦੋਂ ਭਰਵਾਏ ਜਾਂਦੇ ਆ। ਬਿਲਕੁਲ ਸਰ ਉਹ ਸਾਰਾ ਲਿਖਿਆ ਹੈ ਨਾ, ਫਿਰ ਇਹ ਫੋਲੋ ਕਰੋ। ਫੀਲਡ ਨੇ ਉਹਨੂੰ ਨੋਟਿਸ ਦੇਣਾ ਵੀ ਤੂੰ ਤੇਰੀ ਆ ਹੈ ਸਾਡੀ ਡਿਊਟੀ ਲੱਗੀ ਹੈ, ਅਸੀਂ ਅੰਦਰ ਆ ਕੇ ਚੈੱਕ ਕਰਿਆ ਕਰਾਂਗੇ, ਸਾਨੂੰ ਇਸ ਡਿਊਟੀ ਦੇ ਪੈਸੇ ਭਰਾਓ। ਫੀਲਡ ਤਾਂ ਚੁੱਪ ਕਰਕੇ ਉਹਨੂੰ ਕਹਿੰਦੀ ਹੈ ਜਦੋਂ ਆਊਗਾ ਆਪੇ ਆਊਗਾ ਉਦੋਂ ਟੋਟਲ ਕਨੈਕਟੀਵਿਟੀ SLC ਸੁਪਰਵਿਜ਼ਨ ਸਾਰਾ ਬਿੱਲ ਬਣਾ ਕੇ ਦੇ ਦਾਂਗੇ, ਇੰਨੇ ਪੈਸੇ ਜਮ੍ਹਾਂ ਕਰਾ। ਉਹ ਤਾਂ ਆਪਾਂ ਹੀ ਨਹੀਂ ਕਰ ਰਹੇ ਹੈਗੇ। ओहो ओ देखो मैं NOC जारी करती, उन्होंने कंप्लाइंस तो तुसी करानी है ना, तुसी अपनी तरीके नाल करवाओ सर, करवाओ लै सकते हो, कोई रोक टोक थोड़ी है। तुसी चाहे 3 चार्जेस हैं कनैक्टिविटी SLC सुपरविजन, चाहे इकट्ठी इक्को वारी लै लो या मॉनीटरिंग परपस वास्ते ऐदा कर लो। उस तो बाद these are the instructions for processing of technical proposals। ਇਹ ਜਸਟ योर गाइडलाइंस है, जो पहला 712 मीमो नंबर हुंदा सी, नाउ इट इज़ 312। ਉਹਦੇ ਅਕੋਰਡਿੰਗਲੀ ਤੁਸੀਂ ਪ੍ਰਪੋਜ਼ਲਸ ਫਰੇਮ ਕਰਨੇ ਹੈ, ਇਸ ਉਹ ਸਾਰਾ ਲਿਖਿਆ ਹੋਇਆ ਹੈ। ਸਪਲਾਈ ਕੋਡ ਦੀਆਂ ਕਿਹੜੀਆਂ ਹਿਦਾਇਤਾਂ ਹੈ, ਕਿਵੇਂ ਹੈ, ਕੀ ਪ੍ਰਪੋਜ਼ਲ ਐਂਡ ਦਿਸ ਇਜ਼ ਦਾ ਚੈੱਕ ਲਿਸਟ। ਉਸ ਤੋਂ ਬਾਅਦ ਪਹਿਲਾਂ ਇਹ ਚੀਜ਼ਾਂ ਕੋਵਿਡ ਤੋਂ ਬਾਅਦ ਔਨਲਾਈਨ ਲੈਣੀਆਂ ਸ਼ੁਰੂ ਕਰੀਆਂ ਸੀ ਲੈਕਚਰਸ, ਉਹਨਾਂ ਦੇ ਰਾਹੀਂ ਇੰਸਟਰਕਸ਼ਨਸ। ਦੈਨ ਇਹ ਡਿਊਰਿੰਗ ਹੀਅਰਿੰਗ ਫॉर ਦੀ ਪੈਟੀਸ਼ਨ ਜੋ 7/21 ਪੈਟੀਸ਼ਨ ਅਬੈਂਡਨਡ ਕਾਲਜ ਦੀ ਚੱਲ ਰਹੀ ਸੀ, ਉਸ 'ਚ ਕਮਰਸ਼ੀਅਲ ਵੱਲੋਂ ਇਹ ਇੰਸਟਰਕਸ਼ਨਸ ਹੋਈਆਂ ਸੀ ਰਿਗਾਰਡਿੰਗ ਪ੍ਰੀਵੈਂਟਿੰਗ ਮਿਸਯੂਜ਼ ਆਫ ਟੈਂਪਰੇਰੀ ਕਨੈਕਸ਼ਨ ਟੂ ਡਿਵੈਲਪਰਸ। कि जो टैंपरेरी कनैक्शन देना है डिवेलपर के नाम पर देना है, डिवेलपर को NOC इशू होने तो बाद देना है। ये हुण तो सप्लाई कोड के मैंडेटरी हो गया। उस तो बाद इन द नेम ऑफ डिवेलपर ये भी सप्लाई कोड मैंडेटरी है। ये उस दौरान होया सी कि जे किसी का पहला टैंपरेरी कनैक्शन चल रहा उन्होंने 90 दिन का नोटिस देना है, नहीं तो तेरा टैंपरेरी कनैक्शन TDCO करांगे, फर्दर एक्सटेंशन नहीं करांगे जब तक तू NOC दे इत्थे तक PG तक नहीं पहुँचता।
ਉਸ ਦੇ ਵਿੱਚ ਵੀ ਰੋਲ ਆਫ ਡੀਐਸ ਐਂਡ ਰੋਲ ਆਫ ਰੈਵਨਿਊ ਸਟਾਫ, ਰੋਲ ਆਫ ਐਨਫੋਰਸਮੈਂਟ ਸਾਰਾ ਡਿਫਾਈਨਡ ਕੀਤਾ ਹੋਇਆ। ਇਹ ਲੈਟਰ ਸਾਨੂੰ ਕਮਿਸ਼ਨ ਤੋਂ ਆਈ ਸੀ ਕਿ ਤੁਸੀਂ ਐਵੇਂ ਦੀ ਇੰਸਟਰਕਸ਼ਨਸ ਕਰੋ। ਹਾਂਜੀ ਮੈਮ ਓਕੇ। ਸੋ ਬਾਕੀ ਦਾ ਰਿਮਾਈਂਡਰ ਪਾਰਟ ਆਫਟਰ ਟੀ, ਲੈਟਸ ਹੈਵ ਟੀ।